ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਇਸ YouTube ਚੈਨਲ ਤੇ। ਲੈਕਚਰ 5 ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਇਸ YouTube ਚੈਨਲ ਨੂੰ ਬਣਾਉਣ ਪਿੱਛੇ ਮੇਰਾ ਸਿਰਫ ਇੱਕ ਹੀ ਮਕਸਦ ਸੀ ਵੀ ਸਾਡੇ ਸਮਾਜ ਵਿੱਚ ਬਹੁਤ ਸਾਰੇ ਮੇਰੇ ਸਾਥੀ ਸਹੀ ਗਾਈਡੈਂਸ ਅਤੇ ਸਪੋਰਟ ਦੀ ਘਾਟ ਕਰਕੇ ਕਈ ਵਾਰ ਉਸ ਮੰਜ਼ਿਲ ਤੱਕ ਨਹੀਂ ਪਹੁੰਚ ਪਾਉਂਦੇ ਜਿਸ ਮੰਜ਼ਿਲ ਦੇ ਉਹ ਹੱਕਦਾਰ ਨੇ, ਤੇ ਜ਼ਿੰਦਗੀ ਵਿੱਚ ਆਪਣੇ ਟੈਲੈਂਟ ਦੇ ਨਾਲ ਤੇ ਫੀਲਡ ਆਫ ਇੰਟਰਸਟ ਦੇ ਨਾਲ ਕੰਪਰੋਮਾਈਜ਼ ਕਰਦੇ ਨੇ ਤੇ ਜਿਵੇਂ ਤਿਵੇਂ ਆਪਣੀ ਜ਼ਿੰਦਗੀ ਨੂੰ ਬਸਰ ਕਰਦੇ ਨੇ। ਤੇ ਕਿਉਂਕਿ ਕਈ ਵਾਰ ਮੈਂ ਖੁਦ ਵੀ ਗਾਈਡੈਂਸ ਅਤੇ ਅਵੇਅਰਨੈਸ ਦੀ ਘਾਟ ਹੋਣ ਕਰਕੇ ਠੋਕਰਾਂ ਖਾਧੀਆਂ ਨੇ, ਤੇ ਜੋ ਠੋਕਰਾਂ ਖਾ ਕੇ ਮੈਂ ਲਾਈਫ ਦੇ ਵਿੱਚ ਅਚੀਵ ਕੀਤਾ, ਫਿਰ ਚਾਹੇ ਉਹ ਮਾਸਟਰ ਕੈਡਰ ਦੀ ਪ੍ਰਿਪਰੇਸ਼ਨ ਕਿਸ ਤਰ੍ਹਾਂ ਕਰਨੀ ਹੈ, ਸਟੱਡੀ ਮਟੀਰੀਅਲ ਹੋਵੇ, ਸਭ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਕਿਉਂਕਿ ਵੰਡਣ ਨਾਲ ਹੀ ਵਾਧਾ ਹੁੰਦਾ ਹੈ। ਜੋ ਵੀ ਸਾਡੀ ਲਾਈਫ ਦੇ ਗੋਲ ਨੇ, ਫਿਰ ਚਾਹੇ ਉਹ ਸਰਕਾਰੀ ਨੌਕਰੀ ਹੋਵੇ, ਫਾਈਨੈਂਸ਼ੀਅਲੀ ਫ੍ਰੀ ਹੋਣ ਲਈ, ਜਾਂ ਕਿਸੇ ਚੰਗੇ ਯੂਨੀਵਰਸਿਟੀ ਕਾਲਜ ਵਿੱਚ ਐਡਮਿਸ਼ਨ ਲੈ ਲਈ ਐਂਟਰੈਂਸ ਐਗਜ਼ਾਮ ਹੋਵੇ, ਸਹੀ ਗਾਈਡੈਂਸ ਅਤੇ ਅਵੇਅਰਨੈਸ ਦੇ ਨਾਲ ਅਸੀਂ ਇਹਨਾਂ ਗੋਲਸ ਨੂੰ ਬੜੀ ਹੀ ਆਸਾਨੀ ਦੇ ਨਾਲ ਪ੍ਰਾਪਤ ਕਰ ਸਕਦੇ ਹਾਂ। ਪਰ ਕਈ ਵਾਰ ਇਹ ਗੋਲ ਸਾਨੂੰ ਅਵੇਅਰਨੈਸ ਅਤੇ ਸਹੀ ਗਾਈਡੈਂਸ ਦੀ ਕਮੀ ਹੋਣ ਕਰਕੇ ਪਹਾੜ ਚੜ੍ਹਨ ਦੇ ਬਰਾਬਰ ਲੱਗਣ ਲੱਗ ਜਾਂਦੇ ਨੇ। ਇਸੇ ਲਈ ਮੈਂ ਆਪਣਾ ਬਣਦਾ ਯੋਗਦਾਨ ਇਸ ਕੰਮ ਵਿੱਚ ਪਾਉਣਾ ਚਾਹੁੰਦਾ ਸੀ, ਤੇ ਇਹ ਪਲੇਟਫਾਰਮ ਮੈਨੂੰ YouTube ਰਾਹੀਂ ਮਿਲਿਆ, ਜਿੱਥੇ ਮੈਂ ਤੁਹਾਡੇ ਨਾਲ ਮੇਰੇ ਐਕਸਪੀਰੀਅੰਸ, ਨੌਲੇਜ, ਸਟੱਡੀ ਮਟੀਰੀਅਲ ਨੂੰ ਸ਼ੇਅਰ ਕਰ ਸਕਾਂ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮੇਰਾ ਸਾਥ ਦੇਣ ਲਈ, ਅਤੇ ਮੈਂ ਇਸ ਤਰ੍ਹਾਂ ਦੇ ਲੈਕਚਰਸ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ ਅਤੇ ਤੁਹਾਡੀ ਫੀਡਬੈਕ ਨਾਲ ਮੈਨੂੰ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਸੋ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ। ਵੀਡੀਓ ਨੂੰ ਪਸੰਦ ਆਵੇ ਤਾਂ ਲਾਈਕ ਕਰਿਆ ਕਰੋ ਤੇ ਦੂਜੇ ਸਾਥੀਆਂ ਤੱਕ ਵੀ ਇਹਨੂੰ ਸ਼ੇਅਰ ਕਰਿਆ ਕਰੋ। ਗੱਲ ਕਰੀਏ ਜੇ ਅੱਜ ਦੇ ਟੌਪਿਕ ਦੀ, ਤਾਂ ਅੱਜ ਦੀ ਇਸ ਲੈਕਚਰ ਦੇ ਵਿੱਚ ਅਸੀਂ ਦੋ ਬੇहद ਹੀ ਇੰਪੋਰਟੈਂਟ ਟੌਪਿਕਸ ਕਵਰ ਕਰਾਂਗੇ, ਸਕੁਅਰ ਰੂਟ ਆਫ ਕੰਪਲੈਕਸ ਨੰਬਰ ਤੇ ਕਿਊਬ ਰੂਟ ਆਫ ਕੰਪਲੈਕਸ ਨੰਬਰ ਤੇ ਉਸ ਦੀਆਂ ਪ੍ਰੋਪਰਟੀਜ਼। 41 ਪੋਸਟਾਂ ਵਿੱਚ ਆਏ ਸਕੁਅਰ ਰੂਟ ਦੇ ਦੋ ਡਾਇਰੈਕਟ ਪ੍ਰਸ਼ਨ ਪੁੱਛੇ ਗਏ ਸੀਗੇ, ਤੇ ਕਿਊਬ ਰੂਟ ਦੀ ਪ੍ਰੋਪਰਟੀਜ਼ ਦਾ ਯੂਜ਼ ਵੀ ਬਹੁਤ ਸਾਰੇ ਕੁਐਸਚਨ ਦੇ ਵਿੱਚ ਹੁੰਦਾ ਹੈ। ਇਸ ਲਈ ਮੈਂ ਇਹ ਦੋ ਟੌਪਿਕਸ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਯੂਜ਼ਫੁਲ ਮੰਨਦਾ ਹਾਂ। ਇਹਨਾਂ ਟੌਪਿਕਸ ਦੇ ਨੋਟਸ ਤੇ MCQs ਮੈਂ ਆਪਣੇ ਟੈਲੀਗ੍ਰਾਮ ਚੈਨਲ ਤੇ ਅਪਲੋਡ ਕਰ ਦੇਵਾਂਗਾ, ਤੇ ਇੰਸਟਾਗ੍ਰਾਮ ਚੈਨਲ ਤੇ ਮੈਂ ਪ੍ਰਸ਼ਨ ਰੀਲਸ ਨਾਂ ਦੀ ਇੱਕ ਸੀਰੀਜ਼ ਚਲਾਈ ਹੈ, ਜਿੱਥੇ ਮੈਂ ਆਲਰੇਡੀ 2 ਪਾਰਟ ਜਿਹੜੇ ਅਪਲੋਡ ਕਰਤੇ ਨੇ, ਉਸ ਨੂੰ ਵੀ ਤੁਸੀਂ ਜ਼ਰੂਰ ਦੇਖਣਾ ਹੈ। ਤੇ ਟੈਲੀਗ੍ਰਾਮ, ਇੰਸਟਾਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਬਹੁਤ ਯੂਜ਼ ਹੁੰਦਾ ਹੈ ਰਾਜੇ ਸਕੁਅਰ ਰੂਟ ਆਫ ਕੰਪਲੈਕਸ ਨੰਬਰ, ਤੇ 41 ਪੋਸਟਾਂ ਵਿੱਚ ਤਾਂ ਦੋ ਕੁਐਸਚਨ ਡਾਇਰੈਕਟ ਪਾਤੇ ਸੀ ਐਗਜ਼ਾਮੀਨਰ ਨੇ ਸਕੁਅਰ ਰੂਟ ਆਫ ਨੂੰ ਫਾਈਂਡ ਕਰਨ ਦੇ। ਤਾਂ ਕੋਈ ਵੀ ਟੌਪਿਕ ਅਸੀਂ ਸਕਿਪ ਨਹੀਂ ਕਰਨਾ ਤੇ ਕੋਈ ਵੀ ਟੌਪਿਕ ਨੂੰ ਅਸੀਂ ਇਗਨੋਰ ਨਹੀਂ ਕਰਨਾ। ਸਾਰੇ ਹੀ ਟੌਪਿਕ ਜਿਹੜੇ ਨੇ ਸਾਡੇ ਕੋਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਸਕੁਅਰ ਰੂਟ ਨੂੰ ਫਾਈਂਡ ਕਰਨ ਦੇ ਅਸੀਂ 3 ਮੈਥਡ ਯੂਜ਼ ਕਰਾਂਗੇ। 3 ਮੈਥਡ ਨੂੰ ਅਸੀਂ ਸਟੱਡੀ ਕਰਾਂਗੇ ਬੇਟਾ, ਤੇ ਅਸੀਂ 3 ਹੀ ਮੈਥਡ ਪ੍ਰੈਕਟਿਸ ਕਰਨੇ ਨੇ, ਕਿਉਂਕਿ ਕੁਐਸਚਨ ਦੇ ਅਕੋਰਡਿੰਗ ਅਸੀਂ ਮੈਥਡ ਚੂਜ਼ ਕਰਨਾ ਹੈ, ਤੇ ਮੈਂ ਤੁਹਾਨੂੰ ਦੱਸੂਗਾ ਕਿ ਕਿਹੜੇ ਕੁਐਸਚਨ ਦੇ ਵਿੱਚ ਕਿਹੜਾ ਮੈਥਡ ਜਿਹੜਾ ਹੈ ਉਹ ਯੂਜ਼ ਕਰਨਾ ਹੈ। ਉਸ ਤੋਂ ਪਹਿਲਾਂ ਇੱਕ ਇੰਪੋਰਟੈਂਟ ਨੋਟ ਜਿਹੜਾ ਮੈਂ ਤੁਹਾਨੂੰ ਲਿਖਵਾਉਣਾ ਚਾਹਾਂਗਾ। ਨੋਟ ਕੀ ਹੈ? ਸਾਡੇ ਕੋਲ ਨੋਟ ਹੈ ਕਿ ਰਾਜੇ ਸਕੁਅਰ ਰੂਟ ਆਫ ਨॉन रियल complex number, square root of non real complex number is also a non real complex number। ਕਹਿੰਦੇ ਵੀ ਨੋਟ ਕੀ ਕਹਿ ਰਿਹਾ ਸਾਡੇ ਕੋਲ ਕਿ ਸਕੁਅਰ ਰੂਟ ਆਫ ਨਾਨ ਰੀਅਲ ਕੰਪਲੈਕਸ ਨੰਬਰ, ਜੋ ਨਾਨ ਰੀਅਲ ਕੰਪਲੈਕਸ ਨੰਬਰ ਹੈ ਉਸ ਦਾ ਜਿਹੜਾ ਸਕੁਅਰ ਰੂਟ ਹੈ ਉਹ ਹਮੇਸ਼ਾ ਕੀ ਹੋਵੇਗਾ? ਨਾਨ ਰੀਅਲ ਕੰਪਲੈਕਸ ਨੰਬਰ ਹੀ ਹੋਵੇਗਾ। ਤੇ ਰਾਜੇ ਸਾਨੂੰ ਪਤਾ ਹੈ ਕਿ ਨਾਨ ਰੀਅਲ ਕੰਪਲੈਕਸ ਨੰਬਰ ਕਿਹੜਾ ਹੁੰਦਾ ਹੈ? ਜਿਸ ਦੇ ਵਿੱਚ y ਜਿਹੜਾ ਉਹ 0 ਨਹੀਂ ਹੋਣਾ ਚਾਹੀਦਾ, ਤੇ ਜਿਹੜਾ x ਹੈ ਸਾਡੇ ਕੋਲ ਉਹ ਕੀ ਹੋ ਸਕਦਾ ਹੈ? may not 0 ਹੋ ਸਕਦਾ ਹੈ। x 0 ਹੋਵੇ ਨਾ ਹੋਵੇ ਉਸ ਤੋਂ ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਾਨੂੰ ਫਰਕ ਪੈਂਦਾ ਹੈ ਵੀ y ਜਿਹੜਾ ਉਹ 0 ਨਹੀਂ ਹੋਣਾ ਚਾਹੀਦਾ। ਉਸ ਕੰਪਲੈਕਸ ਨੰਬਰ ਨੂੰ ਅਸੀਂ ਕੀ ਬੋਲਦੇ ਹਾਂ? ਨਾਨ ਰੀਅਲ ਕੰਪਲੈਕਸ ਨੰਬਰ। ਜੋ ਆਲਰੇਡੀ ਮੈਂ ਲਾਸਟ ਵੀਡੀਓਜ਼ ਦੇ ਵਿੱਚ ਤੁਹਾਡੇ ਨਾਲ ਡਿਫਰੈਂਸ ਜਿਹੜਾ ਅਸੀਂ ਪੜ੍ਹਿਆ ਸੀ ਕੰਪਲੈਕਸ ਨੰਬਰ ਤੇ ਨਾਨ ਰੀਅਲ ਕੰਪਲੈਕਸ ਨੰਬਰ ਦਾ, ਉਸ 'ਚ ਅਸੀਂ ਡਿਟੇਲ ਦੇ ਵਿੱਚ ਡਿਸਕਸ ਕੀਤਾ ਸੀ ਇਸ ਬਾਰੇ। ਤਾਂ ਰਾਜੇ ਸਾਨੂੰ ਹੁਣ ਨੋਟ ਕੀ ਕਹਿ ਰਿਹਾ ਕਿ ਸਕੁਅਰ ਰੂਟ ਆਫ ਨਾਨ ਰੀਅਲ ਕੰਪਲੈਕਸ ਨੰਬਰ ਇਜ਼ ਆਲਸੋ ਨਾਨ ਰੀਅਲ ਕੰਪਲੈਕਸ ਨੰਬਰ। ਇਸ ਦਾ ਕੀ ਮਤਲਬ ਹੈ ਉਹ ਸਮਝ ਲੈਂਦੇ ਹਾਂ। ਤਾਂ ਜੀ ਸਪੋਜ਼ ਸਾਡੇ ਕੋਲ ਇਹ ਕੋਈ ਕੰਪਲੈਕਸ ਨੰਬਰ ਹੈ, ਨਾਨ ਰੀਅਲ ਕੰਪਲੈਕਸ ਨੰਬਰ ਹੈ x ਪਲਸ ਆਇਟਾ y, ਤੇ ਇਹਦਾ ਜੇ ਅਸੀਂ ਸਕੁਅਰ ਰੂਟ ਕਰੀਏ ਤਾਂ ਜਿਹੜਾ ਸਾਡੇ ਕੋਲ ਆਨਸਰ ਆਵੇਗਾ ਰਾਜੇ ਉਹ ਵੀ ਇੱਕ ਸਾਡੇ ਕੋਲ ਕੀ ਆਏਗਾ?
ਨੋਨ ਰੀਅਲ ਕੰਪਲੈਕਸ ਨੰਬਰ ਹੀ ਆਏਗਾ। ਇਹ ਜਿਹੜਾ ਹੈ ਇਹ ਨੋਟ ਜਿਹੜਾ ਕਹਿਣਾ ਚਾਹੁੰਦਾ ਹੈ। ਇੱਥੇ ਸਾਡੇ ਕੋਲ x ਪਲਸ ਆਈਟਾ ਵਾਈ ਕੀ ਹੈ, ਆਪਣੇ ਕੋਲ ਨੋਨ ਰੀਅਲ ਕੰਪਲੈਕਸ ਨੰਬਰ ਹੈ। ਤੇ ਮੈਂ ਇੱਥੇ ਲਿਖ ਵੀ ਦਿੰਦਾ ਕਿ y ਵੀ 0 ਨਹੀਂ ਹੋਣਾ ਚਾਹੀਦਾ ਤੇ b ਵੀ ਜਿਹੜਾ ਉਹ 0 ਨਹੀਂ ਹੋਣਾ ਚਾਹੀਦਾ, ਤਾਂ ਹੀ ਇਹ ਨੋਨ ਰੀਅਲ ਕੰਪਲੈਕਸ ਨੰਬਰ ਸਾਡੇ ਕੋਲ ਬਣੇਗਾ। ਤੇ ਰਾਜੇ ਇਹੀ ਜਿਹੜਾ ਨੋਟ ਕਹਿਣਾ ਚਾਹੁੰਦਾ ਵੀ ਬਈ ਜਿਹੜਾ ਸਕੁਅਰ ਰੂਟ ਹੈ ਨੋਨ ਰੀਅਲ ਕੰਪਲੈਕਸ ਨੰਬਰ x ਪਲਸ ਆਈਟਾ ਵਾਈ ਦਾ, ਉਹ ਵੀ ਇੱਕ ਸਾਡੇ ਕੋਲ ਨੋਨ ਰੀਅਲ ਕੰਪਲੈਕਸ ਨੰਬਰ ਹੀ ਆਵੇਗਾ। ਤਾਂ ਮੈਥਡ 1 ਦੇਖ ਲੈਂਦੇ ਆ। ਮੈਥਡ 1 ਰਾਜੇ ਕਿਸ ਤਰ੍ਹਾਂ ਸੋਲਵ ਕਰਨਾ ਹੈ, ਕੁਐਸਚਨ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਹੈ, ਇਹ ਡਿਸਕਸ ਕਰਾਂਗੇ। ਜਿਹੜਾ ਮੈਥਡ 1 ਹੈ ਰਾਜੇ, ਮੈਥਡ 1 ਤਿੰਨਾਂ ਮੈਥਡ ਦੇ ਵਿੱਚੋਂ ਲੈਂਥੀ ਮੈਥਡ ਹੈ, ਫਿਰ ਵੀ ਅਸੀਂ ਇਸ ਮੈਥਡ ਨੂੰ ਘੱਟ ਇੰਪੋਰਟੈਂਟ ਨਹੀਂ ਕਹਿ ਸਕਦੇ। ਜਿਹੜਾ ਮੈਥਡ ਫਸਟ ਹੈ ਉਸ ਦੇ ਵਿੱਚ ਕੀ ਹੈ ਰਾਜੇ, ਸਾਨੂੰ ਕਈ ਵਾਰ ਕੁਐਸਚਨ ਦੇ ਵਿੱਚ ਸਕੁਅਰ ਰੂਟ ਫਾਈਂਡ ਆਊਟ ਕਰਨ ਦੀ ਜ਼ਰੂਰਤ ਪੈ ਜਾਂਦੀ ਹੈ, ਤਾਂ ਉੱਥੇ ਇਹ ਮੈਥਡ ਯੂਜ਼ ਹੁੰਦਾ ਗਾ। ਸਾਨੂੰ ਕੋਈ ਕੁਐਸਚਨ ਦੇ ਦਿੱਤਾ ਤੇ ਉਸ ਦੇ ਵਿੱਚ ਸਕੁਅਰ ਰੂਟ ਫਾਈਂਡ ਆਊਟ ਕਰਨਾ ਪੈ ਗਿਆ ਸਾਨੂੰ ਮੰਨ ਲਓ ਕੰਪਲੈਕਸ ਨੰਬਰ ਦਾ, ਤਾਂ ਉੱਥੇ ਜਿਹੜਾ ਮੈਥਡ 1 ਅਸੀਂ ਯੂਜ਼ ਕਰਾਂਗੇ। ਤਾਂ ਇਹ ਮੈਥਡ ਜਿਹੜਾ ਲੈਂਥੀ ਹੋਣ ਦੇ ਬਾਵਜੂਦ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਮੈਥਡ 1 ਜੋ ਸਾਡੇ ਕੋਲ ਹੈ ਉਹ ਬੱਚਿਆਂ ਨੂੰ ਪੜ੍ਹਾਉਣ ਦੇ ਪੁਆਇੰਟ ਆਫ ਵਿਊ ਤੋਂ ਵੀ ਬਹੁਤ ਹੀ ਇੰਪੋਰਟੈਂਟ ਹੈ ਤੇ ਮਾਸਟਰ ਕੇਡਰ ਦੇ ਐਗਜ਼ਾਮ ਦੇ ਵਿੱਚ ਵੀ ਇਹਦੀ ਵਰਤੋਂ ਜਿਹੜੀ ਹੈ ਕਿਸੇ ਕੁਐਸਚਨ ਦੇ ਵਿੱਚ ਕੀਤੀ ਜਾ ਸਕਦੀ ਹੈ। ਤਾਂ ਮੈਥਡ ਜੋ 1 ਹੈ ਸਾਡੇ ਕੋਲ, ਉਸ ਨੂੰ ਅਸੀਂ ਇੱਕ ਐਗਜ਼ਾਮਪਲ ਨੂੰ ਸੋਲਵ ਕਰਕੇ ਸਮਝਦੇ ਹਾਂ। ਸਾਡੇ ਕੋਲ ਰਾਜੇ ਸਪੋਜ਼ ਕੋਈ ਐਗਜ਼ਾਮਪਲ ਹੈ ਕਿ ਫਾਈਂਡ ਦਾ ਸਕੁਅਰ ਰੂਟ ਆਫ -48 -14 ਆਇਟਾ, ਜਾਂ ਫਿਰ ਤੁਹਾਨੂੰ ਇਸ ਤਰ੍ਹਾਂ ਵੀ ਐਗਜ਼ਾਮ 'ਚ ਲਿਖਿਆ ਹੋ ਸਕਦਾ ਹੈ ਕਿ ਸੋਲਵ ਜਾਂ ਫਿਰ ਫਾਈਂਡ ਸਕੁਅਰ ਰੂਟ ਆਫ -48 -14 ਆਇਟਾ। ਤਾਂ ਅਸੀਂ ਇਸ ਨੂੰ ਕਿਸ ਤਰ੍ਹਾਂ ਸੋਲਵ ਕਰਾਂਗੇ, ਸੋਲਿਊਸ਼ਨ ਦੇਖ ਲੈਂਦੇ ਹਾਂ। ਸੋਲਿਊਸ਼ਨ ਜਿਹੜਾ ਮੈਥਡ 1 ਹੈ ਰਾਜੇ ਉਹ ਪ੍ਰੋਪਰ ਮੈਥਡ ਹੈ, ਸਾਡੇ ਕੋਲ ਲੈਂਥੀ ਮੈਥਡ ਹੈ, ਤੇ ਸਾਨੂੰ ਜਿਹੜੀਆਂ ਆਪਸ਼ਨਸ ਦਿੱਤੀਆਂ ਹੋਣਗੀਆਂ ਰਾਜੇ ਉਹ ਹੋਣਗੀਆਂ 1 + 7 ਆਇਟਾ, ਬੀ ਆਪਸ਼ਨ ਦੇ ਰੱਖੀ ਹੈ ਸਾਨੂੰ +-7 - ਆਇਟਾ, ਸੀ ਆਪਸ਼ਨ ਸਾਨੂੰ ਦੇ ਰੱਖੀ ਹੈ +-1 + 7 ਆਇਟਾ, ਤੇ ਡੀ ਆਪਸ਼ਨ ਸਾਨੂੰ ਦੇ ਰੱਖੀ ਹੈ ਰਾਜੇ +-1 - 7 ਆਇਟਾ। ਤਾਂ ਇਹ ਸਾਨੂੰ ਆਪਸ਼ਨਸ ਦਿੱਤੀਆਂ ਹੋਣਗੀਆਂ, ਤਾਂ ਇਸ ਨੂੰ ਕਿਸ ਤਰ੍ਹਾਂ ਸੋਲਵ ਕਰਾਂਗੇ। ਸਕੁਅਰ ਰੂਟ ਆਫ -48 -14 ਆਇਟਾ, ਰਾਜੇ ਅਸੀਂ ਨੋਟ ਪੜ੍ਹਿਆ ਸੀ, ਅਸੀਂ ਕਿਹਾ ਸੀਗਾ ਕਿ ਸਕੁਅਰ ਰੂਟ ਆਫ ਐਨੀ ਨੋਨ ਰੀਅਲ ਕੰਪਲੈਕਸ ਨੰਬਰ ਇਜ਼ ਆਲਸੋ ਅ ਨੋਨ ਰੀਅਲ ਕੰਪਲੈਕਸ ਨੰਬਰ। ਤਾਂ -48 -14 ਆਇਟਾ ਵੀ ਸਾਡੇ ਕੋਲ ਇੱਕ ਨੋਨ ਰੀਅਲ ਕੰਪਲੈਕਸ ਨੰਬਰ ਹੈ, ਕਿਉਂਕਿ ਇਹਦੇ ਵਿੱਚ y ਦੀ ਵੈਲਿਊ ਜਿਹੜੀ ਹੈ ਉਹ ਨੋਟ ਇਕੁਅਲ ਟੂ 0 ਹੈ। ਇਸ ਨੋਨ ਰੀਅਲ ਕੰਪਲੈਕਸ ਨੰਬਰ ਦਾ ਸਕੁਅਰ ਰੂਟ ਵੀ ਸਾਡੇ ਕੋਲ ਕੀ ਆਵੇਗਾ, ਨੋਨ ਰੀਅਲ ਕੰਪਲੈਕਸ ਨੰਬਰ ਹੀ ਹੋਵੇਗਾ। ਤਾਂ ਅਸੀਂ ਇੱਥੇ ਰਾਜੇ ਕੀ ਕਰਾਂਗੇ, ਇੱਥੇ ਸਪੋਜ਼ ਕਰਾਂਗੇ ਲੈਟ ਸਕੁਅਰ ਰੂਟ ਆਫ -48 -14 ਆਇਟਾ ਇਜ਼ ਇਕੁਅਲ ਟੂ x ਪਲਸ ਆਇਟਾ y ਦੇ, ਚਾਹੇ x ਪਲਸ ਆਇਟਾ y ਦੇ ਇਕੁਅਲ ਸਪੋਜ਼ ਕਰ ਲਓ, ਚਾਹੇ a ਪਲਸ ਆਇਟਾ b ਦੇ ਇਕੁਅਲ ਸਪੋਜ਼ ਕਰ ਲਓ, ਇੱਕੋ ਹੀ ਗੱਲ ਹੈ ਰਾਜੇ। ਤਾਂ ਇੱਥੇ ਮੈਂ ਕਹੂੰਗਾ y ਜਿਹੜਾ ਸਾਡੇ ਕੋਲ ਨੋਟ ਇਕੁਅਲ ਟੂ ਕੀ ਹੈ 0 ਦੇ, ਕਿਉਂਕਿ ਇਹ ਸਾਡੇ ਕੋਲ ਨੋਨ ਰੀਅਲ ਕੰਪਲੈਕਸ ਨੰਬਰ ਹੈ। ਤੇ x ਪਲਸ ਆਇਟਾ ਵੀ ਮੈਂ ਆਲਰੇਡੀ ਦੱਸਿਆ ਵੀ ਸਾਡੇ ਕੋਲ ਨੋਨ ਰੀਅਲ ਕੰਪਲੈਕਸ ਨੰਬਰ ਹੈ। ਹੁਣ ਅਸੀਂ ਕੀ ਕਰਾਂਗੇ ਰਾਜੇ, ਇਹਨੂੰ ਆਪਾਂ ਸਪੋਜ਼ ਕਰ ਲਾਂਗੇ ਇਕੁਏਸ਼ਨ ਫਸਟ। ਤਾਂ ਆਪਾਂ ਕੀ ਕਰਾਂਗੇ, ਸਕੇਅਰਿੰਗ ਕਰਾਂਗੇ ਫਸਟ ਇਕੁਏਸ਼ਨ ਦੀ। ਸਕੇਅਰਿੰਗ ਕਰਕੇ ਸਾਡੇ ਕੋਲ ਕੀ ਆ ਗਿਆ, ਇਧਰਲੀ ਸਾਈਡ ਤੋਂ ਤਾਂ ਸਕੁਅਰ ਰੂਟ ਹਟ ਗਿਆ -48 -14 ਆਇਟਾ, ਤਾਂ ਦੂਸਰੀ ਸਾਈਡ ਕੀ ਆ ਗਿਆ ਆਪਣੇ ਕੋਲ x ਪਲਸ ਆਇਟਾ y ਦਾ ਹੋਲ ਸਕੁਅਰ ਆ ਗਿਆ। ਤੇ x ਪਲਸ ਆਇਟਾ y ਦਾ ਹੋਲ ਸਕੁਅਰ ਓਪਨ ਕਰਾਂਗੇ ਤਾਂ ਸਾਡੇ ਕੋਲ ਕੀ ਆ ਜੂ, x ਸਕੁਅਰ ਪਲਸ ਆਇਟਾ ਸਕੁਅਰ y ਸਕੁਅਰ ਪਲਸ 2xy ਆਇਟਾ, ਇਹ ਸਾਡੇ ਕੋਲ ਸਕੁਅਰ ਓਪਨ ਕਰਨ ਤੇ ਆ ਜੂ। ਤੇ ਸਾਨੂੰ ਪਤਾ ਰਜੇ ਆਇਟਾ ਸਕੁਅਰ ਦੀ ਜਿਹੜੀ ਵੈਲਿਊ ਹੁੰਦੀ ਹੈ ਉਹ ਕਿੰਨੀ ਹੁੰਦੀ ਹੈ -1, ਜੋ ਆਲਰੇਡੀ ਅਸੀਂ ਕੰਸੈਪਟ ਆਫ ਇਮੈਜਿਨਰੀ ਨੰਬਰ ਦੇ ਵਿੱਚ ਪੜ੍ਹ ਚੁੱਕੇ ਹਾਂ। ਤਾਂ ਸਾਡੇ ਕੋਲ ਕਿੰਨਾ ਆ ਗਿਆ, x ਸਕੁਅਰ -y ਸਕੁਅਰ ਪਲਸ 2xy ਆਇਟਾ ਆ ਗਿਆ। ਤਾਂ ਰਾਜੇ ਇੱਥੇ ਮੈਂ ਇਸ ਨੂੰ ਰੀਅਰੇਂਜ ਕਰਕੇ ਲਿਖਦਾ ਹਾਂ x ਸਕੁਅਰ -y ਸਕੁਅਰ ਪਲਸ 2xy ਆਇਟਾ ਕਿਸ ਦੇ ਬਰਾਬਰ ਹੈ ਸਾਡੇ ਕੋਲ, -48 -14 ਆਇਟਾ ਦੇ ਬਰਾਬਰ ਸਾਡੇ ਕੋਲ ਆ ਗਿਆ। ਹੁਣ ਰਾਜੇ ਅਸੀਂ ਕੀ ਕਰਾਂਗੇ, ਅਸੀਂ ਇੱਥੇ ਕੰਪੇਅਰ ਕਰਾਂਗੇ ਕਿਸ ਨੂੰ, ਰੀਅਲ ਤੇ ਇਮੈਜਨਰੀ ਵੈਲਿਊ ਨੂੰ, ਦੋਨਾਂ ਸਾਈਡ ਤੇ ਕੰਪੇਅਰ ਕਰਕੇ ਸਾਨੂੰ ਪਤਾ x ਸਕੁਅਰ -y ਸਕੁਅਰ ਦੇ ਨਾਲ ਸਾਡੇ ਕੋਲ ਆਇਟਾ ਨਹੀਂ ਲੱਗਿਆ, ਇਸ ਕਰਕੇ ਮੈਂ ਉਹਨੂੰ ਬ੍ਰੈਕਟ 'ਚ ਲਿਖ ਲਿਆ। 2xy ਦੇ ਨਾਲ ਸਾਡੇ ਕੋਲ ਆਇਟਾ ਲੱਗਿਆ, ਇਸ ਕਰਕੇ ਮੈਂ ਉਹਨੂੰ ਬ੍ਰੈਕਟ 'ਚ ਲਿਖ ਲਿਆ। ਇਹ ਸਾਡੇ ਕੋਲ ਇਸ ਸਾਈਡ ਦਾ ਇਮੈਜਨਰੀ ਪਾਰਟ ਹੈ, ਇਮੈਜਨਰੀ ਪਾਰਟ। ਆ ਸਾਡੇ ਕੋਲ x ਸਕੁਅਰ -y ਸਕੁਅਰ ਕੀ ਹੈ, ਰੀਅਲ ਪਾਰਟ ਹੈ ਕੰਪਲੈਕਸ ਨੰਬਰ ਦਾ।
ਤੇ ਅਗਰ ਇਧਰਲੀ ਦੂਸਰੀ ਸਾਈਡ ਦੀ ਗੱਲ ਕਰੀਏ ਰਾਈਟ ਹੈਂਡ ਸਾਈਡ ਤੇ ਤਾਂ -48 ਸਾਡੇ ਕੋਲ ਕੀ ਹੈ ਰੀਅਲ ਪਾਰਟ ਤਾਂ ਤੇ -14 ਸਾਡੇ ਕੋਲ ਕੀ ਹੈ ਇਮੈਜਨਰੀ ਪਾਰਟ। ਤਾਂ ਅਸੀਂ ਕੀ ਕਰਾਂਗੇ ਹੁਣ ਰਾਜੇ ਦੋਨਾਂ ਸਾਈਡ ਤੇ ਕੰਪੇਅਰ ਕਰਾਂਗੇ ਰੀਅਲ ਤੇ ਇਮੈਜਨਰੀ ਪਾਰਟਸ ਨੂੰ। ਤਾਂ ਕੰਪੇਅਰ ਕਰਨ ਤੇ ਸਾਡੇ ਕੋਲ ਕੀ ਆ ਗਿਆ, ਕੰਪੇਅਰ ਕਰਨ ਤੇ ਸਾਡੇ ਕੋਲ ਆ ਗਿਆ ਜੀ, ਕੰਪੇਅਰ ਕਰਨ ਤੇ ਸਾਡੇ ਕੋਲ -48 ਜੋ ਹੈ ਉਹ ਬਰਾਬਰ ਆ ਗਿਆ x² - y² ਦੇ। ਇਹਨੂੰ ਮੈਂ ਸੈਕੰਡ ਇਕੁਏਸ਼ਨ ਲਿਖ ਲੈਣਾ, ਇਹ ਸਾਡੇ ਕੋਲ ਰੀਅਲ ਪਾਰਟ ਆ ਗਿਆ। ਤੇ ਇਮੈਜਨਰੀ ਪਾਰਟ ਕੰਪੇਅਰ ਕਰਨ ਤੇ ਸਾਡੇ ਕੋਲ ਕੀ ਟਰਮ ਆ ਗਈ, ਉਹ ਆ ਗਈ ਰਾਜੇ -14 = 2xy ਦੇ। ਇਹਨੂੰ ਮੈਂ ਥਰਡ ਇਕੁਏਸ਼ਨ ਲਿਖ ਲਿਆ। ਅਗਰ ਮੈਂ 2xy ਦਾ ਸਕੇਅਰ ਕਰਦਾ ਤੇ ਦੋਨਾਂ ਸਾਈਡ ਤੇ ਥਰਡ ਇਕੁਏਸ਼ਨ ਦਾ ਸਕੇਅਰ ਕਰਦਾ ਤਾਂ ਸਾਡੇ ਕੋਲ ਕੀ ਆ ਜਾਊਗਾ 2xy ਦਾ ਸਕੇਅਰ ਬਰਾਬਰ ਕਿਹਦੇ ਆ ਜੂ -14 ਦੇ ਸਕੇਅਰ ਦੇ। ਠੀਕ ਹੈ ਜੀ, ਇੰਪਲਾਈਜ਼ ਦੈਟ 2xy ਦਾ ਸਕੇਅਰ ਕਰਕੇ ਕਿੰਨਾ ਆ ਗਿਆ 4x² y² ਕਿਹਦੇ ਬਰਾਬਰ ਆ ਗਿਆ 14 ਦੇ ਸਕੇਅਰ ਦੇ ਬਰਾਬਰ ਆ ਗਿਆ। ਇਹਦੀ ਵਰਤੋਂ ਵੀ ਅਸੀਂ ਅੱਗੇ ਕਰਾਂਗੇ, ਇਸੇ ਕਰਕੇ ਮੈਂ ਸਕੇਅਰ ਕਰ ਲਿਆ। ਤੁਸੀਂ ਇਸ ਸਟੈਪ ਨੂੰ ਨਹੀਂ ਯਾਦ ਰੱਖਣਾ ਤਾਂ ਤੁਸੀਂ ਅੱਗੇ ਆਟੋਮੈਟਿਕਲੀ ਇਸ ਨੂੰ ਸਕੇਅਰ ਕਰ ਲਓਗੇ। ਤਾਂ ਰਾਜੇ ਹੁਣ ਅਸੀਂ ਕੀ ਦੇਖਿਆ ਰੀਅਲ ਤੇ ਇਮੈਜਨਰੀ ਪਾਰਟ ਨੂੰ ਕੰਪੇਅਰ ਕਰਕੇ ਸਾਡੇ ਕੋਲ ਦੋ ਇਕੁਏਸ਼ਨਸ ਜਿਹੜੀਆਂ ਉਹ ਬਣ ਗਈਆਂ। ਇੱਕ ਤਾਂ x² - y² ਦੀ ਵੈਲਿਊ ਆ ਗਈ ਆਪਣੇ ਕੋਲ -48 ਤੇ ਦੂਜਾ 2xy ਦੀ ਵੈਲਿਊ ਆ ਗਈ -14। ਰਾਜੇ ਇੱਕ ਆਈਡੈਂਟਿਟੀ ਜਿਹੜੀ ਅਸੀਂ ਯੂਜ਼ ਕੀਤੀ ਹੋਣੀ ਹੈ ਕਦੇ ਨਾ ਕਦੇ, ਉਹ ਇਹ ਹੈ ਕਿ a + b ਦਾ ਹੋਲ ਸਕੇਅਰ ਬਰਾਬਰ ਹੈ a - b ਦੇ ਹੋਲ ਸਕੇਅਰ ਪਲੱਸ 4ab ਦੇ। ਇਹ ਆਈਡੈਂਟਿਟੀ ਅਸੀਂ ਕਦੇ ਨਾ ਕਦੇ ਯੂਜ਼ ਕੀਤੀ ਹੋਣੀ ਹੈ। ਤਾਂ ਇਸ ਆਈਡੈਂਟਿਟੀ ਦੇ ਵਿੱਚ ਅਗਰ ਮੈਂ a ਦੀ ਜਗ੍ਹਾ ਤੇ x² ਪੁੱਟ ਕਰਦਾ ਤੇ b ਦੀ ਜਗ੍ਹਾ ਤੇ y² ਪੁੱਟ ਕਰਦਾ ਤਾਂ ਮੇਰੇ ਕੋਲ ਕੀ ਬਣ ਜਾਏਗਾ, ਮੇਰੇ ਕੋਲ ਬਣ ਜਾਏਗਾ x² + y² ਦਾ ਹੋਲ ਸਕੇਅਰ ਬਰਾਬਰ ਹੈ x² - y² ਦਾ ਹੋਲ ਸਕੇਅਰ ਪਲੱਸ 4 × x² × y² ਦੇ। ਮੈਂ ਕਿਉਂ a ਦੀ ਜਗ੍ਹਾ x² ਪੁੱਟ ਕੀਤਾ, b ਦੀ ਜਗ੍ਹਾ y² ਪੁੱਟ ਕੀਤਾ, ਕਿਉਂਕਿ ਰਾਜੇ ਮੇਰੇ ਕੋਲ x² - y² ਦੀ ਵੈਲਿਊ ਆਲਰੇਡੀ ਜਿਹੜੀ ਆ ਚੁੱਕੀ ਹੈ। ਮੈਨੂੰ x² + y² ਦੀ ਵੈਲਿਊ ਜਿਹੜੀ ਆ ਉਹ ਫਾਈਂਡ ਆਊਟ ਕਰਨੀ ਹੈ ਤਾਂ ਕਿ ਮੈਂ ਅੱਗੇ ਜਿਹੜਾ x ਤੇ y ਦੀ ਜਿਹੜੀ ਵੈਲਿਊਜ਼ ਹੈ ਉਹਨੂੰ ਫਾਈਂਡ ਆਊਟ ਕਰ ਸਕਾਂ। ਤੇ ਇਕੁਏਸ਼ਨ 1 ਦੇ ਵਿੱਚ ਅਗਰ ਮੈਂ x ਤੇ y ਦੀ ਵੈਲਿਊ ਸਬਸਟੀਟਿਊਟ ਕਰਤੀ ਤਾਂ ਆਪਣੇ ਕੋਲ ਜਿਹੜਾ ਉਹ ਸਕੁਅਰ ਰੂਟ ਆ ਜਾਵੇਗਾ -48 - 14 ਆਈਟਾ ਦਾ। ਤਾਂ ਇਸੇ ਕਰਕੇ ਜਿਹੜਾ ਹੈ ਮੈਂ x² + y² ਫਾਈਂਡ ਆਊਟ ਕਰਨ ਲਈ a ਦੀ ਜਗ੍ਹਾ ਤੇ x² ਤੇ b ਦੀ ਜਗ੍ਹਾ ਤੇ y² ਸਬਸਟੀਟਿਊਟ ਕੀਤਾ ਇਸ ਆਈਡੈਂਟਿਟੀ ਦੇ ਵਿੱਚ। ਤਾਂ ਹੁਣ ਅਸੀਂ ਕੀ ਕਰਾਂਗੇ ਵੈਲਿਊ ਸਬਸਟੀਟਿਊਟ ਕਰਾਂਗੇ ਕਿੱਥੋਂ ਫਰੋਮ ਸੈਕਿੰਡ ਤੇ ਥਰਡ ਨੂੰ। ਜਦੋਂ ਅਸੀਂ ਸਕੁਅਰ ਕਿਉਂ ਕੀਤਾ ਸੀ ਤਾਂ ਇੱਥੇ ਆਪਣੇ ਕੋਲ ਰਾਜੇ ਕੀ ਬਣ ਰਿਹਾ 4x² y² ਬਣ ਰਿਹਾ। ਤਾਂ ਇਸੇ ਕਰਕੇ ਮੈਂ ਥਰਡ ਇਕੁਏਸ਼ਨ ਦਾ ਸਕੁਅਰ ਕਰਤਾ ਤਾਂ ਕਿ ਅੱਗੇ ਜਾ ਕੇ 4x² y² ਦੀ ਵੈਲਿਊ ਜਦੋਂ ਮੈਂ ਸਬਸਟੀਟਿਊਟ ਕਰਾਂ ਤਾਂ ਮੈਨੂੰ ਜਿਹੜਾ ਉਹ ਈਜ਼ੀ ਰਵੇ। ਤਾਂ x² + y² ਦੀ ਵੈਲਿਊ ਆਪਣੇ ਕੋਲ ਕਿੰਨੀ ਆ ਜਾਵੇਗੀ x² + y² ਦਾ ਹੋਲ ਸਕੁਅਰ ਬਰਾਬਰ ਕਿਹਦੇ ਹੈ x² - y² ਦੀ ਵੈਲਿਊ ਆਪਣੇ ਕੋਲ ਕਿੰਨੀ ਹੈ -48 ਉਹਦਾ ਕਰ ਦੇਣਾ ਸਕੁਅਰ ਪਲੱਸ 4x² y² ਕਿੰਨਾ ਆ ਗਿਆ ਆਪਣੇ ਕੋਲ, ਉਹ ਆ ਗਿਆ ਰਾਜੇ 14 ਦਾ ਸਕੁਅਰ। ਤਾਂ 48 ਦਾ ਸਕੁਅਰ ਕਰਨ ਤੇ ਕਿੰਨਾ ਆਇਆ ਸਾਡੇ ਕੋਲ, ਉਹ ਆਇਆ 2304 ਤੇ 14 ਦਾ ਸਕੁਅਰ ਕਰਕੇ ਕਿੰਨਾ ਆਇਆ ਆਪਣੇ ਕੋਲ, ਉਹ ਆਇਆ ਰਾਜੇ 196। ਤਾਂ ਟੋਟਲ ਆਪਣੇ ਕੋਲ ਕਿੰਨਾ ਆ ਚੁੱਕਿਆ, ਉਹ ਆ ਗਿਆ 2500 ਟੋਟਲ ਆਪਣੇ ਕੋਲ ਆ ਗਿਆ। ਤਾਂ ਰਾਜੇ ਇੱਥੋਂ x² + y² ਦੇ ਹੋਲ ਸਕੁਅਰ ਦੀ ਵੈਲਿਊ ਕਿੰਨੀ ਆ ਗਈ 2500। ਦੋਨਾਂ ਸਾਈਡ ਤੇ ਅਗਰ ਮੈਂ ਸਕੁਅਰ ਰੂਟ ਲੈ ਲੈਣਾ ਤਾਂ ਮੇਰੇ ਕੋਲ x² + y² ਬਚੂਗਾ ਕਿਉਂਕਿ ਸਕੁਅਰ ਨਾਲ ਸਕੁਅਰ ਰੂਟ ਕੈਂਸਲ ਹੋ ਜੂ ਤੇ 2500 ਦਾ ਸਕੁਅਰ ਰੂਟ ਕਿੰਨਾ ਹੁੰਦਾ ਹੈ 2500 ਦਾ ਸਕੁਅਰ ਰੂਟ ਸਾਡੇ ਕੋਲ ਹੁੰਦਾ ਹੈ ਰਾਜੇ 50। ਤਾਂ ਰਾਜੇ ਮੇਰੇ ਕੋਲ ਜਿਹੜੀ ਹੈ ਫੋਰਥ ਇਕੁਏਸ਼ਨ ਆ ਚੁੱਕੀ ਹੈ ਜਿਹਦੇ ਵਿੱਚ ਮੇਰੇ ਕੋਲ x² ਤੇ y² ਦੀ ਵੈਲਿਊ ਵੀ ਫਾਈਂਡ ਆਊਟ ਮੈਂ ਕਰ ਲਈ ਹੈ ਤੇ x² - y² ਦੀ ਵੈਲਿਊ ਜਿਹੜੀ ਆਲਰੇਡੀ ਮੈਂ ਸੈਕੰਡ ਇਕੁਏਸ਼ਨ ਦੇ ਵਿੱਚ ਫਾਈਂਡ ਆਊਟ ਕਰਕੇ ਲਿਖ ਲਈ ਸੀ। ਅਸੀਂ ਹੁਣ ਕੀ ਕਰਾਂਗੇ, ਅਸੀਂ ਕਰ ਦਾਂਗੇ ਐਡ ਸੈਕਿੰਡ ਤੇ ਫੋਰਥ ਇਕੁਏਸ਼ਨ ਨੂੰ। ਜਦੋਂ ਅਸੀਂ ਸੈਕਿੰਡ ਤੇ ਫੋਰਥ ਇਕੁਏਸ਼ਨ ਨੂੰ ਐਡ ਕਰਾਂਗੇ ਰਾਜੇ ਤਾਂ ਸਾਡੇ ਕੋਲ ਆ ਜਾਏਗਾ 2x² ਬਰਾਬਰ ਹੈ 2 ਦੇ। ਤਾਂ ਇੰਪਲਾਈਜ਼ ਦੈਟ ਇੱਥੋਂ ਅਸੀਂ x² ਦੀ ਵੈਲਿਊ ਕਿੰਨੀ ਫਾਈਂਡ ਆਊਟ ਕਰ ਲਈ 1 ਤੇ ਆਪਣੇ ਕੋਲ x ਕਿੰਨਾ ਆ ਗਿਆ, ਉਹ ਆ ਗਿਆ +-1। ਤਾਂ x ਦੀਆਂ ਸਾਡੇ ਕੋਲ ਦੋ ਵੈਲਿਊਜ਼ ਆ ਗਈਆਂ, ਇੱਕ ਤਾਂ +1 ਤੇ ਇੱਕ ਕਿੰਨੀ ਆ ਗਈ -1 ਆ ਗਈ। ਰਾਜੇ ਤੁਸੀਂ ਅਗਰ ਧਿਆਨ ਦਿੱਤਾ ਹੋਵੇ ਤਾਂ ਜਿਹੜੀ ਫੋਰਥ ਇਕੁਏਸ਼ਨ ਹੈ, ਫੋਰਥ ਇਕੁਏਸ਼ਨ 'ਚ ਜਦੋਂ ਅਸੀਂ x² + y² ਦਾ ਹੋਲ ਸਕੁਅਰ ਸਾਡੇ ਕੋਲ 2500 ਆ ਗਿਆ ਸੀ
ਤੇ ਜਦੋਂ ਮੈਂ x ਸਕੁਅਰ ਪਲੱਸ y ਸਕੁਅਰ ਦੀ ਵੈਲਿਊ ਫਾਈਂਡ ਆਊਟ ਕੀਤੀ ਤਾਂ ਮੈਂ ਇੱਥੇ ਪਲੱਸ 50 ਲਿਖਿਆ ਸੀ, ਜਦ ਕਿ ਮੈਨੂੰ ਇੱਥੇ ਪਲੱਸ ਮਾਈਨਸ 50 ਲਿਖਣਾ ਚਾਹੀਦਾ ਸੀ, ਪਰ ਮੈਂ ਫਿਰ ਵੀ ਇੱਥੇ ਪਲੱਸ 50 ਲਿਖਿਆ। ਉਹਦਾ ਕੀ ਰੀਜ਼ਨ ਹੈ? ਉਹਦਾ ਰੀਜ਼ਨ ਇਹ ਹੈ ਰਾਜੇ ਕਿ ਜਿਹੜਾ ਸਾਡੇ ਕੋਲ ਐਕਸ ਸਕੁਅਰ ਪਲੱਸ ਐਕਸ ਸਕੁਅਰ ਤੇ ਵਾਈ ਸਕੁਅਰ ਨੇ ਨਾ, ਐਕਸ ਸਕੁਅਰ ਤੇ ਵਾਈ ਸਕੁਅਰ ਸਾਡੇ ਕੋਲ ਨੋਨ ਨੈਗੇਟਿਵ ਨੰਬਰਸ ਨੇ, ਨੋਨ ਨੈਗੇਟਿਵ ਨੇ ਇਹ ਦੋਨੇ, ਇਹਨਾਂ ਦੀ ਵੈਲਿਊ ਨੈਗੇਟਿਵ ਨਹੀਂ ਆ ਸਕਦੀ, ਇਸੇ ਕਰਕੇ -50 ਇਹਨਾਂ ਦੀ ਪੋਸੀਬਲ ਵੈਲਿਊ ਹੋ ਹੀ ਨਹੀਂ ਸਕਦੀ। ਇਸੇ ਕਰਕੇ ਮੈਂ ਐਕਸ ਸਕੁਅਰ ਪਲੱਸ ਵਾਈ ਸਕੁਅਰ ਦੀ ਵੈਲਿਊ ਜਿਹੜੀ ਆ ਉਹ ਪਲੱਸ 50 ਲਿੱਤੀ, ਤੇ ਜਦ ਕਿ ਮੈਂ ਐਕਸ ਸਕੁਅਰ ਇਜ਼ ਇਕੁਅਲ ਟੂ 1 ਤੋਂ ਬਾਅਦ ਜਦੋਂ ਐਕਸ ਦੀ ਵੈਲਿਊਜ਼ ਫਾਈਂਡ ਆਊਟ ਕੀਤੀਆਂ ਉਹ ਆ ਗਈ +-1, ਕਿਉਂਕਿ ਸਿੰਗਲ ਐਕਸ ਦੀ ਪਾਵਰ 1 ਦੀ ਵੈਲਿਊ ਤਾਂ +-1 ਹੋ ਸਕਦੀ ਹੈ, ਲੇਕਿਨ ਐਕਸ ਸਕੁਅਰ ਦੀ ਵੈਲਿਊ ਨੈਗੇਟਿਵ ਨਹੀਂ ਹੋ ਸਕਦੀ ਤੇ ਵਾਈ ਸਕੁਅਰ ਦੀ ਵੈਲਿਊ ਵੀ ਨੈਗੇਟਿਵ ਜਿਹੜਾ ਉਹ ਨਹੀਂ ਹੋ ਸਕਦੀ, ਇਸੇ ਕਰਕੇ ਜਿਹੜਾ ਉੱਥੇ ਮੈਂ +50 ਚੂਜ਼ ਕੀਤਾ। ਹੁਣ ਸਾਡੇ ਕੋਲ ਐਕਸ ਦੀਆਂ ਦੋ ਵੈਲਿਊਜ਼ ਆ ਚੁੱਕੀਆਂ ਨੇ, ਇੱਕ ਤਾਂ +1 ਤੇ ਇੱਕ -1, ਤੇ ਉਹ ਵੈਲਿਊ ਕਿਸ ਤਰ੍ਹਾਂ ਹੈ? ਸੈਕਿੰਡ ਤੇ ਫੋਰਥ ਨੂੰ ਐਡ ਕਰਕੇ। ਇੱਥੇ ਰਾਜੇ ਇੱਕ ਬਹੁਤ ਵੱਡਾ ਨਾ ਧਿਆਨ ਦੇਣ ਵਾਲੀ ਗੱਲ ਹੈ, ਚੇਤਾਵਨੀ, ਇੱਕ ਬਹੁਤ ਗਲਤੀ ਕਰ ਦਿੰਦੇ ਹਾਂ ਅਸੀਂ, ਉਹ ਇਹ ਹੈ ਕਿ ਇਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਅਸੀਂ ਪਹਿਲਾਂ ਐਡ ਕਰਕੇ ਐਕਸ ਦੀ ਵੈਲਿਊ ਫਾਈਂਡ ਆਊਟ ਕਰ ਲਈ, ਤੇ ਜੇ ਤੁਸੀਂ ਸੈਕਿੰਡ ਤੇ ਫੋਰਥ ਇਕੁਏਸ਼ਨ ਨੂੰ ਦੇਖੋ ਤੇ ਜੇ ਸੈਕਿੰਡ ਤੇ ਫੋਰਥ ਨੂੰ ਅਸੀਂ ਸਬਟਰੈਕਟ ਕਰ ਦਈਏ ਤਾਂ ਸਾਡੇ ਕੋਲ y ਦੀ ਵੈਲਿਊ ਆ ਜਾਊਗੀ, ਤੇ ਜਿਹੜੀ ਸਬਟਰੈਕਟ ਕਰਕੇ ਸੈਕਿੰਡ ਤੇ ਫੋਰਥ ਨੂੰ ਸਾਡੇ ਕੋਲ ਜਿਹੜੀ y ਦੀ ਵੈਲਿਊ ਆਊਗੀ ਉਹ ਵੀ ਰਾਜੇ ਪਲੱਸ ਮਾਈਨਸ ਚ ਆਊਗੀ। ਹੁਣ ਤੁਸੀਂ ਸਪੋਜ਼ ਸੈਕਿੰਡ ਤੇ ਫੋਰਥ ਨੂੰ ਸਬਟਰੈਕਟ ਕਰ ਦਿਆ, ਇਹ ਧਿਆਨ ਰੱਖਣਾ ਰਾਜੇ, ਇਸ ਕੁਐਸਚਨ ਦੇ ਤੌਰ ਤੇ ਯੂਜ਼ ਕਰਿਓ ਸਟੇਟਮੈਂਟ ਨੂੰ, ਕਿ ਇੱਥੇ ਧਿਆਨ ਦੇਣਾ ਹੈ ਕਿ ਅਸੀਂ ਸਬਟਰੈਕਟ ਨਹੀਂ ਕਰਨਾ, ਐਡ ਕਰਨ ਤੋਂ ਬਾਅਦ ਅਸੀਂ ਦੋਨਾਂ ਇਕੁਏਸ਼ਨ ਨੂੰ ਸਬਟਰੈਕਟ ਨਹੀਂ ਕਰਨਾ। ਕਿਉਂ ਨਹੀਂ ਕਰਨਾ ਮੈਂ ਉਹ ਦੱਸ ਰਿਹਾ। ਹੁਣ ਰਾਜੇ ਐਕਸ ਦੀਆਂ ਦੋ ਵੈਲਿਊਜ਼ ਆ ਗਈਆਂ, ਕਿਹੜੀਆਂ? +1 ਤੇ -1, ਤੁਸੀਂ ਦੂਜੀ ਤੇ ਚੌਥੀ ਇਕੁਏਸ਼ਨ ਨੂੰ ਵੀ ਸਬਟਰੈਕਟ ਕਰਤਾ, y ਦੀਆਂ ਵੀ ਤੁਹਾਡੇ ਕੋਲ ਦੋ ਵੈਲਿਊ ਆ ਗਈਆਂ, ਇੱਕ ਪਲੱਸ ਦੀ ਇੱਕ ਮਾਈਨਸ ਦੀ। ਹੁਣ ਰਾਜੇ y ਦੀ ਵੀ ਤੁਹਾਡੇ ਕੋਲ ਦੋ ਵੈਲਿਊ ਆ ਗਈਆਂ, x ਦੀਆਂ ਵੀ ਤੁਹਾਡੇ ਕੋਲ ਦੋ ਵੈਲਿਊ ਆ ਗਈਆਂ, ਤੁਹਾਨੂੰ ਕਿਵੇਂ ਪਤਾ ਲੱਗੂ ਵੀ ਪਲੱਸ ਵਾਲੀ ਪਲੱਸ ਨਾਲ ਲਗਾਉਣੀ ਹੈ, ਫਿਰ ਪਲੱਸ ਵਾਲੀ ਤੁਸੀਂ ਮਾਈਨਸ ਨਾਲ ਵੀ ਲਗਾਉਣੀ ਹੈ, ਫਿਰ ਮਾਈਨਸ ਵਾਲੀ ਵੈਲਿਊ ਨੂੰ ਪਲੱਸ ਵਾਲੀ ਐਕਸ ਦੇ ਨਾਲ ਵੀ ਰੱਖਣਾ ਹੈ, ਤੇ ਫਿਰ ਮਾਈਨਸ ਵਾਲੀ ਵੈਲਿਊ ਨੂੰ ਮਾਈਨਸ ਐਕਸ ਦੇ ਨਾਲ ਵੀ ਰੱਖਣਾ ਹੈ। ਤਾਂ ਇੱਥੇ ਤਾਂ ਆਪਣੇ ਕੋਲ ਟੋਟਲ 4 ਵੈਲਿਊਜ਼ ਬਣ ਗਈਆਂ, 4 ਵੈਲਿਊਜ਼ ਬਣ ਗਏ, ਜਦ ਕਿ ਆਪਾਂ ਨੂੰ ਸਿਰਫ ਦੋ ਵੈਲਿਊਜ਼ ਚਾਹੀਦੀਆਂ ਨੇ। ਤਾਂ ਆਪਾਂ ਨੂੰ ਇੱਥੇ ਪਤਾ ਹੀ ਨਹੀਂ, ਕਨਫਿਊਜ਼ ਹੋ ਜਾਣਾ ਵੀ ਕਿਹੜੀਆਂ ਦੋ ਵੈਲਿਊਜ਼ ਅਸੀਂ ਰੱਖੀਏ, ਕਿਉਂਕਿ ਆਪਸ਼ਨ ਦੇ ਵਿੱਚ ਤਾਂ ਪਲੱਸ ਮਾਈਨਸ ਦੇ ਰੱਖਿਆ, ਦੋ ਵੈਲਿਊ ਦੇ ਰੱਖੀਆਂ, ਤਾਂ ਅਸੀਂ ਇੱਥੇ ਕਨਫਿਊਜ਼ ਹੋ ਜਾਵਾਂਗੇ ਵੀ ਕਿਹੜੀ ਦੋ ਵੈਲਿਊਜ਼ ਰੱਖੀਏ, ਕਿਹੜੀ ਦੋ ਵੈਲਿਊਜ਼ ਨੂੰ ਅਸੀਂ ਛੱਡੀਏ। ਤਾਂ ਇਸੇ ਕਰਕੇ ਰਾਜੇ ਜਿਹੜਾ ਹੈ ਤੁਸੀਂ ਸਬਟਰੈਕਟ ਨਹੀਂ ਕਰਨਾ ਐਡ ਕਰਨ ਤੋਂ ਬਾਅਦ ਇਕੁਏਸ਼ਨ ਨੂੰ, ਤੁਸੀਂ ਕੀ ਕਰਨਾ ਹੈ, ਐਕਸ ਵਾਈ ਦੀ ਵੈਲਿਊ ਫਿਰ ਅਸੀਂ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ ਜੇ ਸਬਟਰੈਕਟ ਨਹੀਂ ਕਰਨਾ, ਤਾਂ ਅਸੀਂ ਇੱਥੇ ਵਾਈ ਦੀ ਵੈਲਿਊ ਫਾਈਂਡ ਆਊਟ ਕਰਾਂਗੇ ਜਿਹੜੀ ਸਾਡੇ ਕੋਲ ਥਰਡ ਐਕਸਪ੍ਰੈਸ਼ਨ ਹੈ, ਇਹਨੂੰ ਯੂਜ਼ ਕਰਕੇ ਅਸੀਂ ਜਿਹੜਾ ਹੈ ਉਹ y ਦੀ ਵੈਲਿਊ ਫਾਈਂਡ ਆਊਟ ਕਰਾਂਗੇ। ਕਿਸ ਤਰ੍ਹਾਂ? ਹੁਣ ਰਾਜੇ ਸਭ ਤੋਂ ਪਹਿਲਾਂ ਜਦੋਂ ਸਾਡੇ ਕੋਲ x ਦੀ ਵੈਲਿਊ +1 ਹੈ ਤੇ ਜਦੋਂ ਸਾਡੇ ਕੋਲ x ਦੀ ਵੈਲਿਊ -1 ਹੈ, ਇਹ ਦੋ ਕੇਸ ਬਣ ਗਏ। ਜਦੋਂ x ਦੀ ਵੈਲਿਊ 1 ਹੈ ਤਾਂ ਉਦੋਂ ਅਸੀਂ ਫਰੋਮ ਥਰਡ ਇਕੁਏਸ਼ਨ ਤੋਂ x ਦੀ ਵੈਲਿਊ ਜਿਹੜੀ ਹੈ 1 ਪੁੱਟ ਕਰ ਦਾਂਗੇ, ਤਾਂ ਆਪਣੇ ਕੋਲ ਕਿੰਨਾ ਆ ਜੂ -14 = 2y ਦੇ, ਤੇ y ਕਿੰਨਾ ਆ ਜੂਗਾ ਆਪਣੇ ਕੋਲ -7। ਤਾਂ ਆਪਾਂ ਕਹਾਂਗੇ ਜਦੋਂ x +1 ਹੈ y ਕਿੰਨਾ ਹੈ -7, ਕਿੰਨਾ ਈਜ਼ੀ ਹੋ ਗਿਆ। ਤੇ x ਜਦੋਂ -1 ਹੈ ਤਾਂ ਅਸੀਂ ਕਹਾਂਗੇ ਫਰੋਮ ਥਰਡ ਤੀਜੀ ਇਕੁਏਸ਼ਨ ਤੋਂ x -1 ਜਿਹੜਾ ਤੀਜੀ ਇਕੁਏਸ਼ਨ 'ਚ ਸਬਸਟੀਟਿਊਟ ਕਰਤਾ, -14 = 2 -1 y, ਤਾਂ ਕਿੰਨਾ ਆ ਗਿਆ -14 = -2y, ਮਾਈਨਸ ਨਾਲ ਮਾਈਨਸ ਕੈਂਸਲ ਆਊਟ, ਤਾਂ y ਕਿੰਨਾ ਆ ਗਿਆ ਰਾਜਾ ਆਪਣੇ ਕੋਲ +7। ਤਾਂ ਆਪਾਂ ਕਹਾਂਗੇ ਕਿ ਜਦੋਂ x -1 ਹੈ y ਕਿੰਨਾ ਹੈ +7, ਤਾਂ ਆਪਣੇ ਕੋਲ ਦੋ ਪੇਅਰ x ਤੇ y ਦੀ ਵੈਲਿਊਜ਼ ਦੇ ਆ ਗਏ। ਤਾਂ ਰਾਜੇ ਸਾਡੇ ਕੋਲ ਜਿਹੜੇ ਆ ਦੋ ਪੋਸੀਬਲ ਵੈਲਿਊਜ਼ ਜਿਹੜੀਆਂ x, y ਦੀਆਂ ਆ ਗਈਆਂ, ਤਾਂ ਦੋ ਪੇਅਰ ਸਾਡੇ ਕੋਲ ਬਣ ਗਏ, ਕਿਹੜੇ? x ਜਦੋਂ 1 ਹੈ ਤਾਂ y ਕਿੰਨਾ ਹੈ -7, ਤੇ ਦੂਜਾ ਪੇਅਰ ਕੀ ਹੈ ਸਾਡੇ ਕੋਲ, x ਜਦੋਂ -1 ਹੈ ਤਾਂ y ਕਿੰਨਾ ਹੈ ਉਹ ਆਪਣੇ ਕੋਲ 7 ਆਗਾ। ਤਾਂ ਰਾਜੇ ਆਪਾਂ ਫਰੋਮ ਫਸਟ ਇਕੁਏਸ਼ਨ, ਪਹਿਲੀ ਇਕੁਏਸ਼ਨ ਸਾਡੇ ਕੋਲ ਕੀ ਸੀਗੀ, ਉਹ ਸੀਗੀ ਕਿ ਸਕੁਅਰ ਰੂਟ ਆਫ -48 -14 ਆਇਟਾ ਬਰਾਬਰ ਹੈ x + ਆਇਟਾ y ਦੇ, ਇਹ ਸਾਡੇ ਕੋਲ ਫਸਟ ਐਕਸਪ੍ਰੈਸ਼ਨ ਸੀਗੀ। ਤਾਂ ਇਹਦੇ ਵਿੱਚ ਅਸੀਂ x ਤੇ y ਦੀ ਵੈਲਿਊ ਸਬਸਟੀਟਿਊਟ ਕਰ ਦਾਂਗੇ, ਤਾਂ ਆਪਣੇ ਕੋਲ ਜਿਹੜਾ ਸਕੁਅਰ ਰੂਟ ਹੈ ਇਸ ਵੈਲਿਊ ਦਾ, ਇਸ ਐਕਸਪ੍ਰੈਸ਼ਨ ਦਾ ਕੀ ਆ ਜਾਵੇਗਾ, ਉਹ ਆ ਜਾਵੇਗਾ -1 + 7 ਆਇਟਾ, ਜਾਂ ਫਿਰ -1 + 7 ਆਇਟਾ ਜਦੋਂ x -1 ਹੈ ਤੇ y 7 ਹੈ, ਤੇ ਦੂਜਾ ਕੀ ਆ ਜਾਵੇਗਾ, ਉਹ ਆ ਜਾਵੇਗਾ 1 - 7 ਆਇਟਾ, x ਜਦੋਂ ਸਾਡੇ ਕੋਲ 1 ਹੈ ਤੇ y -7 ਹੈ। ਤਾਂ ਇਹ ਦੋ ਵੈਲਿਊਜ਼ ਆ ਗਈਆਂ ਸਾਡੇ ਕੋਲ,
ਸਕੇਅਰ ਰੂਟ ਦੀਆਂ। ਲੇਕਿਨ ਹੁਣ ਰਾਜੇ ਆਪਾਂ ਨੂੰ ਜਿਹੜਾ MCQs ਹੈ ਉਸ ਦੇ ਵਿੱਚ ਆਪਸ਼ਨ ਦਿੱਤੀਆਂ ਹੋਣੀਆਂ, ਉਹ ਆਪਸ਼ਨ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਆਪਸ਼ਨ ਸੀਗੀਆਂ, ਉਹ ਸੀਗੀਆਂ +-1 -7 ਆਈਟਾ, +-1 +7 ਆਈਟਾ, 1 -7 ਆਈਟਾ, ਇੱਦਾਂ ਦੀਆਂ ਸਾਨੂੰ ਵੈਲਿਊਜ਼ ਦਿੱਤੀਆਂ ਹੋਈਆਂ ਸੀ। ਤਾਂ ਉਹਨਾਂ ਵਰਗਾ ਅਸੀਂ ਰਿਜ਼ਲਟ ਬਣਾਉਣਾ ਹੈ। ਰਿਜ਼ਲਟ ਤਾਂ ਇਹ ਵੀ ਸਹੀ ਹੈ, ਲੇਕਿਨ ਅਸੀਂ ਮੈਚ ਕਰਨਾ ਹੈ MCQs ਦੀ ਆਪਸ਼ਨ ਦੇ ਨਾਲ। ਤਾਂ ਉਹਨੂੰ ਲਿਖਣ ਦਾ ਤਰੀਕਾ ਕੀ ਹੈ ਉਹ ਸੁਣ ਲਓ। ਹੁਣ ਰਾਜੇ ਜਦੋਂ x ਦੀ ਵੈਲਿਊ, ਜਿਹੜੀ ਆਪਸ਼ਨ ਦੇ ਵਿੱਚ x ਦੀ ਵੈਲਿਊ ਪੋਜ਼ਿਟਿਵ ਹੈ, ਇਸ ਆਪਸ਼ਨ ਦੇ ਵਿੱਚ x ਦੀ ਵੈਲਿਊ ਕੀ ਹੈ ਸਾਡੇ ਕੋਲ ਪੋਜ਼ਿਟਿਵ ਹੈ, ਜਿਹੜੀ ਆਹ ਪਹਿਲੀ ਆਪਸ਼ਨ ਹੈ। ਇਹਨੂੰ ਲਿਖ ਲਓ ਪਹਿਲਾਂ 1 - 7 ਲਿਖ ਲਿਆ। ਤਾਂ 1 - 7 ਆਇਟਾ, ਇੱਥੇ ਆਇਟਾ ਹੋਊਗਾ ਰਾਜੇ, ਕਿਉਂਕਿ ਇਹ ਸਾਡੇ ਕੋਲ ਇਮੈਜਨਰੀ ਪਾਰਟ ਨੂੰ ਰਿਪਰੈਜ਼ੈਂਟ ਕਰ ਰਿਹਾ 7, ਕਿਉਂਕਿ y ਇਮੈਜਨਰੀ ਪਾਰਟ ਹੈ ਨਾ ਇੱਥੇ, ਤੇ x ਆਪਣੇ ਕੋਲ ਰੀਅਲ ਪਾਰਟ। ਤਾਂ 7 ਨਾਲ ਆਇਟਾ ਇਸ ਕਰਕੇ ਲਗਾਇਆ ਕਿ ਆਪਾਂ ਨੂੰ ਪਤਾ ਲੱਗ ਜੇ ਵੀ y ਦੀ ਵੈਲਿਊ 7 ਹੈ, ਕਿਉਂਕਿ ਆਇਟਾ ਦੇ ਨਾਲ ਵਾਲੀ ਵੈਲਿਊ y ਦੀ ਵੈਲਿਊ ਹੁੰਦੀ ਹੈ ਇਮੈਜਨਰੀ ਪਾਰਟ ਦੀ। ਤਾਂ ਹੁਣ ਆਪਣੇ ਕੋਲ ਕੀ ਆ ਗਿਆ ਰਾਜੇ 1 - 7 ਆਇਟਾ। ਆਪਣੇ ਕੋਲ ਪਹਿਲਾ ਆਪਸ਼ਨ ਆਈ ਸੀ, ਪਹਿਲੇ ਕੇਸ ਤੋਂ ਆਪਣੇ ਕੋਲ ਜਿਹੜਾ ਇਹ ਪੇਅਰ ਬਣਿਆ ਸੀ। ਤਾਂ ਆਪਾਂ ਕੀ ਕਵਾਂਗੇ, ਇਹਦੇ ਮੂਰੇ +- ਲਗਾ ਦਾਂਗੇ ਕਿ ਜਿਹੜੇ ਆਪਣੇ ਕੋਲ ਜਿਸ ਦੇ ਵਿੱਚ x ਦੀ ਵੈਲਿਊ ਪੋਜ਼ਿਟਿਵ ਹੈ ਉਹਨੂੰ ਲਿਖ ਲਓ, x ਦੀ ਵੈਲਿਊ ਜਿਹ 'ਚ ਪੋਜ਼ਿਟਿਵ ਹੈ ਲਿਖ ਕੇ ਉਹਦੇ ਮੂਰੇ +- ਦਾ ਸਿੰਬਲ ਲਗਾ ਦਿਓ, ਉਹ ਆਪਣੇ ਕੋਲ ਕੀ ਆ ਜਾਏਗਾ, ਆਨਸਰ ਆ ਜਾਵੇਗਾ। ਤਾਂ ਤੁਸੀਂ ਚੈੱਕ ਕਰੋਗੇ ਤਾਂ ਆਪਣੀ ਜਿਹੜੀ ਆਪਸ਼ਨ ਡੀ ਹੈ ਉਹ ਇਹਦੇ ਨਾਲ ਮੈਚ ਹੁੰਦੀ ਹੈ, ਤਾਂ ਆਪਸ਼ਨ ਡੀ ਇਹਦਾ ਜਿਹੜਾ ਸਹੀ ਆਨਸਰ ਹੈ। ਤੇ ਜੇ ਤੁਸੀਂ ਇਹਨੂੰ ਓਪਨ ਵੀ ਕਰੋਗੇ, ਇੱਕ ਵਾਰ +1 ਨਾਲ ਮਲਟੀਪਲਾਈ ਕਰ ਦਿਓ ਇਹਨੂੰ ਸਾਰੀ ਨੂੰ, ਤਾਂ ਆਪਣੇ ਕੋਲ ਕਿੰਨਾ ਆ ਗਿਆ 1 - 7 ਆਇਟਾ ਆ ਗਿਆ। ਆਪਣੀ ਆਪਸ਼ਨ ਮੈਚ ਹੋਗੀ। ਇੱਕ ਵਾਰ ਇਹਨੂੰ -1 ਨਾਲ ਮਲਟੀਪਲਾਈ ਕਰ ਦਿਓ ਤਾਂ ਕੀ ਆ ਗਿਆ -1 + 7 ਆਇਟਾ ਆ ਗਿਆ। ਤਾਂ ਆਪਣੀ ਆਹ ਵਾਲੀ ਆਪਸ਼ਨ ਉੱਪਰ ਵਾਲੀ ਮੈਚ ਹੋ ਗਈ। ਤਾਂ ਇਸ ਲਈ ਘਬਰਾਉਣਾ ਨਹੀਂ ਹੈ ਰਾਜੇ, ਇਹ ਮੈਥਡ ਜਿਹੜਾ ਹੈ, ਇਹ ਜਿਹੜਾ ਪ੍ਰੋਪਰ ਮੈਥਡ ਹੈ, ਲੈਂਥੀ ਮੈਥਡ ਹੈ, ਇਹਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਸਾਨੂੰ ਕਿਸੇ ਕੁਐਸਚਨ ਦੇ ਵਿੱਚ ਸਕੁਅਰ ਰੂਟ ਦੀ ਜਿਹੜੀ ਆ ਉਹਨੂੰ ਸਕੁਅਰ ਰੂਟ ਫਾਈਂਡ ਆਊਟ ਕਰਨਾ ਪੈ ਜੇ। ਲੇਕਿਨ ਜਿਹੜੀ ਸਾਡੇ ਕੋਲ ਡਾਇਰੈਕਟ ਸਕੁਅਰ ਰੂਟ ਫਾਈਂਡ ਆਊਟ ਕਰਨ ਦੇ ਕੁਐਸਚਨ ਹੈ, ਡਾਇਰੈਕਟ ਤੁਹਾਨੂੰ ਕਹਿ ਦੇ ਵੀ ਇਹਦਾ ਸਕੁਅਰ ਰੂਟ ਫਾਈਂਡ ਆਊਟ ਕਰੋ, ਤਾਂ ਰਾਜੇ ਉਹਦੇ ਵਿੱਚ ਅਸੀਂ ਇਹ ਮੈਥਡ ਯੂਜ਼ ਨਹੀਂ ਕਰਾਂਗੇ। ਪੇਪਰ ਦੇ ਵਿੱਚ ਇੰਨਾ ਲੈਂਥੀ ਕੁਐਸਚਨ ਨਹੀਂ ਕਰਾਂਗੇ। ਉਹਦੇ ਵਾਸਤੇ ਅਸੀਂ ਜਿਹੜਾ ਸੈਕਿੰਡ ਮੈਥਡ ਤੇ ਥਰਡ ਮੈਥਡ ਦੀ ਵਰਤੋਂ ਜਿਹੜੀ ਅਸੀਂ ਕਰਾਂਗੇ। ਤਾਂ ਅਸੀਂ ਡਿਸਕਸ ਕੀਤਾ ਮੈਥਡ 1 ਨੂੰ। ਮੈਥਡ 1 ਅਸੀਂ ਦੇਖਿਆ ਕਿ ਪ੍ਰੋਪਰ ਮੈਥਡ ਹੈ ਸੋਲਵ ਕਰਨ ਲਈ ਸਕੁਅਰ ਰੂਟ ਨੂੰ ਕੰਪਲੈਕਸ ਨੰਬਰ ਦੇ। ਤੇ ਮੈਥਡ 1 ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਰੇ ਸਟੈਪਸ ਨੇ, ਬਹੁਤ ਹੀ ਲੈਂਥੀ ਮੈਥਡ ਹੈ ਅਤੇ ਇਹਦੀ ਵਰਤੋਂ ਉਦੋਂ ਹੀ ਕਰਨੀ ਹੈ ਜਦੋਂ ਅਸੀਂ ਕਿਸੇ ਕੁਐਸਚਨ ਦੇ ਵਿੱਚ ਸਕੁਅਰ ਰੂਟ ਨੂੰ ਸੋਲਵ ਕਰਨਾ ਪਵੇ। ਤੇ ਰਾਜੇ ਅਗਰ ਸਾਨੂੰ ਡਾਇਰੈਕਟ ਕੁਐਸਚਨ ਆ ਜਾਏ ਕਿ ਤੁਸੀਂ ਸਕੁਅਰ ਰੂਟ ਆਫ ਕੰਪਲੈਕਸ ਨੰਬਰ, ਕੋਈ ਵੀ ਕੰਪਲੈਕਸ ਨੰਬਰ ਹੈ ਸਾਡੇ ਕੋਲ, ਉਹਨੂੰ ਫਾਈਂਡ ਆਊਟ ਕਰੋ, ਤਾਂ ਅਸੀਂ ਉਸ ਨੂੰ ਹੱਲ ਕਰਾਂਗੇ ਮੈਥਡ 2 ਦੇ ਨਾਲ। ਤੇ ਮੈਥਡ 2 ਸਾਡੇ ਕੋਲ ਕੀ ਹੈ, ਉਹ ਹੈ ਸਾਡੇ ਕੋਲ ਬਾਏ ਆਪਸ਼ਨ, ਕਿ ਬਾਏ ਆਪਸ਼ਨ ਹੀ ਅਸੀਂ ਆਪਸ਼ਨ ਨੂੰ ਦੇਖ ਕੇ ਹੀ ਅਸੀਂ ਦੱਸ ਦਾਂਗੇ ਵੀ ਭਾਈ ਇਸ ਕੰਪਲੈਕਸ ਨੰਬਰ ਦਾ ਸਕੁਅਰ ਰੂਟ ਕਿਹੜਾ ਗਾ। ਤਾਂ ਮੈਥਡ 2 ਜਿਹੜਾ ਰਾਜੇ ਉਹ ਬਹੁਤ ਹੀ ਜ਼ਿਆਦਾ ਸ਼ਾਰਟ ਮੈਥਡ ਹੈ ਤੇ ਉਹਦੇ ਨਾਲ ਬੜੇ ਹੀ ਆਸਾਨੀ ਦੇ ਨਾਲ ਅਸੀਂ ਸਕੁਅਰ ਰੂਟ ਜਿਹੜਾ ਫਾਈਂਡ ਆਊਟ ਕਰ ਸਕਦੇ ਹਾਂ। ਤਾਂ ਇਸ ਨੂੰ ਵੀ ਅਸੀਂ ਇੱਕ ਐਗਜ਼ਾਮਪਲ ਦੇ ਨਾਲ ਦੇਖਦੇ ਹਾਂ। ਐਗਜ਼ਾਮਪਲ ਅਸੀਂ ਸੇਮ ਹੀ ਸਪੋਜ਼ ਕਰਦੇ ਹਾਂ ਪਿਛਲੀ ਜਿਹੜੀ ਐਗਜ਼ਾਮਪਲ ਸੀਗੀ, ਤਾਂ ਕਿ ਸਾਨੂੰ ਜਿਹੜਾ ਹੈ ਰਾਜੇ ਉਹ ਪਤਾ ਚੱਲ ਜੇ ਵੀ ਆਨਸਰ ਸੇਮ ਆਉਂਦਾ ਹੈ। ਤਾਂ ਐਗਜ਼ਾਮਪਲ ਹੈ ਸਾਡੇ ਕੋਲ ਕਿ ਫਾਈਂਡ ਦਾ ਸਕੁਅਰ ਰੂਟ ਆਫ -48 - 14 ਆਇਟਾ। ਅਸੀਂ ਇਹਦਾ ਸਕੁਅਰ ਰੂਟ ਫਾਈਂਡ ਆਊਟ ਕਰਨਾ ਹੈ। ਤੇ ਰਾਜੇ ਇਸ ਵਾਰ ਮੈਂ ਜਿਹੜੀਆਂ ਆਪਸ਼ਨਸ ਨੇ ਨਾ ਸ਼ਫਲ ਕਰਤੀਆਂ। ਲਾਸਟ ਦੇ ਵਿੱਚ ਅਸੀਂ ਦੇਖਿਆ ਵੀ ਸਾਡੇ ਕੋਲ ਡੀ ਆਪਸ਼ਨ ਜਿਹੜਾ ਕਰੈਕਟ ਸੀ। ਹੁਣ ਮੈਂ ਇਸ ਦੇ ਵਿੱਚ ਜਿਹੜੀ ਆਪਸ਼ਨਸ ਨੂੰ ਸ਼ਫਲ ਕਰ ਦਿੱਤਾ। ਤਾਂ ਸਪੋਜ਼ ਪਹਿਲੀ ਆਪਸ਼ਨ ਸਾਡੇ ਕੋਲ ਹੈ 7 - ਆਇਟਾ, B +-1 + 7 ਆਇਟਾ, C ਆਪਸ਼ਨ ਸਾਡੇ ਕੋਲ ਹੈ ਰਾਜੇ +-1 - 7 ਆਇਟਾ, ਡੀ ਆਪਸ਼ਨ ਹੈ ਰਾਜੇ ਸਾਡੇ ਕੋਲ 1 + 7 ਆਇਟਾ। ਤਾਂ ਇਹ ਸਾਡੇ ਕੋਲ ਜਿਹੜਾ ਹੈ ਆਪਸ਼ਨਸ ਨੇ, ਇਹ ਸਾਡੇ ਕੋਲ ਜਿਹੜਾ ਆਪਾਂ ਫਾਈਂਡ ਆਊਟ ਕਰਨਾ ਹੈ ਸਕੁਅਰ ਰੂਟ -48 - 14 ਆਇਟਾ ਦਾ। ਸਾਨੂੰ ਪਤਾ ਰਾਜੇ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ ਨੋਟ ਕਿ ਸਕੁਅਰ ਰੂਟ ਆਫ ਨਾਨ ਰੀਅਲ ਕੰਪਲੈਕਸ ਨੰਬਰ ਇਜ਼ ਆਲਸੋ ਅ ਨਾਨ ਰੀਅਲ ਕੰਪਲੈਕਸ ਨੰਬਰ। ਤਾਂ ਅਸੀਂ ਸਪੋਜ਼ ਕੀਤਾ ਸੀਗਾ ਕਿ ਸੋਲੂਸ਼ਨ ਦੇਖ ਲੈਂਦੇ ਹਾਂ। ਅਸੀਂ ਸਪੋਜ਼ ਕੀਤਾ ਸੀਗਾ ਕਿ ਸਕੁਅਰ ਰੂਟ ਆਫ, ਹੁਣ ਰਾਜੇ ਤੁਸੀਂ ਕਿੱਦਾਂ ਕਰਨਾ ਹੈ, ਤੁਸੀਂ ਇਹ ਸਾਰੇ ਸਟੈਪਸ ਨਹੀਂ ਫੋਲੋ ਕਰਨੇ, ਤੁਸੀਂ ਸਿਰਫ ਜੋ ਮੈਂ ਸਟੈਪ ਹੁਣ ਤੁਹਾਨੂੰ ਦੱਸੂਗਾ ਆਖਿਰ ਤੇ ਵੀ ਭਾਈ ਇਹੀ ਫੋਲੋ ਕਰਨਾ, ਤਾਂ ਉਸੇ ਤਰ੍ਹਾਂ ਹੀ ਸੋਲਵ ਕਰਨਾ। ਲੇਕਿਨ ਤੁਹਾਨੂੰ ਦੱਸਣ ਦੀ ਖਾਤਰ ਕੰਸੈਪਟ ਬਿਲਡਅਪ ਲਈ ਮੈਂ ਤੁਹਾਨੂੰ ਇਹ ਸਟੈਪਸ ਸਮਝਾ ਰਿਹਾ ਹਾਂ। ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਸਪੋਜ਼ ਕੀਤਾ ਸੀ -48 - 14 ਆਇਟਾ ਨੂੰ ਕਿਹਦੇ ਬਰਾਬਰ ਸਪੋਜ਼ ਕੀਤਾ ਸੀ, ਸਪੋਜ਼ ਕੀਤਾ ਸੀਗਾ ਨਾਨ ਰੀਅਲ ਕੰਪਲੈਕਸ ਨੰਬਰ ਦੇ। ਤੇ ਉਹ ਨਾਨ ਰੀਅਲ ਕੰਪਲੈਕਸ ਨੰਬਰ ਅਸੀਂ ਕਿਹਾ ਸੀ ਸਪੋਜ਼ ਮੰਨ ਲਓ x + ਆਇਟਾ y ਹੈ। ਤਾਂ ਰਾਜੇ ਇਹਨੂੰ ਅਸੀਂ ਸਪੋਜ਼ ਕੀਤਾ ਸੀਗਾ ਪਿਛਲੇ ਮੈਥਡ 'ਚ। ਹੁਣ ਅਗਰ ਅਸੀਂ ਇੱਥੇ ਸਕੇਅਰਿੰਗ ਕੀਤੀ ਸੀਗੀ, ਸਕੇਅਰਿੰਗ ਕਰਕੇ ਸਾਡੇ ਕੋਲ ਕੀ ਆ ਗਿਆ ਸੀਗਾ, ਉਹ ਆ ਗਿਆ ਸੀ -48 - 14 ਆਇਟਾ ਬਰਾਬਰ ਆ ਗਿਆ ਸੀਗਾ x + ਆਇਟਾ y ਦੇ
ਸਕੇਅਰ ਦੇ ਬਰਾਬਰ ਆ ਗਿਆ ਸੀਗਾ। ਇਹਨੂੰ ਅਸੀਂ ਸੈਕਿੰਡ ਇਕੁਏਸ਼ਨ ਲਿਖ ਲੈਣਾ। ਤਾਂ ਰਾਜੇ ਤੁਸੀਂ ਜਿਹੜਾ ਹੈ ਸੈਕਿੰਡ ਇਕੁਏਸ਼ਨ ਤੀਕਰ ਜਿਹੜਾ ਦਿਮਾਗ ਦੇ ਵਿੱਚ ਬਣਾ ਲੈਣਾ, ਜਾਂ ਫਿਰ ਰਫ ਵਰਕ ਲਈ ਤੁਹਾਨੂੰ ਜੋ ਦਿੱਤਾ ਹੋਵੇ ਉੱਥੇ ਬਣਾ ਲੈਣਾ ਤੇ ਬਰਾਬਰ ਸੀ। ਹੁਣ ਅਜੇ ਅਸੀਂ ਕੀ ਕਰਨਾ, ਜਿਹੜੀ ਸੁਣਨ ਵਾਲੀ ਗੱਲ ਹੈ, ਜਿਹੜਾ ਮੈਥਡ ਆ ਉਹ ਇੱਥੋਂ ਸ਼ੁਰੂ ਹੁੰਦਾ ਹੈ। ਸਾਡੇ ਕੋਲ ਜੋ ਵੀ ਹੈ ਆਪਸ਼ਨਸ ਦੇ ਰੱਖੀਆਂ ਨੇ ਨਾ, ਆਹ ਏ ਆਪਸ਼ਨ, ਬੀ ਆਪਸ਼ਨ, ਸੀ ਆਪਸ਼ਨ, ਡੀ ਆਪਸ਼ਨ, ਇਹ ਸਾਡੀ ਹੁਣ ਕਿਸਮਤ ਆ ਵੀ ਜਿਹੜੀ ਆਪਸ਼ਨ ਸਹੀ ਏ ਵੀ ਹੋ ਸਕਦੀ ਹੈ, ਬੀ ਵੀ ਹੋ ਸਕਦੀ ਹੈ, ਸੀ ਵੀ ਹੋ ਸਕਦੀ ਹੈ, ਜਾਂ ਫਿਰ ਡੀ ਤੀਕਰ ਵੀ ਸਾਨੂੰ ਜਿਹੜਾ ਉਹ ਜਾਣਾ ਪੈ ਸਕਦਾ। ਤਾਂ ਇਹ ਸਾਡੀ ਕਿਸਮਤ ਦੇ ਉੱਤੇ ਕਹਿ ਲਓ, ਜਾਂ ਫਿਰ ਕਹਿ ਲਓ ਵੀ ਹਾਂ ਵੀ ਅਸੀਂ ਉੱਥੇ ਕਿੰਨੀ ਆਸਾਨੀ, ਕਿੰਨੀ ਤੇਜ਼ੀ ਦੇ ਨਾਲ ਜਿਹੜੀਆਂ ਆਪਸ਼ਨ ਉਹਨੂੰ ਸੋਲਵ ਕਰ ਪਾਉਣੇ ਆ। ਤਾਂ ਰਾਜੇ ਅਸੀਂ ਕੀ ਕਰਨਾ, ਜੋ ਆਪਸ਼ਨ ਸਾਨੂੰ ਦਿੱਤੀਆਂ ਨੇ ਨਾ ਉਹਨਾਂ ਉਸ ਵਿੱਚ ਸਾਨੂੰ ਐਕਸ ਵਾਈ ਦੀ ਫਾਰਮ ਵਿੱਚ ਆਨਸਰ ਦੇ ਰੱਖਿਆ। ਆਹ ਦੇਖ ਲਓ ਤੁਸੀਂ, ਐਕਸ ਦੀ ਵੈਲਿਊ ਇੱਥੇ 7 ਹੈ, ਵਾਈ ਦੀ ਵੈਲਿਊ ਇੱਥੇ -1 ਹੈ। ਇਸ ਆਪਸ਼ਨ 'ਚ ਐਕਸ ਦੀ ਵੈਲਿਊ 1 ਹੈ, ਇਸ ਆਪਸ਼ਨ 'ਚ ਵਾਈ ਦੀ ਵੈਲਿਊ 7 ਹੈ। ਇਸ 'ਚ ਐਕਸ ਦੀ ਵੈਲਿਊ ਜਿਹੜੀ 1 ਹੈ, ਇਹਦੀ ਵਾਈ ਦੀ ਵੈਲਿਊ -7 ਹੈ। ਐਕਸ ਦੀ ਵੈਲਿਊ 1, ਵਾਈ ਦੀ ਵੈਲਿਊ 7, ਅਤੇ ਮੂਹਰੇ ਪਲੱਸ ਮਾਈਨਸ ਮਤਲਬ ਵਾਈ ਜਿਹੜਾ 1 ਵੀ ਹੈ, ਸੋਰੀ ਐਕਸ ਜਿਹੜਾ 1 ਵੀ ਹੈ ਅਤੇ ਐਕਸ -1 ਵੀ ਹੈ। ਤਾਂ ਕਹਿਣ ਦਾ ਮਤਲਬ ਜਿਹੜੀਆਂ ਆਪਸ਼ਨਸ ਦੇ ਰੱਖੀਆਂ ਨੇ ਨਾ ਸਾਨੂੰ, ਉਹਨਾਂ ਵਿੱਚ ਜਿਹੜੇ ਆਹ ਪੇਅਰ ਦੇ ਰੱਖੇ ਨੇ ਉਹ ਐਕਸ ਅਤੇ ਵਾਈ ਦੀ ਵੈਲਿਊਜ਼ ਨੂੰ ਰਿਪਰਜੈਂਟ ਕਰਦੇ ਨੇ। ਠੀਕ ਹੈ ਰਾਜੇ, ਤਾਂ ਅਸੀਂ ਕੀ ਕਰਨਾ, ਅਸੀਂ ਜੋ ਕਰੈਕਟ ਆਪਸ਼ਨ ਹੋਵੇਗੀ ਨਾ ਉਹ ਉਸ ਵਿੱਚ ਐਕਸ ਵਾਈ ਦੀ ਜਿਹੜੀ ਵੈਲਿਊ ਆ ਉਹ ਇਕੁਏਸ਼ਨ 2 ਨੂੰ ਜਿਹੜਾ ਸੈਟਿਸਫਾਈ ਕਰੇਗੀ। ਮਤਲਬ ਇੱਥੇ ਐਕਸ ਅਤੇ ਵਾਈ ਦੀ ਵੈਲਿਊ ਆਪਸ਼ਨ ਵਿੱਚੋਂ ਭਰਨ 'ਤੇ ਸਾਡੇ ਤੇ ਉਹਨੂੰ ਸਕੇਅਰ ਕਰਨ 'ਤੇ ਸਾਡੇ ਕੋਲ ਆਹ ਬਣਨਾ ਚਾਹੀਦਾ। ਮਤਲਬ ਕਿ ਜਿਹੜੀ ਆ ਸਾਡੀ ਰਾਈਟ ਹੈਂਡ ਸਾਈਡ ਹੈ ਨਾ, ਇਸ ਦੇ ਵਿੱਚ ਅਸੀਂ ਆਪਸ਼ਨ ਤੋਂ ਐਕਸ ਅਤੇ ਵਾਈ ਦੀ ਵੈਲਿਊ ਲਵਾਂਗੇ, ਫਿਲ ਕਰਾਂਗੇ, ਉਹਦਾ ਸਕੇਅਰ ਕਰਾਂਗੇ, ਤਾਂ ਸਾਡੇ ਕੋਲ LHS ਦੇ ਬਰਾਬਰ ਆਉਣਾ ਚਾਹੀਦਾ ਆਨਸਰ। ਅਤੇ ਜਿਹੜੀ ਆਪਸ਼ਨ ਦੇ ਵਿੱਚ ਇੱਦਾਂ ਸੈਟਿਸਫਾਈ ਕਰ ਗਈ, ਜਿਹੜੀ ਆਪਸ਼ਨ ਸਾਡੀ ABCD ਦੇ ਵਿੱਚੋਂ ਸੈਕਿੰਡ ਇਕੁਏਸ਼ਨ ਨੂੰ ਸੈਟਿਸਫਾਈ ਕਰ ਗਈ, ਉਹ ਸਾਡਾ ਕੀ ਹੋਵੇਗਾ, ਆਨਸਰ ਹੋਵੇਗਾ। ਤਾਂ ਸਾਨੂੰ ਜਸਟ ਸਕੇਅਰ ਕਰਨਾ ਹੈ। ਸਕੇਅਰ ਕਰਨਾ ਬਹੁਤ ਹੀ ਜ਼ਿਆਦਾ ਈਜ਼ੀ ਹੈ। ਤਾਂ ਕਹਿਣ ਦਾ ਮਤਲਬ ਹੈ ਅਸੀਂ ਆਪਸ਼ਨ ਦਾ ਸਕੇਅਰ ਕਰਕੇ ਦੇਖਣਾ ਹੈ, ਜੋ ਆਪਸ਼ਨ ਦਾ ਸਕੇਅਰ ਕਰਨ 'ਤੇ ਵੈਲਿਊ -48 -14 ਆਇਟਾ ਦੇ ਇਕੁਅਲ ਆ ਜਾਵੇਗੀ, ਉਹ ਸਾਡਾ ਕਰੈਕਟ ਆਨਸਰ ਹੋਵੇਗਾ। ਤਾਂ ਆਪਾਂ ਕੀ ਕਰਾਂਗੇ, ਇੱਕ ਇੱਕ ਕਰਕੇ ਸੋਲਵ ਕਰਕੇ ਦੇਖਦੇ ਹਾਂ। ਤਾਂ ਪਹਿਲਾ ਆਪਸ਼ਨ ਕੀ ਹੈ ਸਾਡੇ ਕੋਲ, ਉਹ 7 ਆਇਟਾ ਹੈ, 7 ਆਇਟਾ। ਤਾਂ ਅਸੀਂ ਇਹਦਾ ਸਕੇਅਰ ਕਰਾਂਗੇ ਤਾਂ ਸਾਡੇ ਕੋਲ ਕੀ ਆ ਗਿਆ, ਉਹ ਕਿੰਨਾ ਆ ਜਾਊਗਾ ਰਾਜੇ, ਏ ਸਕੇਅਰ ਮਤਲਬ 49, 7 ਦਾ ਸਕੇਅਰ, ਪਲੱਸ ਕੀ ਕਰਾਂਗੇ ਬੀ ਸਕੇਅਰ ਕਿੰਨਾ ਆ ਜਾਊ, ਆਇਟਾ ਸਕੇਅਰ, -2 × 7 × 1 × ਆਇਟਾ ਦੇ ਆ ਗਿਆ ਨਾ। ਤਾਂ ਕਿੰਨਾ ਆ ਗਿਆ, 49 -1 -14 ਆਇਟਾ, ਕਿੰਨਾ ਆ ਗਿਆ ਰਾਜੇ, ਆਪਣੇ ਕੋਲ ਕਿੰਨਾ ਆ ਗਿਆ, 48 ਪਲੱਸ ਦਾ 48 ਅਤੇ ਮਾਈਨਸ ਦਾ 14 ਆਇਟਾ। ਤਾਂ ਹੁਣ ਚੈੱਕ ਕਰੋ ਕਿ ਸਾਨੂੰ ਜਿਹੜੀ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਸੀ ਸਕੇਅਰ ਰੂਟ ਫਾਈਂਡ ਕਰਨ ਲਈ, ਕਿ ਉਹ ਇਹ ਆਹੀ ਹੈ 48 - 14 ਆਇਟਾ ਹੀ ਹੈ। ਤਾਂ ਕਹਾਂਗੇ ਨਹੀਂ, ਜਦ ਉਹ ਕੀ ਆਪਣੇ ਕੋਲ ਮਾਈਨਸ ਦਾ 48 ਹੋਣਾ ਚਾਹੀਦਾ ਸੀ। ਤਾਂ ਹੁਣ ਕੀ ਕਰਾਂਗੇ, ਤੁਸੀਂ ਆਪਸ਼ਨ ਜਿਹੜੀ ਆ ਉਹ ਬੀ ਨੂੰ ਚੈੱਕ ਕਰੋਗੇ, ਤਾਂ ਬੀ ਨੂੰ ਚੈੱਕ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਆ ਜਾਵੇਗਾ ਸਕੇਅਰ ਕਰਕੇ। ਫਿਰ ਤੁਸੀਂ ਸੀ ਆਪਸ਼ਨ ਨੂੰ ਚੈੱਕ ਕਰੋਗੇ, ਤਾਂ ਸੀ ਆਪਸ਼ਨ ਚੈੱਕ ਕਰਕੇ ਤੁਹਾਡੇ ਕੋਲ ਆਨਸਰ ਆਏਗਾ। ਫਿਰ ਡੀ ਨੂੰ, ਜਿੱਥੇ ਤੁਹਾਡੇ ਕੋਲ ਆਨਸਰ ਆ ਗਿਆ ਤੁਸੀਂ ਟਿਕ ਕਰ ਦੋਗੇ, ਜਿੱਥੇ ਤੁਹਾਡੇ ਕੋਲ ਆਨਸਰ ਆ ਗਿਆ ਤੁਸੀਂ ਟਿਕ ਕਰ ਦੋਗੇ। ਹੋ ਸਕਦਾ ਉਹ ਬੀ ਆਪਸ਼ਨ ਹੋਵੇ, ਹੋ ਸਕਦਾ ਉਹ ਸੀ ਹੋਵੇ, ਹੋ ਸਕਦਾ ਤੁਹਾਨੂੰ ਡੀ ਤਿੱਕਰ ਵੀ ਜਿਹੜਾ ਉਹ ਜਾਣਾ ਪੈ ਜੇ। ਤਾਂ ਰਾਜੇ ਤੁਸੀਂ ਇਸ ਤਰ੍ਹਾਂ ਜਿਹੜਾ ਉਹ ਬਾਏ ਆਪਸ਼ਨ ਜਿਹੜਾ ਸਕੇਅਰ ਰੂਟ ਬੜੇ ਆਸਾਨੀ ਦੇ ਨਾਲ ਅਤੇ ਬੜੇ ਘੱਟ ਸਟੈਪ ਦੇ ਨਾਲ, ਤੁਸੀਂ ਦੇਖੋਗੇ ਇੱਥੇ ਸਾਨੂੰ ਕਿੰਨੇ ਸਟੈਪ ਲੱਗੇ, ਇੱਥੇ ਸਾਨੂੰ ਸਿਰਫ ਇੱਕ ਇੱਦਾਂ ਹੀ ਸਟੈਪ ਲੱਗਿਆ। ਆਹ ਉੱਪਰ ਵਾਲੇ ਦਾ ਮੈਂ ਤੁਹਾਨੂੰ ਕੰਸੈਪਟਲੀ ਸਮਝਾਏ ਨੇ। ਤਾਂ ਤੁਸੀਂ ਕੀ ਕਰਨਾ, ਗਿਵਨ ਆਪਸ਼ਨ ਦਾ ਸਕੇਅਰ ਕਰ ਦੇਣਾ, ਸਕੇਅਰ ਕਰਕੇ ਜਿਹੜੀ ਉਹ ਵੈਲਿਊ ਆ ਉਹ ਆਪਣੇ ਕੋਲ ਆਹ ਜਿਹਦੀ ਅਸੀਂ ਸਕੇਅਰ ਰੂਟ ਫਾਈਂਡ ਆਊਟ ਕਰਨੀ ਆ ਉਸ ਦੇ ਬਰਾਬਰ ਆਉਣੀ ਚਾਹੀਦੀ ਹੈ। ਜਿਹਦੀ ਆ ਗਈ ਉਹ ਆਪਸ਼ਨ ਸਾਡੇ ਕੋਲ ਕਰੈਕਟ ਹੋਵੇਗੀ। ਤਾਂ ਮੈਥਡ 2 ਜਿਹੜਾ ਰਾਜੇ ਉਹਦੇ ਨਾਲ ਬੜੇ ਹੀ ਆਸਾਨੀ ਦੇ ਨਾਲ ਜਿਹੜਾ ਆਨਸਰ ਜਿਹੜਾ ਸਾਡੇ ਕੋਲ ਫਾਈਂਡ ਆਊਟ ਹੋ ਜਾਂਦਾ ਹੈ। ਲੇਕਿਨ ਇੱਕ ਥਰਡ ਮੈਥਡ ਵੀ ਹੈ ਸਾਡੇ ਕੋਲ। ਥਰਡ ਮੈਥਡ ਦੀ ਯੂਜ਼ ਕਿਉਂ ਪਈ, ਕਿਉਂਕਿ ਨਾ ਕੁਝ ਇਹੋ ਜਿਹੇ ਸਵਾਲ ਨੇ ਰਾਜੇ ਜਿਨ੍ਹਾਂ ਨੂੰ ਅਸੀਂ ਮੈਥਡ 1 ਅਤੇ ਮੈਥਡ 2 ਦੇ ਨਾਲ ਸੋਲਵ ਤਾਂ ਕਰ ਸਕਦੇ ਹਾਂ, ਲੇਕਿਨ ਬਹੁਤ ਹੀ ਕੰਪਲੀਕੇਟਡ ਅਤੇ ਬਹੁਤ ਹੀ ਲੈਂਥੀ ਹੋ ਜਾਂਦਾ, ਉਹਨੂੰ ਪੇਪਰ ਦੇ ਵਿੱਚ ਸੋਲਵ ਕਰਨਾ ਇੰਪੋਸੀਬਲ ਹੈ, ਇੰਨਾ ਟਾਈਮ ਸਾਡੇ ਕੋਲ ਹੁੰਦਾ ਨਹੀਂ। ਤਾਂ ਉੱਥੇ ਜਿਹੜਾ ਹੈ ਉਹ ਸ਼ਾਰਟਕਟ ਕੰਮ ਆਉਂਦਾ ਹੈ। ਮੈਂ ਤੁਹਾਨੂੰ ਇੱਕ ਗੱਲ ਜਿਹੜੀ ਆ ਦੱਸਣੀ ਚਾਹੁੰਦਾ ਰਾਜੇ, ਮੈਂ ਬਿਲਕੁਲ ਵੀ ਸ਼ਾਰਟਕਟ ਦੇ ਜਿਹੜਾ ਪੱਖ ਵਿੱਚ ਨਹੀਂ ਹਾਂ, ਮੈਂ ਬਹੁਤ ਘੱਟ ਪ੍ਰੈਫਰ ਕਰਦਾ ਹਾਂ ਸ਼ਾਰਟਕਟਸ ਨੂੰ। ਪਰ ਕੁਝ ਸ਼ਾਰਟਕਟਸ ਇਹੋ ਜਿਹੇ ਨੇ ਜਿਨ੍ਹਾਂ ਨੂੰ ਤੁਹਾਨੂੰ ਯਾਦ ਕਰਨਾ ਹੀ ਕਰਨਾ ਪੈਣਾ ਹੈ, ਉਹਨਾਂ ਤੋਂ ਬਿਨਾਂ ਸਾਡਾ ਕੁਐਸਚਨ ਜਿਹੜਾ ਉਹ ਈਜ਼ੀਲੀ ਅਤੇ ਘੱਟ ਸਟੈਪਸ ਦੇ ਵਿੱਚ ਅਤੇ ਥੋੜ੍ਹੇ ਸਮੇਂ 'ਚ ਸੋਲਵ ਨਹੀਂ ਹੋਣਾ। ਅਤੇ ਫਿਰ ਤਾਂ ਆਪਣਾ ਜਿਹੜਾ ਮੇਨ ਜਿਹੜਾ ਗੋਲ ਕੀ ਹੈ ਕਿ ਅਸੀਂ ਘੱਟ ਸਮੇਂ ਦੇ ਵਿੱਚ ਸਹੀ ਆਨਸਰ ਕੱਢ ਦਈਏ। ਤਾਂ ਇਸੇ ਕਰਕੇ ਜਿਹੜੇ ਸ਼ਾਰਟਕਟਸ ਨੇ, ਕੁਝ ਸ਼ਾਰਟਕਟਸ ਨੇ ਅਸੀਂ ਯਾਦ ਰੱਖਣੇ ਨੇ, ਉਹਨਾਂ ਦੀ ਪ੍ਰੈਕਟਿਸ ਦੇ ਨਾਲ ਬੜੇ ਹੀ ਆਸਾਨੀ ਦੇ ਨਾਲ ਅਸੀਂ ਉਹਨਾਂ ਨੂੰ ਮੈਮੋਰਾਈਜ਼ ਕਰ ਪਾਵਾਂਗੇ। ਤਾਂ ਜਿਹੜਾ ਮੈਥਡ 3 ਹੈ ਰਾਜੇ ਉਹ ਹੈਗਾ ਸ਼ਾਰਟਕਟ, ਜਿਹੜਾ ਮੈਥਡ 2 ਆ ਉਹ ਹੈਗਾ ਬਾਏ ਆਪਸ਼ਨ, ਅਤੇ ਮੈਥਡ 1 ਆ ਪ੍ਰੋਪਰ ਮੈਥਡ ਹੈ। ਅਤੇ ਮੈਥਡ 3 ਦੇ ਨਾਲ ਅਸੀਂ ਚੈੱਕ ਕਰਾਂਗੇ ਵੀ ਕਿਸ ਟਾਈਪ ਦੇ ਕੁਐਸਚਨ ਅਸੀਂ ਕਰਨੇ ਨੇ, ਅਤੇ ਮੈਥਡ 3 ਦੇ ਵਿੱਚ ਅਸੀਂ ਇਹੀ ਸੇਮ ਐਗਜ਼ਾਮਪਲ ਨੂੰ ਵੀ ਕਰਕੇ ਦੇਖਾਂਗੇ ਵੀ ਸਾਡਾ ਆਨਸਰ ਸੇਮ ਆਉਂਦਾ
ਤੇ ਕਿੰਨੀ ਜਲਦੀ ਆਉਂਦਾ। ਤੇ ਮੈਥਡ ਜਿਹੜਾ 3 ਹੈ ਉਹ ਇੱਕ ਤਰ੍ਹਾਂ ਦਾ ਸਾਡੇ ਕੋਲ ਸ਼ਾਰਟਕਟ ਹੈ। ਜੋ ਮੈਥਡ ਸਾਡੇ ਕੋਲ ਥਰਡ ਹੈ ਉਹ ਹੈ ਸਾਡੇ ਕੋਲ ਸ਼ਾਰਟਕਟ। ਤੇ ਬੇਟਾ ਸ਼ਾਰਟਕਟ ਨੂੰ ਐਗਜ਼ਾਮ ਦੇ ਵਿੱਚ ਰਿਕਾਲ ਕਰਨਾ ਮੁਸ਼ਕਿਲ ਹੋ ਜਾਂਦਾ, ਕਿਉਂਕਿ ਸ਼ਾਰਟਕਟ ਦੇ ਵਿੱਚ ਜੇ ਪਲੱਸ ਮਾਈਨਸ ਦਾ ਵੀ ਫਰਕ ਪੈ ਗਿਆ ਨਾ, ਗਲਤੀ ਦੇ ਨਾਲ ਪਲੱਸ ਦੀ ਜਗ੍ਹਾ ਤੇ ਅਸੀਂ ਮਾਈਨਸ ਲਿਖਤਾ ਤਾਂ ਆਨਸਰ ਗਲਤ ਹੋ ਜਾਣਾ। ਇਸੇ ਲਈ ਮੈਂ ਪਰਸਨਲੀ ਜੋ ਸ਼ਾਰਟਕਟ ਹੈ ਉਸ ਨੂੰ ਪ੍ਰੈਫਰੈਂਸ ਨਹੀਂ ਦਿੰਦਾ। ਬਟ ਕੁਝ ਸ਼ਾਰਟਕਟ ਇਹੋ ਜਿਹੇ ਨੇ ਜਿਨ੍ਹਾਂ ਦੀ ਵਰਤੋਂ ਅਸੀਂ ਪਾਰਟੀਕੂਲਰ ਕੁਐਸਚਨਸ ਨੂੰ ਹੱਲ ਕਰਨ ਵਿੱਚ ਯੂਜ਼ ਕਰਦੇ ਹਾਂ, ਜਿਨ੍ਹਾਂ ਨੂੰ ਅਗਰ ਅਸੀਂ ਦੂਸਰੇ ਮੈਥਡ ਨਾਲ ਸੋਲਵ ਕਰੀਏ ਤਾਂ ਉਸ ਪ੍ਰਸ਼ਨ ਨੂੰ ਹੱਲ ਕਰਨ ਦੇ ਵਿੱਚ ਹੀ ਸਾਡਾ ਸਾਰਾ ਟਾਈਮ ਲੰਘ ਜਾਣਾ। ਇਸੇ ਕਰਕੇ ਅਸੀਂ ਕੁਝ ਪਾਰਟੀਕੂਲਰ ਕੁਐਸਚਨਸ ਦੇ ਵਿੱਚ ਅਸੀਂ ਸ਼ਾਰਟਕਟਸ ਨੂੰ ਯੂਜ਼ ਕਰ ਸਕਦੇ ਹਾਂ। ਨੋ ਡਾਊਟ ਇਹ ਸ਼ਾਰਟਕਟ ਜਿਹੜਾ ਦੂਜੇ ਸਕੁਏਅਰ ਰੂਟ ਜਿਹੜੇ ਨਾਰਮਲ ਅਸੀਂ ਫਾਈਂਡ ਆਊਟ ਕੀਤਾ ਮੈਥਡ 1 ਤੇ ਮੈਥਡ 2 ਨਾਲ, ਉਸ ਕੁਐਸਚਨ ਨੂੰ ਵੀ ਹੱਲ ਕਰ ਸਕਦੇ ਹਾਂ ਇਹਦੇ ਨਾਲ, ਮੈਥਡ 3 ਦੇ ਨਾਲ, ਇਸ ਸ਼ਾਰਟਕਟ ਦੇ ਨਾਲ। ਲੇਕਿਨ ਕੁਝ ਇਹੋ ਜਿਹੇ ਕੁਐਸਚਨਸ ਨੇ ਜਿਨ੍ਹਾਂ ਨੂੰ ਹੱਲ ਇਸ ਸ਼ਾਰਟਕਟ ਨਾਲ ਹੀ ਅਸੀਂ ਜਿਹੜਾ ਉਹ ਕਰਨਾ ਗਾ। ਇਸੇ ਲਈ ਕੁਝ ਸ਼ਾਰਟਕਟਸ ਅਸੀਂ ਪ੍ਰੈਕਟਿਸ ਕਰਨੇ ਨੇ ਤੇ ਪ੍ਰੈਕਟਿਸ ਦੇ ਨਾਲ ਹੀ ਅਸੀਂ ਉਹਨੂੰ ਜਿਹੜਾ ਯਾਦ ਕਰ ਪਾਵਾਂਗੇ। ਤਾਂ ਸ਼ਾਰਟਕਟ ਜਿਹੜਾ ਸਾਡੇ ਕੋਲ ਹੈ ਰਾਜੇ, ਅਸੀਂ ਸਪੋਜ਼ ਕਰ ਲੈਂਦੇ ਹਾਂ ਕਿ ਫਾਈਂਡ ਦਾ ਸਕੇਅਰ रूट ऑफ a प्लस आइटा b। ਅਸੀਂ ਸਪੋਜ਼ ਕਰ ਲੈਂਦੇ ਕਿ ਸਾਨੂੰ ਵੀ ਕਿਹਾ ਗਿਆ ਕਿ ਪਤਾ ਕਰੋ, ਸਕੇਅਰ ਰੂਟ ਪਤਾ ਕਰਨਾ ਅਸੀਂ ਕਿਸ ਦਾ, a ਪਲਸ ਆਈਟਾ b ਦਾ, ਇਹਦਾ ਸਕੇਅਰ ਰੂਟ ਫਾਈਂਡ ਆਊਟ ਕਰਨਾ ਅਸੀਂ a ਪਲਸ ਆਈਟਾ b ਦਾ। ਤੇ ਰਾਜੇ ਇਹ ਵੀ ਹੋ ਸਕਦਾ ਕਿ ਸਾਨੂੰ ਸਕੇਅਰ ਰੂਟ ਪਤਾ ਕਰਨ ਲਈ ਕਹਿ ਦੇਣ a ਮਾਈਨਸ ਆਈਟਾ b ਦਾ। ਇਹ ਵੀ ਤਾਂ ਹੋ ਸਕਦਾ ਕਿ ਇੱਥੇ ਪਲੱਸ ਹੋਵੇ ਤੇ ਇੱਥੇ ਮਾਈਨਸ ਹੋਵੇ, ਇਹ ਵੀ ਤਾਂ ਦੋਨਾਂ ਦਾ ਵਿੱਚ ਡਿਫਰੈਂਸ ਹੋ ਹੀ ਸਕਦਾ ਨਾ, ਕਿ ਇੱਥੇ ਪਲੱਸ ਪਾਇਆ ਹੋਵੇ ਤੇ ਇੱਥੇ ਮਾਈਨਸ ਹੋਵੇ। ਤਾਂ ਇਹਨਾਂ ਦੋਨਾਂ ਵਾਸਤੇ ਦੋ ਸਾਡੇ ਕੋਲ ਸ਼ਾਰਟਕਟਸ ਨੇ, ਜਦੋਂ ਦੋਨਾਂ ਰੀਅਲ ਤੇ ਕੰਪਲੈਕਸ ਪਾਰਟ ਦੇ ਵਿੱਚ ਪਲੱਸ ਹੋਵੇ ਤੇ ਜਦੋਂ ਰੀਅਲ ਤੇ ਕੰਪਲੈਕਸ ਪਾਰਟ ਦੇ ਵਿੱਚ ਮਾਈਨਸ ਹੋਵੇ। ਅਸੀਂ ਪੜ੍ਹਿਆ ਸੀਗਾ ਕਿ ਕਿਸੇ ਵੀ ਸਕੇਅਰ ਰੂਟ ਦਾ ਅਸੀਂ ਫਾਈਂਡ ਆਊਟ ਕਰੀਏ, ਸਕੇਅਰ ਰੂਟ ਫਾਈਂਡ ਆਊਟ ਕਰੀਏ ਕਿਸੇ ਵੀ ਕੰਪਲੈਕਸ ਨੰਬਰ ਦਾ, ਨੋਨ ਰੀਅਲ ਕੰਪਲੈਕਸ ਨੰਬਰ ਦਾ, ਉਹ ਨੋਨ ਰੀਅਲ ਕੰਪਲੈਕਸ ਨੰਬਰ ਹੀ ਸਾਡੇ ਕੋਲ ਹੁੰਦਾ ਹੈ। ਇੱਥੇ ਏ ਤੇ ਬੀ ਸਾਡੇ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਰੀਅਲ ਨੰਬਰ ਨੂੰ, ਤੇ ਜਿਹੜਾ ਬੀ ਹੈ ਰਾਜੇ ਉਹ ਬੀ ਹੋਊਗਾ ਗ੍ਰੇਟਰ ਦੈਨ 0 ਹੋਊਗਾ। ਅਸੀਂ ਕਿਹਾ ਸੀ ਕਿ ਜਿਹੜਾ ਸਾਡੇ ਕੋਲ ਨੋਨ ਰੀਅਲ ਕੰਪਲੈਕਸ ਨੰਬਰ ਹੋਣਾ ਚਾਹੀਦਾ, ਬੀ ਜਿਹੜਾ ਗ੍ਰੇਟਰ ਦੈਨ ਜਿਹੜਾ ਉਹ 0 ਹੋਊਗਾ। ਤਾਂ ਸ਼ਾਰਟਕਟ ਕੀ ਹੈ, ਯਾਦ ਕਿਸ ਤਰ੍ਹਾਂ ਰੱਖਣਾ ਹੈ ਸ਼ਾਰਟਕਟ ਨੂੰ। ਏ ਤੇ ਬੀ ਸਾਡੇ ਕੋਲ ਕੁਝ ਵੀ ਹੋ ਸਕਦੇ ਨੇ, ਕੋਈ ਵੀ ਰੀਅਲ ਨੰਬਰ ਹੋ ਸਕਦੇ ਨੇ, ਪਰ ਬੀ ਜਿਹੜਾ ਸਾਡਾ ਗ੍ਰੇਟਰ ਦੈਨ 0 ਹੀ ਹੋਊਗਾ। ਤਾਂ ਇਹ ਕੀ ਆਊਗਾ ਰਾਜੇ, a ਪਲਸ ਆਈਟਾ b ਦਾ ਸ਼ਾਰਟਕਟ ਕੀ ਆਊਗਾ, ਉਹ ਆਊਗਾ ਪਲੱਸ ਮਾਈਨਸ, ਕਿਉਂਕਿ ਆਪਾਂ ਦੇਖਿਆ ਸੀਗਾ ਆਨਸਰ ਦੇ ਵਿੱਚ ਕਿ ਦੋ ਸਾਡੇ ਕੋਲ ਪੇਅਰ ਬਣਦੇ ਨੇ, ਇੱਕ ਪਲੱਸ ਦਾ ਇੱਕ ਮਾਈਨਸ ਦਾ। ਪਲੱਸ ਮਾਈਨਸ ਵੱਡੀ ਬ੍ਰੈਕਟ ਲਗਾ ਲੈਣੀ ਹੈ। ਸਭ ਤੋਂ ਪਹਿਲਾਂ ਅਸੀਂ ਕੀ ਲਿਖਣਾ, ਸਕੇਅਰ ਰੂਟ, ਸਭ ਤੋਂ ਪਹਿਲਾਂ ਬ੍ਰੈਕਟ ਲਗਾ ਲੈਣੀ ਹੈ ਵੱਡੀ, ਫਿਰ ਲਿਖਣਾ ਸਕੇਅਰ ਰੂਟ। ਸਕੇਅਰ ਰੂਟ ਕੀ ਹੁੰਦਾ, ਹਾਫ ਪਾਵਰ ਹੁੰਦੀ ਹੈ ਨਾ, ਤਾਂ ਹਾਫ ਲਿਖ ਲਿਆ। ਸਕੇਅਰ ਰੂਟ ਸਾਡੇ ਕੋਲ ਕੀ ਹੁੰਦੀ ਹੈ, ਹਾਫ ਪਾਵਰ, ਹਾਫ ਲਿਖ ਲਿਆ। ਫਿਰ ਅਸੀਂ ਇੱਕ ਬ੍ਰੈਕਟ ਲਗਾਉਣੀ ਹੈ, ਫਿਰ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਫਿਰ ਸਕੇਅਰ ਰੂਟ ਕਰਨਾ ਹੈ। ਸਕੇਅਰ ਰੂਟ ਕੀ ਹੁੰਦਾ ਸਾਡੇ ਕੋਲ, ਹਾਫ ਪਾਵਰ, ਇਸ ਕਰਕੇ ਹਾਫ ਲਿਖ ਲਿਆ, ਫਿਰ ਬ੍ਰੈਕਟ ਲਗਾ ਲਈ। ਫਿਰ ਸਾਡੇ ਕੋਲ ਕੀ ਹੈ, ਸਕੇਅਰ ਰੂਟ, ਫਿਰ ਸਾਡੇ ਕੋਲ ਜਿਹੜਾ ਰੀਅਲ ਪਾਰਟ ਹੈ ਉਹਦਾ ਸਕੇਅਰ, ਮਤਲਬ a ਦਾ ਸਕੇਅਰ, ਫਿਰ ਪਲੱਸ ਜਿਹੜਾ ਆਪਣੇ ਕੋਲ ਇਮੈਜਨਰੀ ਪਾਰਟ ਹੈ ਉਹਦਾ ਸਕੇਅਰ, ਮਤਲਬ b ਦਾ ਸਕੇਅਰ। ਠੀਕ ਹੈ ਜੀ। ਆ ਜਿਹੜੀ ਸਕੇਅਰ ਰੂਟ ਹੈ ਥੋੜ੍ਹਾ ਜਿਹਾ ਹੋਰ ਜਿਹੜਾ ਵੱਡਾ ਕਰ ਲਓ, ਤਾਂ ਇਹ ਆਪਣੇ ਕੋਲ ਕੀ ਆ ਗਿਆ ਰਾਜੇ, ਸਕੇਅਰ ਰੂਟ ਆਫ a ਸਕੇਅਰ ਪਲੱਸ b ਸਕੇਅਰ, ਪਲੱਸ ਆ ਜਿਹੜਾ ਪਲੱਸ ਹੈ ਨਾ, ਆ ਇਸ ਸਕੇਅਰ ਰੂਟ ਤੋਂ ਬਾਹਰ ਹੈ, ਪਲੱਸ a ਦੇ ਮਤਲਬ ਰੀਅਲ ਪਾਰਟ ਦੇ। ਠੀਕ ਹੈ ਜੀ। ਤਾਂ ਇੱਥੇ ਬ੍ਰੈਕਟ ਜਿਹੜੀ ਹੈ ਆਹ ਕਲੋਜ਼ ਕਰ ਦੇਣੀ ਹੈ, ਆਹ ਬ੍ਰੈਕਟ ਜਿਹੜੀ ਹੈ ਕਲੋਜ਼ ਹੋ ਗਈ। ਤਾਂ ਦੁਬਾਰਾ ਇੱਕ ਵਾਰ ਦੇਖ ਲੈਂਦੇ ਹਾਂ ਰਾਜੇ ਕੀ ਹੈ, ਹਜੇ ਕੰਪਲੀਟ ਨਹੀਂ ਹੋਇਆ। ਤਾਂ ਸਾਨੂੰ ਅਗਰ ਕਹਿ ਦਿੱਤਾ ਜਾਵੇ a ਪਲੱਸ ਆਈਟਾ b ਦਾ ਸਕੇਅਰ ਰੂਟ ਫਾਈਂਡ ਆਊਟ ਕਰਨਾ ਹੈ, ਤਾਂ ਉਹਦਾ ਸ਼ਾਰਟਕਟ ਕੀ ਹੈ, ਇਹ ਮੈਥਡ ਆਪਣੇ ਕੋਲ ਕੀ ਹੈ, ਸ਼ਾਰਟਕਟ ਮੈਥਡ ਹੈ। ਸ਼ਾਰਟਕਟ ਤਾਂ ਉਹ ਕੀ ਹੈ ਆਪਣੇ ਕੋਲ, ਪਲੱਸ ਮਾਈਨਸ ਵੱਡੀ ਬ੍ਰੈਕਟ ਸਕੇਅਰ ਰੂਟ, ਫਿਰ ਸਕੇਅਰ ਰੂਟ ਕੀ ਹੁੰਦਾ, ਹਾਫ, ਇਹ ਯਾਦ ਰੱਖਣ ਦਾ ਤਰੀਕਾ ਹੈ, ਹਾਫ ਪਾਵਰ ਹੁੰਦੀ ਹੈ, ਇਸ ਕਰਕੇ ਮੈਂ ਹਾਫ ਲਿਖ ਲਿਆ। ਫਿਰ ਆਪਣੇ ਕੋਲ ਬ੍ਰੈਕਟ ਤੋਂ ਬਾਅਦ ਅਸੀਂ ਕੀ ਲਿਖ ਲਿਆ, ਸਕੇਅਰ ਰੂਟ ਆਫ ਰੀਅਲ ਪਾਰਟ ਦਾ ਸਕੇਅਰ ਪਲੱਸ ਇਮੈਜਨਰੀ ਪਾਰਟ ਦਾ ਸਕੇਅਰ ਪਲੱਸ ਰੀਅਲ ਪਾਰਟ, ਅੱਗੇ ਪਲੱਸ, ਫਿਰ ਲਿਖਣਾ ਆਈਟਾ, ਕਿਉਂਕਿ ਸਾਨੂੰ ਪਤਾ ਜਿਹੜਾ ਆਨਸਰ ਅਸੀਂ ਦੇਖਿਆ ਸੀਗਾ ਸਕੇਅਰ ਰੂਟ ਦਾ, ਉਹਦੇ ਵਿੱਚ ਰੀਅਲ ਪਾਰਟ ਤੇ ਇਮੈਜਨਰੀ ਪਾਰਟ ਦੋਨੇ ਹੁੰਦੇ ਨੇ। ਤਾਂ ਆ ਤਾਂ ਸੀ ਆਪਣੇ ਕੋਲ ਰੀਅਲ ਪਾਰਟ ਜਿਹਦੇ ਨਾਲ ਆਈਟਾ ਨਹੀਂ ਲੱਗਿਆ, ਪਲੱਸ ਆਈਟਾ। ਫਿਰ ਕੀ ਲਿਖਾਂਗੇ ਹੁਣ, ਉਵੇਂ ਸੇਮ ਜਿਹੜਾ ਅਸੀਂ ਰੀਅਲ ਪਾਰਟ ਲਿਖਿਆ ਸੀ ਉਹਦੇ ਵਾਂਗੂ, ਸਭ ਤੋਂ ਪਹਿਲਾਂ ਸਕੇਅਰ ਰੂਟ ਲੈ ਲਿਆ, ਸਕੇਅਰ ਰੂਟ ਹੈ ਇਹਦੀ ਪਾਵਰ ਕਿੰਨੀ ਹੁੰਦੀ ਹੈ, ਹਾਫ, ਤਾਂ ਹਾਫ ਲਿਖ ਲਿਆ। ਫਿਰ ਬ੍ਰੈਕਟ ਸ਼ੁਰੂ ਕਰਤੀ ਰਾਜੇ, ਫਿਰ ਸਕੇਅਰ ਰੂਟ ਪਾ ਲਿਆ, ਫਿਰ ਲਿਖ ਲਿਆ ਰੀਅਲ ਪਾਰਟ ਦਾ ਸਕੇਅਰ
प्लस इमेजिनरी पार्ट का स्केयर। कितना सौखा ना, एक याद कर लिया तो दूजा पार्ट भी याद ही हो जू, जब वो नाल दा ही है। वो भी तो स्केयर रूट ऑफ ए स्केयर प्लस बी स्केयर सी, ये भी स्केयर रूट ऑफ ए स्केयर प्लस बी स्केयर है। तो फर्क कितने है? फर्क है राजे इत्थे आ जाऊगा अपने को आ स्केयर रूट थोड़ा बड़ा कर लो, इत्थे आ जाऊगा अपने को माइनस ए ब्रैकेट क्लोज। तो ये फॉर्मूला उदों यूज़ करना है तो इत्थे वड्डी ब्रैकेट भी क्लोज कर देनी है, जी आह वाली ब्रैकेट है वो भी इनू क्लोज जो असी कर देना है इत्थे। तो ये साडे कोल राजे शॉर्टकट है। ये थोड़ा बहुत औखा लग रहा है, लेकिन जो तुसी क्वेश्चंस नू सॉल्व करोगे तो बहुत ही ज़्यादा तुहाडे कोल ईजी हो जाएगा याद रखना। कुछ तुसी मैं जिद्दां अपना मैथड बनाया हुआ याद रखने का, तुसी भी अपना कोई मैथड बना सकते हो, जरूरी नहीं है इस नू ही फॉलो करना है। तो मैं भी इस मैथड बनाया, तुसी भी अपना कोई मैथड बना सकते हो जिस नाल तुसी इसनू मैमोराइज कर पाओ। तो जदों साडे कोल स्केयर रूट ऑफ ए माइनस बी होवे उदों असीं किस तरह सॉल्व करना है, उदों इनू किस तरह लिखना है, किहड़ी शॉर्ट ट्रिक है उस टाइम। तो वो बराबर होंदी है राजे प्लस माइनस। सब तो पहले असीं वड्डी ब्रैकेट पाउणी है, सेम ही है, कुछ डिफरेंस नहीं है। फिर असीं स्केयर रूट पाउणा है वड्डा सारा, फिर असीं स्केयर रूट सानूं पता हाफ पावर होंदी है, लिख लिया। फिर एक छोटी ब्रैकेट स्टार्ट करनी है, फिर स्केयर रूट लिखना है किहदा ए स्केयर प्लस बी स्केयर का, जमा ही सेम है राजे। उस तो बाद असीं की लिखना गा इत्थे, इत्थे लिखना प्लस ए ते ब्रैकेट नूं कर देना है बंद कर देना है। उस तो बाद राजे जिहड़ी चेंजिज आए ने आ माइनस किहदे अगे है, आयटा अगे माइनस है ना, तो इत्थे माइनस लगा देना आयटा अगे, ये याद रखने का तरीका है। फिर अजे असीं की करना है, फिर स्केयर रूट लैना है वड्डा। उस तो बाद असीं की करना है हाफ लिखना है, फिर असीं ब्रैकेट स्टार्ट करनी है, फिर स्केयर रूट लैना है, फिर इत्थे आ जाऊ ए स्केयर प्लस बी स्केयर ते इत्थे की आ जाऊ माइनस ए वड्डी ब्रैकेट के अंदर। तो सॉरी वड्डी स्केयर रूट के अंदर, तो ब्रैकेट नूं छोटी नूं बंद कर देना है। ये साडे कोल जिहड़ा है अपना इमेजिनरी पार्ट आ गया। उस तो बाद आपां की करना आ जिहड़ी वड्डी असीं ब्रैकेट ओपन कीती सी उहनूं भी असीं की कर देना बंद कर देना है। तो तुसीं देखोगे की डिफरेंस है दोनों विच। एक डिफरेंस है भी आयटा मूहरे माइनस है तो माइनस लिखता, आयटा मूहरे प्लस है तो प्लस लिखता। दूजा डिफरेंस की है जी कि अपना जिहड़ा प्लस यही डिफरेंस है मेन, तो प्लस माइनस का ही, होर तो कोई डिफरेंस नहीं है। देखोगे तुसीं हाफ स्केयर रूट ऑफ ए स्केयर प्लस बी स्केयर प्लस ए, हाफ स्केयर रूट ऑफ ए स्केयर प्लस बी स्केयर ए प्लस ए, उस तो प्लस का इत्थे माइनस का, उस तो फिर स्केयर रूट, फिर हाफ, फिर स्केयर रूट ऑफ ए स्केयर प्लस बी स्केयर, फिर माइनस ए। तो बी ग्रेटर दैन जो जीरो होना चाहिए दोनों केस। तो कोई जड़ा बाला इन्होंने दोनों में डिफरेंस नहीं है। एक फार्मूला याद कर लिया, दूजा सूँ अपने आप याद रह जाना है। आयटा अगर प्लस का तो प्लस लग जू, आयटा अगर माइनस का तो इतने माइनस जरा लग जाएगा। बस यही जो मेन डिफरेंस है। हुण आपां की करांगे, एग्जाम्पल करांगे इस क्वेश्चन के लिए। मैं कहा सी पर्टिकुलर क्वेश्चन के विच असीं यूज़ करांगे इसनूं, तो वो पर्टिकुलर क्वेश्चन जिहड़ा है वो भी असीं देख लैंदे भी भाई किस तरह के क्वेश्चन जिहड़े ने उन्हां विच इन्हां दी वरतों हुंदी है। एग्जाम्पल लैके सानूं जिहड़ा है वही क्लीयर हो जाएगा भी क्यों असीं इहदी वरतों जिहड़ी आ वो करनी है, क्यों इहनूं याद रखना है। ਤਾਂ ਅਸੀਂ ਇੱਕ एग्जाम्पल की हैल्प के नाल समझ लैने कि किस तरह के क्वेश्चन जिहड़े ने असीं मैथड 3 ਦੇ ਨਾਲ या फिर शॉर्टकट के नाल सॉल्व कर सकते हाँ। ये एग्जाम्पल है, ये साडे कोल दो लैक्चर आर्केटर 2016 का यह प्रश्न है कि स्केयर रूट ऑफ आयटा प्लस स्केयर रूट ऑफ माइनस आयटा की वैल्यू जिहड़ी असीं फाइंड आउट करनी है। तो अगर जे तुसीं इसनूं मैथड 1 या फिर मैथड 2 नाल इसनूं सॉल्व करके देखो, तो इसदा जिहड़ा ये मैथड है, जिहड़े पहला ते दूसरा मैथड जिहड़े है उन्हां विच जिहड़ा है काफ़ी समा लग जाना है इसनूं सॉल्व करन दे विच। अते जिहड़ी इस दियां ऑप्शनस ने, तुसीं ऑप्शनस देखो तो इस दी ऑप्शनस ने 0, बी ऑप्शन दे रखी है सानूं स्केयर रूट ऑफ 2, तो सी ऑप्शन दे रखी है सानूं आयटा, तो डी ऑप्शन दे रखी है सानूं माइनस आयटा। तो ऑप्शन जिहड़ियां ने उन्हां दी हैल्प दे नाल भी तुसीं इहदा जिहड़ा आंसर है उसनूं नहीं दस सकदे भी की होवेगा। तो इस सिचुएशन दे विच राजे जिहड़ा सानूं शॉर्टकट जिहड़ा यूज़ करना पैना, उस तो बिना ये आंसर जिहड़ा है एग्जाम दे विच सॉल्व जिहड़ा है वो नहीं होना। तो असीं इसदा सल्यूशन देख लैंदे कि किस तरह इहनूं सॉल्व करना है। सल्यूशन दे विच असीं सब तो पहला गल करिए तो शॉर्टकट सानूं पता होना चाहिए। शॉर्टकट मैं ऊपर लिख दिते ने कि अगर ए प्लस आयटा बी है उहदा स्केयर रूट फाइंड आउट करना, तो साडे कोल की शॉर्टकट होवेगा। अगर ए माइनस आयटा बी है तो स्केयर रूट उहदा फाइंड आउट करना, तो की साडे कोल शॉर्टकट होवेगा। तो जे असीं देखिए तो आ जिहड़ी साडे कोल वैल्यू है, सॉरी जिहड़ी अपने कोल एक्सप्रैशन है स्केयर रूट ऑफ आयटा प्लस स्केयर रूट ऑफ माइनस आयटा, कि असीं इसनूं इस तरह भी लिख सकते हैं कि स्केयर रूट ऑफ 0 प्लस आयटा प्लस स्केयर रूट ऑफ 0 माइनस आयटा, कि असीं इस तरह लिख सकते हैं। हाँ जी, तो इस तो बाद राजे सानूं पता है कि इत्थे जिहड़े साडे कोल दो क्वेश्चन बन गए, ये क्वेश्चन 1 बन गया, ये क्वेश्चन 2 बन गया। जिहड़ा क्वेश्चन 1 है उहदे विच तां ए प्लस आयटा बी दी फॉर्म बन रही है, आयटा दे नाल इत्थे असीं 1 भी सपोज कर सकते हैं, बी अपने कोल 1 है, ए 0 है।
ਅਤੇ ਜਿਹੜਾ ਦੂਜਾ ਪੋਰਸ਼ਨ ਹੈ ਇਹਦੇ ਵਿੱਚ ਆਪਣੇ ਕੋਲ a ਮਾਈਨਸ ਆਇਟਾ b ਦੀ ਜਿਹੜੀ ਫਾਰਮ ਬਣ ਰਹੀ ਹੈ। ਤਾਂ ਅਸੀਂ ਕੀ ਕਰਾਂਗੇ ਰਾਜੇ, ਦੋਨਾਂ ਉੱਤੇ ਦੋਨੇ ਫਾਰਮੂਲੇ ਹੀ ਲਗਾਉਣੇ ਪੈਣਗੇ। ਇਸ ਕੁਐਸਚਨ ਤੇ ਦੋਨੇ ਫਾਰਮੂਲੇ ਹੀ ਯੂਜ਼ ਕਰਨੇ ਪੈਣਗੇ। ਤਾਂ ਅਸੀਂ ਕੀ ਕਰਾਂਗੇ, ਅੱਡ ਅੱਡ ਕਰਕੇ ਇਹਨੂੰ ਸੋਲਵ ਕਰ ਲੈਂਦੇ ਹਾਂ। ਬਾਅਦ 'ਚ ਅਸੀਂ ਦੋਨਾਂ ਨੂੰ ਕੀ ਕਰ ਦਾਂਗੇ, ਐਡ ਕਰ ਦਾਂਗੇ। ਤਾਂ 0 ਪਲੱਸ ਆਇਟਾ, ਜਿਹੜਾ 0 ਪਲੱਸ ਆਇਟਾ ਹੈ ਉਹਦੇ ਵਾਸਤੇ ਮੈਂ ਕੀ ਕਰੂੰਗਾ, ਸ਼ਾਰਟਕਟ ਲਗਾਊਂਗਾ। ਉਹ ਹੈ ਇਸ ਤਰ੍ਹਾਂ, ਪਲੱਸ ਮਾਈਨਸ, ਫਿਰ ਵੱਡੀ ਬ੍ਰੈਕਟ ਸਟਾਰਟ ਹੋ ਜੂਗੀ, ਫਿਰ ਸਕੁਏਅਰ ਰੂਟ ਸਾਰਿਆਂ ਦਾ, ਫਿਰ ਲਿਖੂੰਗਾ ਮੈਂ ਹਾਫ, ਫਿਰ ਬ੍ਰੈਕਟ, ਫਿਰ ਸਕੁਏਅਰ ਰੂਟ, ਫਿਰ ਏ ਸਕੁਏਅਰ ਆਪਣੇ ਕੋਲ ਕਿੰਨਾ ਹੈ 0, ਤਾਂ 0 ਦਾ ਸਕੁਏਅਰ। ਤੇ ਫਿਰ ਕੀ ਕਰਾਂਗੇ, 20 ਪਲੱਸ b ਸਕੁਏਅਰ, ਤਾਂ b ਸਕੁਏਅਰ ਕਿੰਨਾ 1, ਤਾਂ 0 ਸਕੁਏਅਰ ਪਲੱਸ 1 ਸਕੁਏਅਰ ਆਪਣੇ ਕੋਲ ਕਿੰਨਾ ਆ ਗਿਆ, 1 ਹੀ ਆ ਗਿਆ। ਉਸ ਤੋਂ ਬਾਅਦ ਰਾਜੇ ਆਪਣੇ ਕੋਲ ਕੀ ਹੈ, ਪਲੱਸ 1 ਪਲੱਸ a ਆਪਣੇ ਕੋਲ ਕਿੰਨਾ ਰਾਜੇ 0, ਤਾਂ ਪਲੱਸ ਕੀ ਆ ਜਾਊਗਾ 0 ਆਪਣੇ ਕੋਲ ਆ ਜਾਊਗਾ। ਇੱਥੇ ਛੋਟੀ ਬ੍ਰੈਕਟ ਜਿਹੜੀ ਕਲੋਜ਼ ਹੁੰਦੀ ਹੈ। ਉਸ ਤੋਂ ਬਾਅਦ ਆਪਾਂ ਨੂੰ ਪਤਾ ਇੱਥੇ ਪਲੱਸ ਦਾ ਨਿਸ਼ਾਨਾ ਕਿਉਂਕਿ ਆਇਟਾ ਦੇ ਨਾਲ ਪਲੱਸ ਲੱਗਿਆ ਹੋਇਆ, ਪਲੱਸ ਆਇਟਾ, ਫਿਰ ਸਕੁਏਅਰ ਰੂਟ ਜਿਹੜਾ ਆਪਣੇ ਕੋਲ ਹੋ ਜਾਊਗਾ ਸ਼ੁਰੂ, ਫਿਰ ਹਾਫ, ਫਿਰ ਬ੍ਰੈਕਟ, ਫਿਰ ਸਕੁਏਅਰ ਰੂਟ, ਫਿਰ ਕੀ ਕਰਾਂਗੇ a ਸਕੁਏਅਰ। a ਕਿੰਨਾ 0 ਤੇ b ਕਿੰਨਾ 1, ਤਾਂ 0 ਪਲੱਸ 1 1 ਆ ਗਿਆ ਆਪਣੇ ਕੋਲ। ਉਸ ਤੋਂ ਬਾਅਦ ਰਾਜੇ ਆਪਣੇ ਕੋਲ ਕੀ ਹੈ, ਮਾਈਨਸ a ਕਿੰਨਾ 0, ਤਾਂ ਮਾਈਨਸ a ਬ੍ਰੈਕਟ ਕਲੋਜ਼, ਤਾਂ ਵੱਡੀ ਬ੍ਰੈਕਟ ਵੀ ਇੱਥੇ ਕੀ ਕਰ ਦਾਂਗੇ, ਕਲੋਜ਼। ਤਾਂ ਇਹਨੂੰ ਸੋਲਵ ਕਰਕੇ ਸਾਡੇ ਕੋਲ ਕਿੰਨਾ ਆਂਸਰ ਆ ਗਿਆ ਰਾਜੇ। ਹੁਣ ਦੇਖੋ ਆਪਾਂ ਇੱਥੇ ਪਲੱਸ ਮਾਈਨਸ ਨਹੀਂ ਲਿਖ ਸਕਦੇ, ਕਿਉਂ, ਕਿਉਂਕਿ ਸਾਨੂੰ ਆਲਰੇਡੀ ਪਤਾ ਹੈ ਵੀ ਇਹਨਾਂ ਦੋਨਾਂ ਵਿਚਾਲੇ ਪਲੱਸ ਦਾ ਨਿਸ਼ਾਨ ਹੈ। ਅਗਰ ਇੱਥੇ ਪਲੱਸ 1 ਮਾਈਨਸ 1 ਲਿਖ ਦਿੱਤਾ ਤਾਂ ਆਪਣੇ ਕੋਲ ਜਿਹੜਾ ਹੈ ਉਹ ਇੱਥੇ ਸੋਲਿਊਸ਼ਨ ਜਿਹੜਾ ਹੋ ਨਹੀਂ ਪਾਉਣਾ, ਇੱਥੇ ਜਿਹੜਾ ਆਪਣੇ ਕੋਲ ਹੱਲ ਨਹੀਂ ਹੋ ਪਾਉਣਾ। ਤਾਂ ਆਪਾਂ ਕੀ ਕਰਾਂਗੇ, ਇੱਥੇ ਪਲੱਸ ਮਾਈਨਸ 1 ਇਸ ਮੈਥਡ ਦੇ ਵਿੱਚ ਇੱਥੇ ਨਹੀਂ ਲਿਖਾਂਗੇ। ਤਾਂ ਉਸ ਤੋਂ ਬਾਅਦ ਜੇ ਇਸ ਨੂੰ ਸੋਲਵ ਕਰਕੇ ਕਿੰਨਾ ਆ ਗਿਆ ਸਾਡੇ ਕੋਲ, ਦੇਖੋ ਜੀ, ਸਕੁਏਅਰ ਰੂਟ ਆਫ 1 ਤਾਂ 1 ਹੁੰਦਾ, ਤਾਂ 1 ਪਲੱਸ 0 1, ਤਾਂ ਆਪਣੇ ਕੋਲ ਕਿੰਨਾ ਬਚਿਆ ਹਾਫ, ਤਾਂ ਸਕੁਏਅਰ ਰੂਟ ਆਫ ਹਾਫ ਜਿਹੜਾ ਸਾਡੇ ਕੋਲ ਇੱਥੇ ਬਚ ਗਿਆ 1/2 ਪਲੱਸ ਆਇਟਾ। ਇੱਥੇ ਕਿੰਨਾ ਬਚ ਰਿਹਾ ਜੀ, ਸਕੁਏਅਰ ਰੂਟ ਆਫ 1 1 ਮਾਈਨਸ 0 1, ਤਾਂ ਹਾਫ ਇੱਥੇ ਫਿਰ ਉਹੀ ਸੇਮ ਜਿਹੜੀ ਰਕਮ ਜਿਹੜੀ ਆਪਣੇ ਕੋਲ ਬਚ ਗਈ। ਤੁਸੀਂ ਇਸ ਨੂੰ ਸਕੁਏਅਰ ਰੂਟ ਆਫ ਹਾਫ ਵੀ ਲਿਖ ਸਕਦੇ ਹੋ, ਜਾਂ ਫਿਰ 1/ਸਕੁਏਅਰ ਰੂਟ ਆਫ 2 ਪਲੱਸ ਆਇਟਾ 1/ਸਕੁਏਅਰ ਰੂਟ ਆਫ 2, ਇੱਦਾਂ ਵੀ ਅਸੀਂ ਇਸ ਨੂੰ ਲਿਖ ਸਕਦੇ ਹਾਂ। ਹੁਣ ਜੀ ਅਸੀਂ ਇੱਕ ਪਹਿਲਾ ਪਾਰਟ ਤਾਂ ਅਸੀਂ ਇਹਨੂੰ ਸੋਲਵ ਕਰ ਲਿਆ। ਤੁਸੀਂ ਕੀ ਕਰਨਾ, ਹੁਣ ਦੂਜਾ ਪਾਰਟ ਸੋਲਵ ਕਰਨਾ ਹੈ। ਤਾਂ ਦੂਜਾ ਪਾਰਟ ਦੇਖੋ, 0 ਮਾਈਨਸ ਆਇਟਾ ਕਾਹਦੇ ਬਰਾਬਰ ਹੋਵੇਗਾ, ਵੱਡੀ ਬ੍ਰੈਕਟ ਸਟਾਰਟ ਕਰ ਲੈਣੀ ਹੈ, ਫਿਰ ਸਕੁਏਅਰ ਰੂਟ, ਫਿਰ ਕੀ ਕਰਨਾ ਹੈ ਹਾਫ, ਫਿਰ ਬ੍ਰੈਕਟ, ਫਿਰ ਸਕੁਏਅਰ ਰੂਟ, 0 ਦਾ ਸਕੁਏਅਰ 0 ਸਕੁਏਅਰ 0 ਪਲੱਸ b ਸਕੁਏਅਰ 1, ਤਾਂ ਆਪਣੇ ਕੋਲ ਕਿੰਨਾ ਆ ਗਿਆ 0 ਪਲੱਸ 1 1 ਹੀ ਆ ਗਿਆ ਜੀ ਇੱਥੇ। ਤਾਂ ਪਲੱਸ a ਕਿੰਨਾ ਆ ਗਿਆ ਆਪਣੇ ਕੋਲ, ਪਲੱਸ 0, ਤਾਂ ਆਪਣੇ ਕੋਲ ਕੀ ਆ ਗਿਆ, ਸਕੁਏਅਰ ਰੂਟ ਆਫ 1 ਹੀ ਬਚਦਾ। ਇੱਥੇ ਪਲੱਸ 0 ਵੀ ਲਿਖ ਸਕਦੇ ਹੋ, ਇੱਕ ਗੱਲ ਹੀ ਹੈ ਜੀ। ਉਸ ਤੋਂ ਬਾਅਦ ਕੀ ਹੈ ਆਪਣੇ ਕੋਲ ਮਾਈਨਸ, ਕਿਉਂਕਿ ਇਸ ਦੇ ਵਿੱਚ ਆਪਣੇ ਕੋਲ ਆਇਟਾ ਨਾਲ ਕੀ ਹੈ, ਮਾਈਨਸ ਹੈ, ਤਾਂ ਫਿਰ ਸਕੁਏਅਰ ਰੂਟ ਸਟਾਰਟ ਹੁੰਦਾ ਆਪਣੇ ਕੋਲ, ਫਿਰ ਕਿੰਨਾ ਆ ਗਿਆ ਹਾਫ, ਫਿਰ ਆਪਣੇ ਕੋਲ ਬ੍ਰੈਕਟ, ਫਿਰ ਆਪਣੇ ਕੋਲ ਕੀ ਹੁੰਦਾ ਸਕੁਏਅਰ ਰੂਟ ਆਫ a ਸਕੁਏਅਰ ਪਲੱਸ b ਸਕੁਏਅਰ। ਹੁਣ ਰਾਜੇ ਇੱਥੇ ਆਪਣੇ ਕੋਲ b ਦੀ ਵੈਲਿਊ -1 ਹੈ, ਲੇਕਿਨ ਜਦੋਂ ਆਪਾਂ b ਸਕੁਏਅਰ ਕਰਾਂਗੇ ਤਾਂ ਉਹ 1 ਹੀ ਆ ਜਾਊਗੀ। ਤਾਂ ਇੱਥੇ ਇਸ ਚੀਜ਼ 'ਚ ਕਨਫਿਊਜ਼ ਨਹੀਂ ਹੋਣਾ। ਤਾਂ a ਸਕੁਏਅਰ ਪਲੱਸ b ਸਕੁਏਅਰ ਕਿੰਨਾ ਆ ਗਿਆ ਆਪਣੇ ਕੋਲ, 0 ਪਲੱਸ 1 1 ਹੀ ਆ ਗਿਆ, ਮਾਈਨਸ a ਮਾਈਨਸ 0 ਆਪਣੇ ਕੋਲ ਜਿਹੜਾ ਇੱਥੇ ਆ ਗਿਆ। ਤੇ ਇਹਨੂੰ ਸੋਲਵ ਕਰਕੇ ਸਾਡੇ ਕੋਲ ਕਿੰਨਾ ਆ ਗਿਆ, ਉਹ ਆ ਗਿਆ ਰਾਜੇ ਸਕੁਏਅਰ ਰੂਟ ਆਫ ਹਾਫ, ਕਿਉਂਕਿ ਆ ਸਕੁਏਅਰ ਰੂਟ ਆਫ 1 ਤਾਂ 1 ਹੀ ਹੁੰਦਾ, ਸਕੁਏਅਰ ਰੂਟ ਆਫ ਹਾਫ ਮਾਈਨਸ ਆਇਟਾ, ਇੱਧਰ ਵੀ ਆਪਣੇ ਕੋਲ ਕਿੰਨਾ ਆ ਗਿਆ, ਸਕੁਏਅਰ ਰੂਟ ਆਫ ਹਾਫ ਹੀ ਆ ਗਿਆ। ਇਸ ਨੂੰ ਅਸੀਂ 1/ਸਕੁਏਅਰ ਰੂਟ ਆਫ 2 ਮਾਈਨਸ ਆਇਟਾ 1/ਸਕੁਏਅਰ ਰੂਟ ਆਫ 2 ਵੀ ਲਿਖ ਸਕਦੇ ਹਾਂ। ਹੁਣ ਜੇ ਸਾਨੂੰ ਪਤਾ ਹੈ ਅਸੀਂ ਕੀ ਕਰਨਾ ਹੈ, ਅਸੀਂ ਇਹਨਾਂ ਦੋਨਾਂ ਨੂੰ ਕੀ ਕਰਨਾ ਹੈ, ਐਡ ਕਰਨਾ, ਤਾਂ ਆਪਣੇ ਕੋਲ ਆਨਸਰ ਆ ਜਾਵੇਗਾ। ਤਾਂ ਤੁਸੀਂ ਦੇਖੋ ਸਿਰਫ 3 ਸਟੈਪ ਦੇ ਵਿੱਚ ਹੀ ਅਸੀਂ ਆਨਸਰ ਕੱਢਤਾ, ਤੇ ਸਾਨੂੰ ਜਿਹੜਾ ਹੈ ਸ਼ਾਰਟਕਟ ਦੇ ਨਾਲ ਇਹ ਈਜ਼ੀ ਹੋ ਜਾਂਦਾ ਕਿ ਅਸੀਂ ਜਿਹੜਾ ਹੈ ਉਹ ਬਹੁਤ ਹੀ ਜਲਦੀ ਜਿਹੜਾ ਕੁਐਸਚਨ ਨੂੰ ਸੋਲਵ ਕਰ ਪਾਉਂਦੇ ਆ। ਤਾਂ ਰਾਜੇ ਪੇਪਰ ਦੇ ਵਿੱਚ ਜਿਹੜਾ ਇਹ ਸ਼ਾਰਟਕਟ ਯਾਦ ਤਾਂ ਰਹੂਗਾ ਜੇ ਤੁਸੀਂ ਇਸ ਦੇ ਨਾਲ ਰਿਲੇਟਡ ਕੋਈ ਰਾਈਮ ਜਾਂ ਫਿਰ ਕੋਈ ਮੈਮਰੀ ਜਿਹੜੀ ਬਣਾ ਲਓਗੇ, ਇਸ ਨੂੰ ਕਿਸੇ ਪਿਕਚਰ ਦੇ ਰੂਪ 'ਚ ਜਿਹੜਾ ਤੁਸੀਂ ਯਾਦ ਰੱਖੋਗੇ, ਤਾਂ ਫਿਰ ਤੁਹਾਡਾ ਜਿਹੜੀ ਇਹ ਤਿਆਰੀ ਹੋ ਜਾਵੇਗੀ। ਜਿੱਦਾਂ ਮੈਂ ਯਾਦ ਕੀਤਾ ਹੈ ਕਿ ਸਕੁਏਅਰ ਰੂਟ ਤੋਂ ਬਾਅਦ ਫਿਰ ਹਾਫ, ਫਿਰ ਬ੍ਰੈਕਟ, ਫਿਰ ਸਕੁਏਅਰ ਰੂਟ, ਫਿਰ a ਸਕੁਏਅਰ ਪਲੱਸ b ਸਕੁਏਅਰ ਉਹੀ ਲਿਖ ਦੇਣਾ ਹੈ, ਫਿਰ ਪਲੱਸ a ਤੇ ਮਾਈਨਸ a। ਤਾਂ ਇੱਦਾਂ ਤੁਸੀਂ ਇਹਨੂੰ ਆਪਣੇ ਤਰੀਕੇ ਨਾਲ ਜਿਹੜਾ ਯਾਦ ਰੱਖਣਾ ਹੈ। ਉੱਥੇ ਜੇ ਪਲੱਸ ਮਾਈਨਸ ਦੀ ਗਲਤੀ ਹੋ ਗਈ ਤਾਂ ਕੁਐਸਚਨ ਜਿਹੜਾ ਗਲਤ ਹੋ ਜਾਵੇਗਾ। ਤਾਂ ਹੁਣ ਅਸੀਂ ਕਹਾਂਗੇ ਸਕੁਏਅਰ ਰੂਟ ਆਫ ਆਇਟਾ ਪਲੱਸ ਸਕੁਏਅਰ ਰੂਟ ਆਫ ਮਾਈਨਸ ਆਇਟਾ, ਸਾਡੇ ਕੋਲ ਕਿੰਨਾ ਆ ਗਿਆ, ਇਹਨਾਂ ਦੋਨਾਂ ਨੂੰ ਅਸੀਂ ਕੀ ਕਰ ਦੇਣਾ, ਐਡ ਕਰ ਦੇਣਾ ਹੈ। ਤਾਂ ਐਡ ਕਰਕੇ ਕੀ ਬਣ ਗਿਆ, ਪਹਿਲਾਂ ਆਊਗਾ ਸਕੁਏਅਰ ਰੂਟ ਆਫ 1/ਸਕੁਏਅਰ ਰੂਟ ਆਫ 2 ਪਲੱਸ ਆਇਟਾ 1/ਸਕੁਏਅਰ ਰੂਟ ਆਫ 2, ਫਿਰ ਅਸੀਂ ਕੀ ਲਿਖਾਂਗੇ ਪਲੱਸ, ਜਿਹੜੀ ਆ ਪਲੱਸ ਹੈ, ਫਿਰ ਉਸ ਤੋਂ ਬਾਅਦ ਆਊਗਾ ਰਾਜੇ ਆਪਣੇ ਕੋਲ 1/√2 ਮਾਈਨਸ ਆਇਟਾ 1/√2। ਤਾਂ ਤੁਸੀਂ ਦੇਖੋਗੇ ਆਹ ਤੇ ਆਹ ਕੈਂਸਲ ਆਊਟ ਹੋ ਗਏ, ਤਾਂ ਸਾਡੇ ਕੋਲ ਕਿੰਨਾ ਬਚਦਾ 1/ਸਕੁਏਅਰ ਰੂਟ ਆਫ 2 ਪਲੱਸ 1/ਸਕੁਏਅਰ ਰੂਟ ਆਫ
2 ਜਿਹੜਾ ਸਾਡੇ ਕੋਲ ਬਚ ਗਿਆ। ਤਾਂ ਇਹ ਸਾਡੇ ਕੋਲ ਜਿਹੜਾ ਰਾਜੇ ਸੋਲਵ ਕਰਨ ਤੋਂ ਬਾਅਦ ਜਿਹੜਾ ਉਹ ਬਚ ਗਈਆਂ ਇਹ ਦੋਨੇ ਚੀਜ਼ਾਂ। ਨੈਕਸਟ ਅਸੀਂ ਕੀ ਕਰਾਂਗੇ, ਹੁਣ ਅਸੀਂ ਜਸਟ ਇਹਨੂੰ ਕੀ ਕਰ ਦੇਣਾ, ਐਡ ਕਰ ਦੇਣਾ। ਤਾਂ ਆਪਣੇ ਕੋਲ ਕਿੰਨਾ ਆ ਜਾਊਗਾ, 2/√2 ਆ ਗਿਆ। ਇਹਨੂੰ ਕੈਂਸਲ ਕਰਕੇ ਆਪਣੇ ਕੋਲ ਆਨਸਰ ਕਿੰਨਾ ਆ ਗਿਆ, √2 ਆਨਸਰ ਆ ਗਿਆ। ਤਾਂ ਆਪਣੀ ਆਪਸ਼ਨ ਕਿਹੜੀ ਸਹੀ ਹੈ, ਬੀ ਸਹੀ ਹੈ। ਤਾਂ 3 ਹੀ ਸਟੈਪਸ ਦੇ ਵਿੱਚ ਅਸੀਂ ਜਿਹੜਾ ਸਕੁਅਰ ਰੂਟ ਫਾਈਂਡ ਕਰ ਦਿੱਤਾ ਇਸ ਕੰਪਲੀਕੇਟਡ ਕੁਐਸਚਨ ਦਾ। ਤਾਂ ਰਾਜੇ ਸ਼ਾਰਟਕਟ ਜਿਹੜਾ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਸਕੁਅਰ ਰੂਟ ਫਾਈਂਡ ਆਊਟ ਕਰਨ ਵਾਸਤੇ। ਤਾਂ ਮੈਂ ਇਹ ਮਸਟ ਕਹੂੰਗਾ ਕਿ ਇਹ ਤੁਸੀਂ ਸ਼ਾਰਟਕਟ ਕਰਨਾ ਹੈ, ਯਾਦ ਕਰਕੇ ਜਾਣਾ। ਤਾਂ ਇਹ ਐਗਜ਼ਾਮ ਦੇ ਵਿੱਚ ਆਲਰੇਡੀ ਪੇਪਰ ਦੇ ਵਿੱਚ ਆ ਚੁੱਕਿਆ ਇਹ ਕੁਐਸਚਨ ਲੈਕਚਰਰ ਦੇ ਵਿੱਚ 2016 ਦੇ ਪੇਪਰ ਦੇ ਵਿੱਚ। ਤਾਂ ਇਹਨੂੰ ਜਿਹੜਾ ਰਾਜੇ ਇੰਪੋਰਟੈਂਟ ਹੈ, ਤੁਸੀਂ ਬਾਰ-ਬਾਰ ਪ੍ਰੈਕਟਿਸ ਜਿਹੜੀ ਹੈ ਜ਼ਰੂਰ ਕਰਨੀ ਹੈ ਇਸੇ ਦੀ। ਸਕੁਅਰ ਰੂਟ ਆਫ ਯੂਨਿਟੀ ਦਾ ਇੱਕ ਛੋਟਾ ਜਿਹਾ ਟੌਪਿਕ ਹੈ, ਪਹਿਲਾਂ ਉਸ ਨੂੰ ਕੰਪਲੀਟ ਕਰ ਲੈਂਦੇ ਹਾਂ। ਤਾਂ ਸਾਨੂੰ ਕਿਹਾ ਗਿਆ ਕਿ ਅਸੀਂ ਸਕੁਅਰ ਰੂਟ ਆਫ ਯੂਨਿਟੀ ਜਿਹੜਾ ਉਹ ਪਤਾ ਕਰਨਾ ਹੈ। ਤਾਂ ਅਸੀਂ ਕੀ ਕੀਤਾ, ਸਪੋਜ਼ ਕਰ ਲਿਆ ਸਕੁਅਰ ਰੂਟ ਆਫ ਯੂਨਿਟੀ ਨੂੰ, ਮਤਲਬ 1 ਦੇ ਸਕੁਅਰ ਰੂਟ ਨੂੰ x ਦੇ ਬਰਾਬਰ ਅਸੀਂ ਸਪੋਜ਼ ਕਰ ਲਿਆ। ਤਾਂ ਅਸੀਂ ਇਸ ਨੂੰ ਕਿਸ ਤਰ੍ਹਾਂ ਅਰੇਂਜ ਕਰ ਸਕਦੇ ਹਾਂ, ਸਕੁਅਰਿੰਗ ਬੋਥ ਸਾਈਡ ਕਰ ਦਿੱਤਾ। ਤਾਂ ਸਾਡੇ ਕੋਲ ਆ ਜਾਊਗਾ 1 = x² ਦੀ। ਅਸੀਂ ਰੀਅਰੇਂਜ ਕਰ ਲਿਆ, x² - 1 ਕਾਹਦੇ ਇਕੁਅਲ ਆ ਗਿਆ, 0 ਦੇ ਇਕੁਅਲ ਆ ਗਿਆ। ਹੁਣ ਅਸੀਂ ਕੀ ਕਰਾਂਗੇ, x² - 1 = 0 ਤੇ x ਦੀ ਜਗ੍ਹਾ x² - 1 ਦੀ ਜਗ੍ਹਾ ਤੇ ਅਸੀਂ ਕੀ ਲਿਖ ਸਕਦੇ ਹਾਂ, x - 1 x + 1 = 0 ਦੇ। ਤਾਂ ਇੱਥੇ ਸਾਡੇ ਕੋਲ ਜਿਹੜੇ ਰੂਟਸ ਆ ਗਏ ਨੇ ਉਹ ਯੂਨਿਟੀ ਦੇ ਉਹ ਕੀ ਆ ਗਏ ਨੇ, 1, -1। ਤਾਂ ਆਪਾਂ ਕਹਾਂਗੇ ਕਿ ਸਾਡੇ ਕੋਲ ਸਕੁਅਰ ਰੂਟਸ ਆਫ ਯੂਨਿਟੀ ਕੀ ਨੇ, 1, -1 ਨੇ। ਹੁਣ ਜੇ ਤੁਹਾਨੂੰ ਕਹਿ ਦਿੱਤਾ ਜਾਵੇ ਵੀ ਸਕੁਅਰ ਰੂਟ ਆਫ 4 ਦਾ ਇੱਕ ਰੂਟ ਦੱਸੋ, ਸਾਨੂੰ ਕਹਿ ਦਿੱਤਾ ਜਾਵੇ ਵੀ ਸਕੁਅਰ ਰੂਟ ਆਫ 4 ਦਾ ਇੱਕ ਰੂਟ ਦੱਸੋ, ਤਾਂ ਉਹ ਰੂਟ ਕੀ ਹੋਵੇਗਾ, ਉਹ ਹੋਵੇਗਾ 2। ਜੇ ਪਰ ਤੁਹਾਨੂੰ ਕਹਿ ਦੇਣ ਵੀ ਸਕੁਅਰ ਰੂਟ ਆਫ 4 ਦੇ 2 ਰੂਟ ਦੱਸੋ, ਤਾਂ ਅਸੀਂ ਰਾਜੇ ਅਸੀਂ ਕੀ ਕਰਾਂਗੇ, ਸਕੁਅਰ ਰੂਟ ਆਫ 4 ਨੂੰ ਮਲਟੀਪਲਾਈ ਕਰ ਦਾਂਗੇ ਸਕੁਅਰ ਰੂਟਸ ਆਫ ਯੂਨਿਟੀ ਦੇ ਨਾਲ। ਫੋਰ ਐਗਜ਼ਾਮਪਲ ਸਾਨੂੰ ਕਹਿ ਦਿੱਤਾ ਜਾਵੇ ਕਿ ਤੁਸੀਂ 4 ਦਾ ਜਿਹੜਾ ਸਕੁਅਰ ਰੂਟ ਪਤਾ ਕਰੋ, ਸਿੰਗਲ ਇੱਕ ਸਕੁਅਰ ਰੂਟ ਪਤਾ ਕਰੋ, ਤਾਂ ਅਸੀਂ ਕਹਿ ਦਾਂਗੇ ਯਾਰ ਹੈ 2। ਪਰ ਜੇ ਸਾਨੂੰ ਕਹਿ ਦੇਣ ਵੀ ਸਕੁਅਰ ਰੂਟ ਆਫ 4 ਦੇ ਦੋਨੇ ਰੂਟਸ ਪਤਾ ਕਰੋ, ਤਾਂ ਅਸੀਂ ਕੀ ਕਰਾਂਗੇ, 2 ਨੂੰ ਮਲਟੀਪਲਾਈ ਕਰ ਦਾਂਗੇ 1, -1 ਨਾਲ। ਤੇ 1, -1 ਕੀ ਹੈ, ਇਹ ਹੈਗੇ ਨੇ ਸਕੁਅਰ ਰੂਟਸ ਆਫ ਯੂਨਿਟੀ ਦੇ ਸਕੁਅਰ ਰੂਟਸ ਨੇ ਇਹ ਸਾਡੇ ਕੋਲ। ਤਾਂ ਰਾਜੇ ਹੁਣ ਸਾਡੇ ਕੋਲ ਕੀ ਆ ਗਿਆ, 2, -2। ਤਾਂ ਅਸੀਂ ਇਸ ਨੂੰ ਕਿਸ ਤਰ੍ਹਾਂ ਲਿਖ ਸਕਦੇ ਹਾਂ, +-2 ਵੀ ਲਿਖ ਸਕਦੇ ਹਾਂ। ਤਾਂ ਇਸ ਤਰ੍ਹਾਂ ਅਸੀਂ ਸਕੁਅਰ ਰੂਟ ਆਫ ਯੂਨਿਟੀ ਨੂੰ ਕਨਸੈਪਟ ਨੂੰ ਕੀਤਾ। ਉਸ ਤੋਂ ਅਸੀਂ ਦੇਖਿਆ ਵੀ ਕਿਸੇ ਵੀ ਨੰਬਰ ਦਾ ਅਸੀਂ ਸਕੁਅਰ ਰੂਟ ਫਾਈਂਡ ਆਊਟ ਕਰਨਾ ਹੈ ਤਾਂ ਉਹਦੇ ਰੂਟਸ ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ। ਸਪੋਜ਼ ਤੁਹਾਨੂੰ ਕਹਿ ਦੇਣ ਕਿ 7 ਦਾ ਜਿਹੜਾ ਸਕੁਅਰ ਰੂਟ ਪਤਾ ਕਰੋ, ਸਾਨੂੰ ਪਤਾ ਰਾਜੇ 7 ਦਾ ਸਕੁਅਰ ਰੂਟ ਜਿਹੜਾ ਐਗਜ਼ੈਕਟ ਨਹੀਂ ਪਤਾ ਕਰ ਸਕਦੇ, ਤਾਂ ਅਸੀਂ ਇਸ ਨੂੰ ਕੀ ਕੀਤਾ, ਐਜ਼ ਇਟ ਇਜ਼ ਹੀ ਲਿਖ ਲਿਆ। ਤੇ ਜੇ ਤੁਹਾਨੂੰ ਕਹਿ ਦੇਣ ਕਿ ਇਸ 7 ਦੇ ਜਿਹੜੇ ਆ ਦੋਨੇ ਸਕੁਅਰ ਰੂਟ ਪਤਾ ਕਰੋ, ਤਾਂ ਅਸੀਂ ਇਹਦੀ ਮਲਟੀਪਲਾਈ ਕਰ ਦਾਂਗੇ 1, -1 ਨਾਲ। ਤਾਂ ਸਾਡੇ ਕੋਲ ਕੀ ਆ ਜੂ, 7 ਦੀ ਪਾਵਰ ਹਾਫ ਪਲੱਸ ਦਾ ਤੇ ਇੱਕ ਵਾਰ -7 ਦੀ ਪਾਵਰ ਹਾਫ ਆ ਜਾਏਗਾ। ਤੇ ਦੂਸਰੇ ਸ਼ਬਦਾਂ 'ਚ ਅਸੀਂ ਇਸ ਨੂੰ ਕਿਵੇਂ ਲਿਖ ਸਕਦੇ ਹਾਂ, +-7 ਦੀ ਪਾਵਰ ਹਾਫ। ਤਾਂ ਇਸ ਤਰ੍ਹਾਂ ਅਸੀਂ ਰਾਜੇ ਜਿਹੜਾ ਸਕੁਅਰ ਰੂਟ ਫਾਈਂਡ ਆਊਟ ਕਰ ਸਕਦੇ ਹਾਂ ਕਿਸੇ ਵੀ ਨੰਬਰ ਦਾ। ਇੱਕ ਰੂਟ ਫਾਈਂਡ ਆਊਟ ਕਰ ਲਿਆ, ਉਹਦੀ ਮਲਟੀਪਲਾਈ ਕਰ ਦਿਓ 1, -1 ਨਾਲ, ਤਾਂ ਉਹ ਸਾਡੇ ਕੋਲ ਦੋਨੇ ਰੂਟਸ ਆ ਜਾਣਗੇ ਉਸ ਨੰਬਰ ਦੇ। ਹੁਣ ਅਸੀਂ ਦੇਖ ਲੈਂਦੇ ਹਾਂ ਸਾਡਾ ਨੈਕਸਟ ਟੌਪਿਕ, ਕਿਊਬ ਰੂਟ ਆਫ ਕੰਪਲੈਕਸ ਨੰਬਰ। ਕਿਊਬ ਰੂਟ ਆਫ ਕੰਪਲੈਕਸ ਨੰਬਰ ਤੋਂ ਪਹਿਲਾਂ ਅਸੀਂ ਕਰਦੇ ਹਾਂ ਕਿਊਬ ਰੂਟ ਆਫ ਯੂਨਿਟੀ ਬਾਰੇ। ਕਿਊਬ ਰੂਟ ਆਫ ਯੂਨਿਟੀ ਬਾਰੇ ਪੜ੍ਹ ਲੈਂਦੇ ਹਾਂ, ਆਫ ਯੂਨਿਟੀ ਦੇ ਬਾਰੇ, ਕਿਊਬ ਰੂਟ ਆਫ ਯੂਨਿਟੀ। ਤਾਂ ਇਸ ਦੇ ਵਿੱਚ ਅਸੀਂ ਕੀ ਹੈ, 1 ਦੀ ਕਿਊਬ ਰੂਟ ਫਾਈਂਡ ਆਊਟ ਕਰਨੀ ਹੈ। 1 ਦਾ ਜਿਹੜਾ ਅਸੀਂ ਕਿਊਬ ਰੂਟ ਉਹ ਫਾਈਂਡ ਆਊਟ ਕਰਨਾ ਹੈ। ਤਾਂ ਅਸੀਂ ਕੀ ਕੀਤਾ ਰਾਜੇ, ਅਸੀਂ ਸਪੋਜ਼ ਕਰ ਲਿੱਤਾ ਲੈਟ ਕਿ ਜਿਹੜਾ 1 ਦਾ ਕਿਊਬ ਰੂਟ ਹੈ ਉਹ ਬਰਾਬਰ ਹੈ x ਦੇ। ਅਸੀਂ ਇਸ ਨੂੰ ਰੀਅਰੇਂਜ ਕੀਤਾ, ਕਿਊਬ ਕੀਤਾ ਬੋਥ ਸਾਈਡਸ ਤੇ, ਤਾਂ ਸਾਡੇ ਕੋਲ ਕੀ ਆ ਗਿਆ, x³ - 1 = 0 ਦੇ। ਅਸੀਂ ਹੁਣ ਇਸ ਤਰ੍ਹਾਂ ਇਸ ਦੇ ਫੈਕਟਰ ਕਿਵੇਂ ਬਣਾ ਸਕਦੇ ਹਾਂ, ਉਹ ਫੈਕਟਰ ਬਣਨਗੇ ਸਾਡੇ ਕੋਲ x - 1 ਤੇ x² + x + 1 = 0 ਦੇ। ਇੱਥੋਂ ਰਾਜੇ ਸਾਡੇ ਕੋਲ ਜਿਹੜੇ ਆ ਦੋ ਫੈਕਟਰ ਬਣ ਗਏ ਕਿ ਜਾਂ ਤਾਂ x - 1 0 ਦੇ ਬਰਾਬਰ ਹੋਵੇਗਾ, ਜਾਂ ਫਿਰ x² + x + 1 0 ਦੇ ਬਰਾਬਰ ਹੋਵੇਗਾ। ਜਿਹੜਾ x² + x + 1 ਆ ਰਾਜੇ, ਇਹ ਸਾਡੇ ਕੋਲ ਕੁਆਡਰੇਟਿਕ ਇਕੁਏਸ਼ਨ ਆ ਗਈ, ਜਿਸ ਦੇ ਫਰਦਰ ਅਸੀਂ ਫੈਕਟਰ ਜਿਹੜੇ ਆ ਉਹ ਨਹੀਂ ਬਣਾ ਸਕਦੇ। ਫਿਰ ਅਸੀਂ ਕਿਸ ਦਾ ਯੂਜ਼ ਕਰਾਂਗੇ, ਅਸੀਂ ਯੂਜ਼ ਕਰਾਂਗੇ ਡਿਸਕ੍ਰਿਮੀਨੇਟ ਮੈਥਡ ਦਾ, ਇਹਨੂੰ ਰੂਟ ਨੂੰ ਫਾਈਂਡ ਆਊਟ ਕਰਨ ਵਾਸਤੇ। ਇੱਥੇ ਸਾਡੇ ਕੋਲ x - 1 = ਕਿਹਦੇ ਆ ਗਿਆ, 1 ਦੇ। ਇਹ ਸਾਡੇ ਕੋਲ ਪਹਿਲਾ ਰੂਟ ਆ ਗਿਆ, ਜਾਂ ਫਿਰ ਕਹਿ ਸਕਦੇ ਹਾਂ ਕਿ ਇੱਕ ਰੂਟ ਆ ਗਿਆ 1 ਦਾ। ਉਸ ਤੋਂ ਬਾਅਦ ਅਸੀਂ x² + x + 1 = 0 ਨੂੰ ਸੋਲਵ ਕਰਾਂਗੇ ਡਿਸਕ੍ਰਿਮੀਨੇਟ ਮੈਥਡ ਨਾਲ। ਤਾਂ ਸਾਡੇ ਕੋਲ x ਦੀ ਵੈਲਿਊ ਕਿਹਦੀ ਇਕੁਅਲ ਆ ਜੂਗੀ, -b + -√b² - 4ac/2।
2a ਦੇ ਇਕੁਅਲ ਆ ਜੂਗੀ। ਤਾਂ ਅਸੀਂ ਕੀ ਆ ਜਾਊਗੀ ਵੈਲਿਊ ਇਸ ਤੋਂ ਬਾਅਦ ਸਾਡੀ ਫਿਲ ਕਰਨ ਤੋਂ ਬਾਅਦ ab ਦੀ ਵੈਲਿਊਜ਼, ਤਾਂ ਉਹ ਆ ਜੂਗੀ ਰਾਜੇ -1 + 1 ਸਕੇਅਰ ਰੂਟ ਆਫ 1 ਸਕੇਅਰ -4 × 1 × 1 ਡਿਵਾਈਡਡ ਬਾਏ 2a ਆ ਗਿਆ। ਤਾਂ ਇੱਥੋਂ ਸਾਡੇ ਕੋਲ x ਦਾ ਕੀ ਵੈਲਿਊ ਆ ਗਈ -1 ± ਸਕੇਅਰ ਰੂਟ ਆਫ 1 - 4 ਡਿਵਾਈਡਡ ਬਾਏ 2a ਆ ਗਿਆ ਸਾਡੇ ਕੋਲ। ਇੱਥੇ a ਦੀ ਜਗ੍ਹਾ ਰਾਜੇ ਅਸੀਂ 1 ਪੁੱਟ ਕਰ ਦਾਂਗੇ ਤਾਂ ਸਾਡੇ ਕੋਲ ਕਿੰਨਾ ਰਹਿ ਜਾਊਗਾ 2 ਰਹਿ ਜਾਊਗਾ ਨੀਚੇ ਡਿਨੋਮੀਨੇਟਰ ਦੇ ਵਿੱਚ। ਤਾਂ ਇਸ ਤੋਂ ਬਾਅਦ ਆਪਾਂ ਕਿਵੇਂ ਲਿਖ ਸਕਦੇ ਹਾਂ ਇਸ ਨੂੰ? ਹੁਣ ਰਾਜੇ ਸਾਨੂੰ ਪਤਾ ਹੈ ਕਿ 1 - 4 ਕਿੰਨਾ ਆ ਜਾਊਗਾ -3, ਤੇ ਮਾਈਨਸ ਨੂੰ ਅਸੀਂ ਸਕੇਅਰ ਰੂਟ ਤੋਂ ਬਾਅਦ ਕਿਵੇਂ ਕੱਢਦੇ ਹੁੰਦੇ ਸੀ -3 ਆ ਗਿਆ ਡਿਵਾਈਡਡ ਬਾਈ 2। ਤਾਂ ਅਸੀਂ ਹੁਣ ਮਾਈਨਸ ਨੂੰ ਸਕੇਅਰ ਰੂਟ ਤੋਂ ਬਾਅਦ ਕਿਵੇਂ ਕੱਢਦੇ ਸੀ? ਸਾਨੂੰ ਪਤਾ ਹੈ ਸਕੇਅਰ ਰੂਟ ਆਫ -1 ਕਾਹਦੇ ਇਕੁਅਲ ਹੁੰਦਾ ਹੈ? ਆਇਟਾ ਦੇ ਇਕੁਅਲ ਹੁੰਦਾ ਹੈ। ਇਹ ਅਸੀਂ ਆਲਰੇਡੀ ਕੰਸੈਪਟ ਪੜ੍ਹ ਚੁੱਕੇ ਹਾਂ। ਕੰਸੈਪਟ ਆਫ ਆਇਟਾ ਦੀ ਵੀਡੀਓ ਦੇ ਵਿੱਚ ਅਸੀਂ ਆਲਰੇਡੀ ਡਿਸਕਸ ਕੀਤਾ ਆਇਟਾ ਬਾਰੇ ਡਿਟੇਲ ਦੇ ਵਿੱਚ, ਤੁਸੀਂ ਉਸ ਨੂੰ ਜ਼ਰੂਰ ਦੇਖੋ। ਤਾਂ -1 ± ਸਕੇਅਰ ਰੂਟ ਆਫ 3 × ਆਇਟਾ, ਸਕੇਅਰ ਰੂਟ ਤੋਂ ਬਾਹਰ ਲਿਖਿਆ ਆਇਟਾ, ਡਿਵਾਈਡਡ ਬਾਏ 2। ਤਾਂ ਰਾਜੇ ਆਪਣੇ ਕੋਲ x ਦੇ ਜਿਹੜੇ x ਦੇ ਆਪਣੇ ਕੋਲ ਰੂਟ ਕਿੰਨੇ ਆ ਗਏ ਆਪਣੇ ਕੋਲ? x ਦੀ ਵੈਲਿਊਜ਼ ਕੀ ਆ ਗਈਆਂ -1 + ਸਕੇਅਰ ਰੂਟ ਆਫ 3 ਆਇਟਾ ਡਿਵਾਈਡਡ ਬਾਈ 2, ਤੇ -1 - ਸਕੇਅਰ ਰੂਟ ਆਫ 3 ਡਿਵਾਈਡਡ ਬਾਈ 2 × ਆਇਟਾ ਇੱਥੇ ਲਿਖ ਦੇਣਾ। ਤਾਂ ਰਾਜੇ ਹੁਣ ਸਾਨੂੰ ਤਿੰਨੇ ਜਿਹੜੇ ਰੂਟਸ ਨੇ ਕਿਊਬ ਯੂਨਿਟੀ ਦੇ ਉਹ ਸਾਡੇ ਕੋਲ ਆ ਚੁੱਕੇ ਨੇ। ਕਿਹੜੇ ਕਿਹੜੇ? 1, -1 + ਸਕੇਅਰ ਰੂਟ ਆਫ 3 ਬਾਈ 2 ਆਇਟਾ, -1 - 3 ਕਿਊਬ ਰੂਟ ਆਇਟਾ ਡਿਵਾਈਡਡ ਬਾਈ 2 ਦੇ। ਤਾਂ ਸਾਡੇ ਕੋਲ ਇਹ 3 ਕਿਊਬ ਰੂਟਸ ਜਿਹੜੇ ਆ ਚੁੱਕੇ ਨੇ। ਪਰ ਇੱਥੇ ਇੱਕ ਗੱਲ ਜਿਹੜੀ ਹੈ ਰਾਜੇ ਇੰਪੋਰਟੈਂਟ ਨੋਟ ਕਰਨ ਵਾਲੀ ਹੈ। ਗੱਲ ਨੋਟ ਕਰਨ ਵਾਲੀ ਕੀ ਹੈ? ਨੋਟ ਕੀ ਹੈ ਇੱਥੇ? ਜਿਹੜੇ ਆਪਣੇ ਕੋਲ ਇਹ ਰੂਟਸ ਨੇ -1 + ਸਕੇਅਰ ਰੂਟ ਆਫ 3 ਆਇਟਾ ਡਿਵਾਈਡਡ ਬਾਈ 2 ਤੇ -1 - ਸਕੇਅਰ ਰੂਟ 3 ਆਇਟਾ ਡਿਵਾਈਡਡ ਬਾਈ 2, ਇਹ ਆਪਣੇ ਕੋਲ ਜਿਹੜੇ ਰੂਟਸ ਨੇ ਨਾ ਰਾਜੇ, ਇਹ ਆਪਣੇ ਕੋਲ x² + x + 1 = 0 ਕੁਆਡਰੇਟਿਕ ਇਕੁਏਸ਼ਨ ਤੋਂ ਆਏ ਨੇ। ਤੇ ਜਿਹੜਾ ਆਪਣੇ ਕੋਲ x = 1 ਹੈ, ਇਹ ਆਪਣੇ ਕੋਲ x - 1 = 0 ਤੋਂ ਰੂਟ ਆਇਆ। ਤਾਂ ਜਿਹੜੇ ਆ ਤਿੰਨੇ ਰੂਟਸ ਨੇ ਰਾਜੇ, ਜਿਸ ਨੂੰ ਪੁੱਛਿਆ ਜਾਵੇ ਵੀ ਆਹ -1 + ਸਕੇਅਰ ਰੂਟ ਆਫ 3 ਆਇਟਾ ਡਿਵਾਈਡਡ ਬਾਈ 2 ਤੇ -1 - ਸਕੇਅਰ ਰੂਟ ਆਫ 3 ਆਇਟਾ ਡਿਵਾਈਡਡ ਬਾਈ 2, ਇਹ ਕਿਹੜੀ ਕੁਆਡਰੇਟਿਕ ਇਕੁਏਸ਼ਨ ਦੇ ਰੂਟਸ ਨੇ? ਤਾਂ ਉਹਦਾ ਆਨਸਰ ਹੋਊਗਾ x² + x + 1 = 0 ਦੇ। ਤਾਂ ਇਸ ਚੀਜ਼ ਦਾ ਜਿਹੜਾ ਤੁਸੀਂ ਧਿਆਨ ਰੱਖਣਾ ਹੈ। 3 ਰੂਟਸ ਆਉਂਦੇ ਸੀ ਓਬਵੀਅਸਲੀ, ਕਿਉਂਕਿ ਕਿਊਬ ਕਰਨਾ ਸੀ। ਤਾਂ 3 ਰੂਟਸ ਕਿਹੜੇ ਆ ਗਏ? 1 -1 + ਸਕੇਅਰ ਰੂਟ ਆਫ 3 ਆਇਟਾ ਡਿਵਾਈਡਡ ਬਾਈ 2, -1 - ਸਕੇਅਰ ਰੂਟ ਆਫ 3 ਆਇਟਾ ਡਿਵਾਈਡਡ ਬਾਈ 2। ਇਹ ਸਾਡੇ ਕੋਲ ਤਿੰਨੇ ਕਿਊਬ ਰੂਟਸ ਜਿਹੜੇ ਆ ਯੂਨਿਟੀ ਦੇ ਆ ਗਏ। ਤਾਂ ਰਾਜੇ ਸਾਡੇ ਕੋਲ ਇਹ ਕਿਊਬ ਰੂਟਸ ਆਫ ਯੂਨਿਟੀ ਜਿਹੜੇ ਮੈਂ ਲਿਖ ਦਿੱਤੇ। ਅਸੀਂ ਇੱਥੇ ਰਾਜੇ ਕੀ ਕਰਨਾ ਹੈ? ਅਸੀਂ ਇੱਥੇ ਸਪੋਜ਼ ਕਰਨਾ ਹੈ ਲੈਟ -1 + ਸਕੇਅਰ ਰੂਟ ਆਫ 3 ਆਇਟਾ ਡਿਵਾਈਡਡ ਬਾਈ 2 ਨੂੰ ਅਸੀਂ ਸਪੋਜ਼ ਕਰ ਲੈਣਾ ਰਾਜੇ ਕਿਹਦੇ ਇਕੁਅਲ? ਓਮੇਗਾ ਦੇ ਇਕੁਅਲ। ਓਮੇਗਾ ਦੇ ਇਕੁਅਲ ਅਸੀਂ ਇਸ ਨੂੰ ਕੀ ਕਰ ਲਿਆ? ਸਪੋਜ਼ ਕਰ ਲਿਆ। ਕਿਉਂਕਿ ਰਾਜੇ ਐਡੀ ਵੱਡੀ ਰਕਮ ਬਾਰ-ਬਾਰ ਲਿਖਾਂਗੇ, ਉਹਦੀ ਜਗ੍ਹਾ ਤੇ ਅਸੀਂ ਓਮੇਗਾ ਹੀ ਲਿਖ ਦਿਆ ਕਰਾਂਗੇ ਵੀ ਬਈ ਓਮੇਗਾ। ਤਾਂ ਉਸ ਤੋਂ ਬਾਅਦ ਇਸ ਨੂੰ ਅਸੀਂ ਰਿਪਰੈਜ਼ੈਂਟ ਕਰ ਦਿੱਤਾ। ਤੇ ਰਾਜੇ ਜਦੋਂ ਅਸੀਂ ਇਸ ਓਮੇਗਾ ਦਾ ਸਕੇਅਰ ਕਰਾਂਗੇ, ਮਤਲਬ ਕਿ ਇਸ ਪੂਰੀ ਇਕੁਏਸ਼ਨ ਦਾ ਜਿਹੜਾ ਹੈ ਅਸੀਂ ਸਕੇਅਰ ਕਰਾਂਗੇ, ਤਾਂ ਸਾਡੇ ਕੋਲ ਓਮੇਗਾ ਸਕੇਅਰ ਆ ਜਾਏਗਾ। ਤੇ ਜਿਹੜੀ ਉਹ ਓਮੇਗਾ ਸਕੇਅਰ ਦੀ ਜਿਹੜੀ ਵੈਲਿਊ ਆਊਗੀ ਸਾਡੇ ਕੋਲ, ਉਹ ਵੈਲਿਊ ਰਾਜੇ ਆ ਜੂਗੀ ਆਪਣੇ ਕੋਲ ਬਰਾਬਰ ਆ ਜੂਗੀ -1 - ਸਕੇਅਰ ਰੂਟ ਆਫ 3 ਆਇਟਾ ਡਿਵਾਈਡਡ ਬਾਈ 2 ਦੇ ਇਕੁਅਲ ਆ ਜਾਊਗੀ। ਤੁਸੀਂ ਇਸ ਨੂੰ ਸੋਲਵ ਕਰ ਸਕਦੇ ਹੋ, ਇਸ ਪੂਰੀ ਵੈਲਿਊ ਨੂੰ ਇਹਦਾ ਸਕੇਅਰ ਕਰ ਸਕਦੇ ਹੋ ਪੂਰੀ ਵੈਲਿਊ ਦਾ। ਜਦੋਂ ਤੁਸੀਂ ਸਕੇਅਰ ਕਰੋਗੇ ਤਾਂ ਤੁਹਾਡੇ ਕੋਲ ਆਹ ਆ ਜਾਊਗਾ -1 - ਸਕੇਅਰ ਰੂਟ ਆਫ 3 ਆਇਟਾ ਡਿਵਾਈਡਡ ਬਾਈ 2। ਤੇ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਜਿਹੜਾ ਆਹ ਆਨਸਰ ਆਇਆ ਓਮੇਗਾ ਸਕੇਅਰ ਦਾ ਰਾਜੇ, ਇਹ ਤਾਂ ਸਾਡੇ ਕੋਲ ਇੱਕ ਕਿਊਬ ਰੂਟ ਜਿਹੜਾ ਅਸੀਂ ਕਿਊਬ ਰੂਟ ਫਾਈਂਡ ਆਊਟ ਕੀਤਾ ਸੀ, ਉਹਨਾਂ ਤਿੰਨਾਂ ਰੂਟਸ ਵਿੱਚੋਂ ਇੱਕ ਰੂਟ ਹੈ। ਆ ਦੇਖੋ ਆ ਰਿਹਾ ਸਾਡੇ ਕੋਲ। ਤਾਂ ਫਿਰ ਅਸੀਂ ਕੀ ਕਵਾਂਗੇ? ਅਸੀਂ ਇਸ ਨੂੰ ਅਸੀਂ ਰਿਪਰੈਜ਼ੈਂਟ ਕੀਤਾ ਸੀ, ਸਪੋਜ਼ ਕੀਤਾ ਸੀ ਓਮੇਗਾ ਨਾਲ। ਤੇ ਜਦੋਂ ਅਸੀਂ ਇਹਦਾ ਸਕੇਅਰ ਕੀਤਾ ਤਾਂ ਸਾਡੇ ਕੋਲ ਕੀ ਆ ਗਿਆ? ਓਮੇਗਾ ਸਕੇਅਰ, ਜਿਸ ਦੀ ਵੈਲਿਊ ਕਿਹਦੇ ਇਕੁਅਲ ਆ ਗਈ? ਤੀਜੇ ਰੂਟ ਦੇ ਬਰਾਬਰ, ਇਹਦੇ ਬਰਾਬਰ। ਤਾਂ ਇਹ ਕੀ ਆ ਗਿਆ ਆਪਣੇ ਕੋਲ? ਓਮੇਗਾ ਸਕੇਅਰ ਆ ਗਿਆ। ਤਾਂ ਰਾਜੇ ਹੁਣ ਆਪਣੇ ਕੋਲ ਕਿਊਬ ਰੂਟਸ ਆਫ ਯੂਨਿਟੀ ਅਸੀਂ ਕਹਾਂਗੇ ਕਿਹੜੇ ਆ ਗਏ? ਕਿਊਬ ਰੂਟਸ ਆਫ ਯੂਨਿਟੀ ਆਪਣੇ ਕੋਲ ਕੀ ਆ ਗਏ ਰਾਜੇ? ਉਹ ਆ ਚੁੱਕੇ ਨੇ ਆਪਣੇ ਕੋਲ 1, ਓਮੇਗਾ ਸਕੇਅਰ। ਤਾਂ ਰਾਜੇ ਇੱਥੇ ਜਿਹੜਾ ਕਨਫਿਊਜ਼ ਨਹੀਂ ਹੋਣਾ। ਅਸੀਂ ਕੀ ਕੀਤਾ? ਸਭ ਤੋਂ ਪਹਿਲਾਂ ਓਮੇਗਾ ਨੂੰ ਮੰਨ ਲਿਆ -1 + ਸਕੇਅਰ ਰੂਟ ਆਫ 3 ਆਇਟਾ ਡਿਵਾਈਡਡ ਬਾਈ 2 ਦੇ ਇਕੁਅਲ। ਉਹ ਤੋਂ ਬਾਅਦ ਅਸੀਂ ਜਦੋਂ ਉਸ ਪੂਰੀ ਟਰਮ ਦਾ ਸਕੇਅਰ ਕੀਤਾ, ਜਦੋਂ ਇਸ ਟਰਮ ਦਾ ਅਸੀਂ ਸਕੇਅਰ ਕੀਤਾ ਤਾਂ ਸਾਡੇ ਕੋਲ ਜਿਹੜੀ ਵੈਲਿਊ ਹੈ ਉਹ ਕਾਹਦੇ ਬਰਾਬਰ ਆ ਚੁੱਕੀ ਹੈ? ਤੀਜੇ ਰੂਟ ਦੇ ਇਕੁਅਲ ਆ ਚੁੱਕੀ ਹੈ। ਤਾਂ ਅਸੀਂ ਕੀ ਕਿਹਾ? ਉਸ ਨੂੰ ਕੀ ਮੰਨ ਲਿਆ ਸੀ? ਓਮੇਗਾ ਸਕੇਅਰ ਜਿਹੜਾ ਹੈ ਮੰਨ ਲਿਆ।
ਤਾਂ ਇੱਥੋਂ ਸਾਡੇ ਕੋਲ ਕਿਊਬ ਰੂਟਸ ਆਫ ਯੂਨਿਟੀ ਕਿਹੜੇ ਆ ਗਏ 1 ਓਮੇਗਾ ਤੇ ਓਮੇਗਾ ਸਕੁਅਰ। ਤੇ ਇੱਥੇ ਨੋਟ ਜਿਹੜਾ ਅਸੀਂ ਲਾਸਟ ਪੇਜ ਤੇ ਲਿਖਿਆ ਸੀ ਉਸ ਨੂੰ ਮੈਂ ਰਿਵਾਈਜ਼ ਕਰਦਾ। ਮੈਂ ਕੀ ਲਿਖਿਆ ਸੀ ਮੈਂ ਕਿ ਕਿਊਬ ਰੂਟ ਆਫ ਯੂਨਿਟੀਜ਼ ਕੀ ਨੇ ਸਾਡੇ ਕੋਲ 1 ਓਮੇਗਾ ਓਮੇਗਾ ਸਕੁਅਰ, ਲੇਕਿਨ ਜਿਹੜੇ ਸਾਡੇ ਕੋਲ ਆਹ ਦੋਨੇ ਰੂਟਸ ਆਏ ਸੀਗੇ ਇਹ ਸਾਨੂੰ ਕਿਸ ਤੋਂ ਮਿਲੇ ਸੀ x ਸਕੁਅਰ ਪਲੱਸ x ਪਲੱਸ 1 ਇਜ਼ ਇਕੁਅਲ ਟੂ 0 ਕੁਆਡਰੇਟਿਕ ਇਕੁਏਸ਼ਨ ਤੋਂ। ਲੇਕਿਨ ਅਸੀਂ ਹੁਣ ਇਹਨਾਂ ਦੇ ਨਾਮ ਜਿਹੜੇ ਰੱਖ ਲਿੱਤੇ ਓਮੇਗਾ ਤੇ ਓਮੇਗਾ ਸਕੁਅਰ। ਤਾਂ ਮੈਂ ਇੱਥੇ ਲਿਖੂੰਗਾ ਓਮੇਗਾ ਐਂਡ ਓਮੇਗਾ ਸਕੁਅਰ ਆਰ ਦਾ roots of x ਸਕੁਅਰ ਪਲੱਸ x ਪਲੱਸ 1 ਇਜ਼ ਇਕੁਅਲ ਟੂ 0। ਤਾਂ ਓਮੇਗਾ ਤੇ ਓਮੇਗਾ ਸਕੁਅਰ ਇਹਦੇ ਵੀ ਰੂਟਸ ਨੇ, ਠੀਕ ਹੈ ਜੀ। ਜੇ ਇੱਥੇ 1 ਲਗਾ ਦੇਵਾਂ ਤੇ ਉਹ 3 ਰੂਟ ਬਣ ਗਏ ਤਾਂ ਕਿਊਬ ਦੇ ਰੂਟ ਬਣ ਗਏ ਉਹ। ਤੇ ਜੇ ਇੱਥੇ ਓਮੇਗਾ ਤੇ ਓਮੇਗਾ ਸਕੁਅਰ 2 ਰੂਟ, ਕਿਉਂਕਿ ਰਾਜੇ ਜੇ ਅਸੀਂ x ਸਕੁਅਰ ਪਲੱਸ x ਪਲੱਸ 1 ਇਜ਼ ਇਕੁਅਲ ਟੂ 0 ਦੇ ਰੂਟ ਫਾਈਂਡ ਆਊਟ ਕਰੀਏ ਤਾਂ ਆਪਣੇ ਕੋਲ 2 ਰੂਟਸ ਆਉਣਗੇ। ਤਾਂ ਉਹ ਰੂਟਸ ਕਿਹੜੇ ਆਉਣਗੇ, ਆਹੀ ਆਉਣਗੇ ਜਿਹੜੇ -1 प्लस स्केयर रूट ऑफ 3 आइटा डिवाइडेड बाय 2 ਤੇ -1 माइनस स्केयर रूट ऑफ 3 आइटा डिवाइडेड बाय 2। ਤੇ ਇਹਨਾਂ ਦੇ ਨਾਮ ਅਸੀਂ ਕੀ ਸਪੋਜ਼ ਕਰ ਲਏ ਓਮੇਗਾ ਤੇ ਓਮੇਗਾ ਸਕੁਅਰ, ਇਹਨਾਂ ਦੋਨਾਂ ਨੂੰ ਸਪੋਜ਼ ਅਸੀਂ ਕਰ ਲਿਆ। ਹੁਣ ਕਰ ਲੈਂਦੇ ਹਾਂ ਪ੍ਰੋਪਰਟੀਜ਼ ਆਫ ਕਿਊਬ ਰੂਟ ਆਫ ਯੂਨਿਟੀ ਨੂੰ। ਬਹੁਤ ਹੀ ਇੰਪੋਰਟੈਂਟ ਪ੍ਰੋਪਰਟੀਜ਼ ਨੇ ਇਹਨਾਂ ਪ੍ਰੋਪਰਟੀਜ਼ ਨੂੰ ਰਜੇ ਇਸ ਤਰ੍ਹਾਂ ਆਪਾਂ ਦਿਮਾਗ ਦੇ ਵਿੱਚ ਮਾਈਂਡ ਸੈੱਟ ਬਣਾ ਲੈਣਾ ਕਿ ਜਿਸ ਤਰ੍ਹਾਂ ਕੋਈ ਚੋਰ ਚੋਰੀ ਕਰਨ ਜਾਂਦਾ ਨਾ ਮਕਾਨ ਦੇ ਵਿੱਚ ਤਾਂ ਕਿਸ ਤਰ੍ਹਾਂ ਉਹ ਫਰੋਲਾ ਫਰੋਲੀ ਕਰ ਦਿੰਦਾ, ਇਸੇ ਤਰ੍ਹਾਂ ਤੁਸੀਂ ਜਦੋਂ ਕੁਐਸਚਨ ਕਰਨ ਬੈਠੋਗੇ ਤਾਂ ਤੁਸੀਂ ਮਾਈਂਡ ਦੇ ਵਿੱਚ ਇਸ ਤਰ੍ਹਾਂ ਫਰੋਲਾ ਫਰੋਲੀ ਕਰਨੀ ਹੈ ਕਿ ਜਿਹੜਾ ਕੁਐਸਚਨ ਤੁਹਾਡੇ ਨਜ਼ਰ ਆ ਰਿਹਾ ਤੁਹਾਨੂੰ ਸਾਹਮਣੇ, ਉਸ ਕੁਐਸਚਨ ਦੇ ਵਿੱਚ ਤੁਸੀਂ ਉਹਨਾਂ ਪ੍ਰੋਪਰਟੀ ਨੂੰ ਫਰੋਲ ਕੇ ਫਿੱਟ ਕਰ ਦੇਣਾ। ਮਤਲਬ ਅਸੀਂ ਜਿਹੜਾ ਕੁਐਸਚਨ ਹੈ ਉਹ ਕੋਸ਼ਿਸ਼ ਕਰਨੀ ਹੈ ਵੀ ਪ੍ਰੋਪਰਟੀਜ਼ ਦੇ ਨਾਲ ਹੀ ਹੱਲ ਹੋਵੇ, ਜਿਹੜੀਆਂ ਪ੍ਰੋਪਰਟੀਜ਼ ਕਿਸੇ ਵੀ ਟੌਪਿਕ ਦੀਆਂ ਤੁਸੀਂ ਪੜ੍ਹਨ ਜਾ ਰਹੇ ਹੋ। ਤਾਂ ਇਹ ਪ੍ਰੋਪਰਟੀਜ਼ ਜਿਹੜੀਆਂ ਨੇ ਬਹੁਤ ਕੰਮ ਆਉਣਗੀਆਂ ਤੁਹਾਨੂੰ ਐਗਜ਼ਾਮ ਦੇ ਵਿੱਚ ਵੀ ਤੇ MCQs ਨੂੰ ਸੋਲਵ ਕਰਨ ਦੇ ਵਿੱਚ ਵੀ। ਤਾਂ ਇਹਨਾਂ ਨੂੰ ਬੜੇ ਹੀ ਧਿਆਨ ਦੇ ਨਾਲ ਤੇ ਬਾਰ-ਬਾਰ ਪ੍ਰੈਕਟਿਸ ਕਰਨਾ ਹੈ। ਪਹਿਲੀ ਪ੍ਰੋਪਰਟੀ ਕੀ ਹੈ ਰਾਜੇ ਕਿ ਸਮ ਆਫ ਆਲ ਕਿਊਬ ਰੂਟਸ ਆਫ ਯੂਨਿਟੀ ਜਾਂ ਫਿਰ 3 ਕਿਊਬ ਰੂਟਸ ਆਫ ਯੂਨਿਟੀ ਇਜ਼ ਇਕੁਅਲ ਟੂ 0 ਦੇ ਹੁੰਦਾ ਹੈ। ਕਹਿੰਦੇ ਜਿਹੜੇ ਕਿਊਬ ਰੂਟਸ ਨੇ ਯੂਨਿਟੀ ਦੇ ਉਹਨਾਂ ਦਾ ਜੇ ਸਮ ਕਰ ਦਈਏ ਤਾਂ ਉਹ ਕਿਹਦੇ ਬਰਾਬਰ ਹੁੰਦਾ ਹੈ 0 ਦੇ। ਸਾਨੂੰ ਪਤਾ ਹੈ ਕਿਊਬ ਰੂਟਸ ਆਫ ਯੂਨਿਟੀ ਕੀ ਨੇ ਸਾਡੇ ਕੋਲ 1 ਓਮੇਗਾ ਸਕੁਅਰ ਤੇ ਓਮੇਗਾ ਦੀ ਜਿਹੜੀ ਵੈਲਿਊ ਆ ਉਹ ਕਿਹਦੇ ਕੋਲ ਹੈ -1 ਪਲੱਸ ਸਕੁਅਰ ਰੂਟ ਆਫ 3 ਆਈਟਾ ਡਿਵਾਈਡਡ ਬਾਈ 2। ਤੇ ਓਮੇਗਾ ਸਕੁਅਰ ਅਸੀਂ ਕਿੰਨਾ ਫਾਈਂਡ ਆਊਟ ਕੀਤਾ ਸੀ -1 ਮਾਈਨਸ 3 ਸਕੁਅਰ ਰੂਟ ਡਿਵਾਈਡਡ ਬਾਈ 2 ਇੰਟੂ ਆਈਟਾ ਦੇ, ਠੀਕ ਹੈ ਜੀ। ਇਹ ਆਈਟਾ ਰਜੇ ਪੂਰੇ ਟਰਮ ਨਾਲ ਮਲਟੀਪਲਾਈ ਨਹੀਂ ਹੈਗਾ, ਇਹ ਆਈਟਾ ਜਿਹੜਾ ਸਕੁਅਰ ਰੂਟ ਆਫ 3 ਦੇ ਨਾਲ ਮਲਟੀਪਲਾਈ ਹੈ, ਇਸ ਚੀਜ਼ ਦਾ ਧਿਆਨ ਰੱਖਣਾ। ਤਾਂ ਸਮ ਆਫ ਆਲ ਕਿਊਬ ਰੂਟਸ ਆਫ ਯੂਨਿਟੀ ਕਿਹਦੇ ਬਰਾਬਰ ਹੈ 0 ਦੇ। ਤੇ ਸਾਨੂੰ ਪਤਾ ਕਿਊਬ ਰੂਟਸ ਕਿਹਨੇ 1 ਓਮੇਗਾ ਸਕੁਅਰ ਇਜ਼ ਇਕੁਅਲ ਟੂ 0। ਇਹਦਾ ਮਤਲਬ ਇਹ ਹੋ ਗਿਆ ਕਿ 1 ਪਲੱਸ ਓਮੇਗਾ ਸਕੁਅਰ 0। ਮੋਸਟ ਇੰਪੋਰਟੈਂਟ, ਬਹੁਤ ਯੂਜ਼ ਹੁੰਦੀ ਹੈ ਇਹ ਪ੍ਰੋਪਰਟੀ, ਬਹੁਤ ਯੂਜ਼ ਹੁੰਦੀ ਹੈ ਕੁਐਸਚਨ ਦੇ ਵਿੱਚ। ਇਹਨਾਂ ਕਈ ਵਾਰ ਤਾਂ ਇਹੋ ਜਿਹੇ ਸਵਾਲ ਨੇ ਜਿਹੜੇ ਇਹਨਾਂ ਤੋਂ ਬਿਨਾਂ ਹੱਲ ਹੀ ਨਹੀਂ ਹੁੰਦੇ ਰਾਜੇ ਉੱਥੇ ਐਗਜ਼ਾਮ ਦੇ ਵਿੱਚ ਬੈਠੇ ਹੋਏ। ਸੈਕਿੰਡ ਪ੍ਰੋਪਰਟੀ ਕੀ ਹੈ, ਕਹਿੰਦੇ ਪ੍ਰੋਡਕਟ ਆਫ ਕਿਊਬ ਰੂਟਸ ਆਫ ਯੂਨਿਟੀ ਇਜ਼ ਇਕੁਅਲ ਟੂ 1। ਜਿਹੜੇ ਕਿਊਬ ਰੂਟਸ ਨੇ 1 ਓਮੇਗਾ ਸਕੁਅਰ, ਅਗਰ ਤੁਸੀਂ ਇਹਨਾਂ ਤਿੰਨਾਂ ਦਾ ਪ੍ਰੋਡਕਟ ਕਰੋਗੇ ਰਾਜੇ ਤੁਹਾਨੂੰ ਪਤਾ ਹੈ ਓਮੇਗਾ ਦੀ ਵੈਲਿਊ ਕਿੰਨੀ ਆ ਆਹ ਤੇ ਓਮੇਗਾ ਸਕੁਅਰ ਦੀ ਵੈਲਿਊ ਕਿੰਨੀ ਹੈ ਆਹ। ਤੁਸੀਂ ਇਹਨਾਂ 1 ਨੂੰ ਓਮੇਗਾ ਨੂੰ ਤੇ ਓਮੇਗਾ ਤੇ ਓਮੇਗਾ ਸਕੁਅਰ ਦੀ ਜਗ੍ਹਾ ਨਾ ਵੈਲਿਊਜ਼ ਪੁੱਟ ਕਰਕੇ, ਜਿਵੇਂ ਇਸ ਤਰ੍ਹਾਂ -1 ਪਲੱਸ ਸਕੁਅਰ ਰੂਟ ਆਫ 3 ਇੰਟੂ ਆਈਟਾ ਡਿਵਾਈਡਡ ਬਾਈ 2 ਮਲਟੀਪਲਾਈ ਬਾਈ -1 ਮਾਈਨਸ ਸਕੁਅਰ ਰੂਟ ਆਫ 3 ਆਈਟਾ ਡਿਵਾਈਡਡ ਬਾਈ 2। ਜਦੋਂ ਤੁਸੀਂ ਇਹਨੂੰ ਮਲਟੀਪਲਾਈ ਕਰੋਗੇ ਨਾ ਤਾਂ ਤੁਹਾਡੇ ਕੋਲ ਸਾਰਾ ਕੱਟ ਕਟਾ ਕੇ ਇੱਕ ਆਨਸਰ ਆਊਗਾ। ਤੇ ਇਹ ਪ੍ਰੋਪਰਟੀਜ਼ ਜਿਹੜੀਆਂ ਰਾਜੇ ਇਹ ਜਿਹੜੀਆਂ ਇਹ ਆਪਾਂ ਸੋਲਵ ਕਰਕੇ ਹੀ ਉਸ ਤੋਂ ਬਾਅਦ ਇਹ ਲਿਖਿਆ ਨੇ। ਤਾਂ ਤੁਸੀਂ ਇਹਨਾਂ ਪ੍ਰੋਪਰਟੀਜ਼ ਨੂੰ ਜਾਂ ਤਾਂ ਤੁਸੀਂ ਖੁਦ ਇਹਨੂੰ ਪ੍ਰੈਕਟਿਸ ਕਰ ਸਕਦੇ ਹੋ ਇਹਨਾਂ ਦੀ ਵੈਲਿਊਜ਼ ਪੁੱਟ ਕਰਕੇ, ਜਿਵੇਂ ਕਿ ਪਹਿਲੀ ਪ੍ਰੋਪਰਟੀ ਦੇ ਵਿੱਚ ਤੁਸੀਂ ਓਮੇਗਾ ਤੇ ਓਮੇਗਾ ਸਕੁਅਰ ਦੀ ਵੈਲਿਊ ਪੁੱਟ ਕਰਕੇ ਤੇ ਉਹਨੂੰ 1 ਦੇ ਨਾਲ ਐਡ ਕਰ ਦਿਓ ਤਾਂ ਤੁਹਾਡੇ ਕੋਲ ਸਾਰਾ ਕੁਝ ਇਕੱਠਾ ਜਾਊ ਤੇ ਆਨਸਰ 0 ਆ ਜਾਊਗਾ। ਉਸੇ ਤਰ੍ਹਾਂ ਸੈਕਿੰਡ ਪ੍ਰੋਪਰਟੀ ਹੈ ਕਿ ਜਦੋਂ ਅਸੀਂ 1 ਨੂੰ ਓਮੇਗਾ ਨੂੰ ਤੇ ਓਮੇਗਾ ਸਕੁਅਰ ਨੂੰ ਮਲਟੀਪਲਾਈ ਕਰਾਂਗੇ ਤਾਂ ਇਹਨਾਂ ਦਾ ਜਿਹੜਾ ਆਨਸਰ ਆਏਗਾ ਸਾਡੇ ਕੋਲ ਉਹ ਆਏਗਾ 1 ਦੇ ਇਕੁਅਲ। ਤਾਂ 1 ਇੰਟੂ ਓਮੇਗਾ ਸਕੁਅਰ ਇਜ਼ ਇਕੁਅਲ ਟੂ 1 ਦੇ ਹੁੰਦਾ ਹੈ। ਤੀਜੀ ਪ੍ਰੋਪਰਟੀ ਹੈ ਰਾਜੇ ਜਿਹੜੀ ਉਹ ਦੂਜੀ ਪ੍ਰੋਪਰਟੀ ਦਾ ਹੀ ਗਾਂ ਬਣਾਈ ਗਈ ਹੈ, ਉਸ ਤੋਂ ਯੂਜ਼ ਕਰਕੇ ਗਾਂ ਬਣਾਈ ਗਈ ਹੈ। ਉਹ ਹੈ ਕਿ ਸਾਨੂੰ ਪਤਾ ਹੈ 1 ਇੰਟੂ ਓਮੇਗਾ ਸਕੁਅਰ 1 ਦੇ ਇਕੁਅਲ ਹੁੰਦਾ ਹੈ। ਤੇ ਅਸੀਂ ਕੀ ਕੀਤਾ ਰਾਜੇ ਇੱਥੋਂ ਰੀਅਰੇਂਜ ਕਰ ਲਿਆ, ਜਾਂ ਫਿਰ ਇੱਥੋਂ ਕੀ ਕਰ ਸਕਦੇ ਹਾਂ ਦੋ ਕਰ ਸਕਦੇ ਹਾਂ, ਇੱਥੋਂ ਰੀਅਰੇਂਜ ਕਰ ਸਕਦੇ ਹਾਂ, ਜਾਂ ਫਿਰ ਅਸੀਂ ਕੀ ਕਰ ਸਕਦੇ ਹਾਂ ਓਮੇਗਾ ਦੀ ਮਲਟੀਪਲਾਈ ਓਮੇਗਾ ਸਕੁਅਰ ਨਾਲ ਕਰਾਂਗੇ ਤਾਂ ਕੀ ਆ ਜੂ ਓਮੇਗਾ ਕਿਊਬ ਆ ਜੂ। ਤਾਂ ਕਿਹਦੇ ਇਕੁਅਲ ਆ ਗਿਆ 1 ਦੇ। ਤਾਂ ਰਾਜੇ ਜਿੱਥੇ ਤੁਹਾਨੂੰ ਓਮੇਗਾ ਕਿਊਬ ਆ ਜੇ ਉਹਦੀ ਵੈਲਿਊ ਤੁਸੀਂ ਕਿੰਨੀ ਪੁੱਟ ਕਰਨੀ ਹੈ 1 ਪੁੱਟ ਕਰ ਦੇਣੀ ਹੈ। ਇਹ ਕਿ ਥਰਡ ਪ੍ਰੋਪਰਟੀ ਸਾਡੀ ਕਹਿੰਦੀ ਹੈ। ਜਸਟ ਥਰਡ ਪ੍ਰੋਪਰਟੀ ਕੀ ਹੈ ਸੈਕੰਡ ਪ੍ਰੋਪਰਟੀ ਦਾ ਯੂਜ਼ ਕਰਕੇ ਹੀ ਬਣਾਈ ਗਈ ਹੈ। ਜਿਹੜੀ ਫੋਰਥ ਪ੍ਰੋਪਰਟੀ ਹੈ ਰਾਜੇ
फोर्थ प्रॉपर्टी की कहती है, फोर्थ प्रॉपर्टी भी सैकेंड प्रॉपर्टी का ही यूज़ किया है। फोर्थ प्रॉपर्टी की कहती है ओमेगा एंड ओमेगा स्केयर, या फिर आप कह सकते हैं क्यूब रूट्स ऑफ यूनिटी आर रेसिप्रोकल टू ईच अदर, रेसिप्रोकल टू ईच अदर। ਕਹਿੰਦੇ ਜਿਹੜੇ ਕਿਊਬ ਰੂਟਸ ਆਫ ਯੂਨਿਟੀ ਨੇ ਉਹ ਇੱਕ ਦੂਸਰੇ ਦੇ ਕੀ ਨੇ, ਰੈਸੀਪ੍ਰੋਕਲ ਨੇ। ਹੁਣ ਦੇਖੋ ਰਾਜੇ ਸੈਕਿੰਡ ਜਿਹੜੀ ਸਾਡੀ ਸੈਕਿੰਡ ਪ੍ਰੋਪਰਟੀ ਆ ਉਹ ਕੀ ਕਹਿੰਦੀ ਹੈ 1 ਇੰਟੂ ਓਮੇਗਾ ਸਕੇਅਰ ਕਿਹਦੇ ਇਕੁਅਲ ਹੈ 1 ਦੇ। ਅਸੀਂ ਇਸ ਨੂੰ ਰੀਅਰੇਂਜ ਕਰ ਲਿਆ, ਰੀਅਰੇਂਜ ਕੀ ਓਮੇਗਾ ਸਕੇਅਰ ਨੂੰ ਮੈਂ ਉਸ ਤਰਫ ਲੈ ਗਿਆ ਤਾਂ ਕੀ ਬਣ ਗਿਆ 1 ਬਾਈ ਓਮੇਗਾ ਸਕੇਅਰ। ਤਾਂ ਇੱਥੋਂ ਸਾਡੇ ਕੋਲ ਕੀ ਆ ਗਿਆ ਕਿ ਇੱਕ ਦੂਸਰੇ ਦੇ ਕੀ ਨੇ ਰੈਸੀਪ੍ਰੋਕਲ ਨੇ। ਮੈਂ ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦਾ ਕਿ ਓਮੇਗਾ ਸਕੇਅਰ ਇਜ਼ ਇਕੁਅਲ ਟੂ 1 ਬਾਈ ਓਮੇਗਾ ਦੇ। ਤਾਂ ਇੱਥੋਂ ਰਾਜੇ ਆਪਣੇ ਕੋਲ ਨਵੀਂ ਪ੍ਰੋਪਰਟੀ ਆ ਜਾਂਦੀ ਹੈ ਕਿ 1 ओमेगा एंड ओमेगा स्केयर या फिर क्यूब रूट्स ऑफ यूनिटी आर रेसिप्रोकल टू ईच अदर। ये साडी जिहड़ी है फोर्थ प्रॉपर्टी। तो तुसीं देखो भी सैकेंड प्रॉपर्टी तो ही गां प्रॉपर्टीज़ जिहड़ियां साडे कोल बन गईयां ने। फिफ्थ प्रॉपर्टी जिहड़ी है राजे साडे कोल बहुत ही ज़्यादा इंपॉर्टेंट है, तो ये रिलेटेड क्वेश्चन भी एग्जाम दे विच आया सी, ते मैं MCQ सीरीज़ दे विच जो असीं ऑलरेडी स्टार्ट की हुई है उस दे विच भी एक क्वेश्चन इंक्लूड किया है। एक भी हो सकता है, एक तो ज़्यादा भी हो सकते हैं। फिर फिफ्थ प्रॉपर्टी है साडे कोल भी क्यूब रूट ऑफ -1 आर। फिफ्थ प्रॉपर्टी कहती है क्यूब रूट ऑफ -1 आर -1 -ओमेगा स्केयर। कहते -1 के क्यूब रूट की ने -1 -ओमेगा स्केयर। तो ये आप देखते हैं भी ये प्रॉपर्टी असल च बनी कितों, तो कि असी होर जिहड़े नंबरस ने होर इंटीजर्स ने उन्हों का क्यूब रूट करके भी फाइंड आउट कर उन्होंने के क्यूब रूट्स भी फाइंड आउट कर सकते हैं। तो देखते रहे जी कहते भी क्यूब रूट जिहड़े ने -1 दे वो आ तिन्ने ने, ये प्रॉपर्टी कहती है कि -1 -ओमेगा तो -ओमेगा स्केयर। ਤਾਂ ਰਾਜੇ ਸਪੋਜ਼ ਸਾਨੂੰ 1 ਦੀ ਕਿਊਬ ਰੂਟ ਪਤਾ ਕਰਨ ਲਈ ਕਿਹਾ ਜਾਵੇ, ਜੇ ਤਾਂ ਇੱਕ ਰੂਟ ਪਤਾ ਕਰਨ ਲਈ ਕਿਹਾ ਤਾਂ ਆਨਸਰ ਕੀ ਹੋਵੇਗਾ ਸਾਡੇ ਕੋਲ। ਜੇ ਸਪੋਜ਼ ਸਾਨੂੰ ਕਹਿ ਦਿੱਤਾ ਜਾਵੇ ਕਿ ਫਾਈਂਡ ਦਾ ਕਿਊਬ ਰੂਟ ਆਫ -1, ਕਿ -1 ਦਾ ਕਿਊਬ ਰੂਟ ਪਤਾ ਕਰੋ। ਅਸੀਂ ਇਸ ਪ੍ਰੋਪਰਟੀ ਨੂੰ ਹੀ ਪਹਿਲਾਂ ਐਕਸਪਲੇਨ ਕਰਦੇ ਹਾਂ। ਸਾਨੂੰ ਕਹਿ ਦਿੱਤਾ ਜਾਵੇ ਕਿ -1 ਦਾ ਕਿਊਬ ਰੂਟ ਪਤਾ ਕਰੋ, ਤਾਂ -1 ਦਾ ਕਿਊਬ ਰੂਟ ਕੀ ਕਹਾਂਗੇ -1 ਹੀ ਹੋਵੇਗਾ ਅਗਰ ਇੱਕ ਕਿਊਬ ਰੂਟ ਪਤਾ ਕਰਨਾ ਹੈ। ਪਰ ਜੇ ਤੁਹਾਨੂੰ ਕਹਿ ਦੇਣ ਕਿ ਤਿੰਨੋਂ ਰੂਟਸ ਪਤਾ ਕਰੋ -1 ਦੇ ਕਿਊਬ ਰੂਟ ਦੇ, ਤਾਂ ਉਹ ਕਿਵੇਂ ਫਾਈਂਡ ਆਊਟ ਹੋਣਗੇ, ਉਹ ਫਾਈਂਡ ਆਊਟ ਹੋਣਗੇ ਉਹਨੂੰ ਮਲਟੀਪਲਾਈ ਕਰਕੇ ਕਿਹਦੇ ਨਾਲ 1 ਓਮੇਗਾ ਸਕੇਅਰ ਦੇ ਨਾਲ। ਤੇ 1 ਓਮੇਗਾ ਸਕੇਅਰ 1 ਓਮੇਗਾ ਤੇ ਓਮੇਗਾ ਸਕੇਅਰ ਸਾਡੇ ਕੋਲ ਕੀ ਨੇ, ਉਹ ਸਾਡੇ ਕੋਲ ਨੇ ਕਿਊਬ ਰੂਟਸ ਆਫ ਯੂਨਿਟੀ। ਤਾਂ ਇਹਦਾ ਮਤਲਬ ਰਚੇ ਜਦੋਂ ਵੀ ਤੁਸੀਂ ਕਿਊਬ ਰੂਟ ਫਾਈਂਡ ਆਊਟ ਕਰਨਾ ਹੈ, ਚਾਹੇ ਸਕੇਅਰ ਰੂਟ ਫਾਈਂਡ ਆਊਟ ਕਰਨਾ ਹੈ, ਉਸ ਦਾ ਸਕੇਅਰ ਰੂਟ ਜਾਂ ਕਿਊਬ ਰੂਟ ਫਾਈਂਡ ਆਊਟ ਕਰ ਲਿਆ, ਉਹਨੂੰ ਮਲਟੀਪਲਾਈ ਕਰ ਦਿਓ ਕਿਊਬ ਰੂਟਸ ਆਫ ਯੂਨਿਟੀ ਨਾਲ ਜੇ ਕਿਊਬ ਰੂਟ ਫਾਈਂਡ ਆਊਟ ਕਰਨੇ ਨੇ, ਤੇ ਜਾਂ ਫਿਰ ਜੇ ਸਕੇਅਰ ਰੂਟ ਫਾਈਂਡ ਆਊਟ ਕਰਨੇ ਨੇ ਤਾਂ ਸਕੇਅਰ ਰੂਟ ਆਫ ਯੂਨਿਟੀਜ਼ ਦੇ ਨਾਲ ਮਲਟੀਪਲਾਈ ਕਰ ਦਿਓ। ਤਾਂ ਤੁਹਾਡੇ ਕੋਲ ਤਿੰਨੇ ਰੂਟਸ ਆ ਜਾਣਗੇ ਅਗਰ ਕਿਊਬ ਰੂਟ ਫਾਈਂਡ ਆਊਟ ਕਰਨੇ ਆ, ਦੋਨੇ ਰੂਟਸ ਆ ਜਾਣਗੇ ਅਗਰ ਸਕੇਅਰ ਰੂਟ ਫਾਈਂਡ ਆਊਟ ਕਰਨੇ ਆ। ਤਾਂ ਆਪਣੇ ਕੋਲ ਇੱਥੇ ਰੂਟਸ ਕੀ ਆ ਗਏ -1 -ओमेगा ਸਕੇਅਰ। ਇਹੀ ਸਾਡੀ ਪ੍ਰੋਪਰਟੀ ਕਹਿੰਦੀ ਹੈ। ਹੁਣ ਸਪੋਜ਼ ਸਾਨੂੰ ਕਹਿ ਦਿੱਤਾ ਜਾਵੇ ਵੀ ਫਾਈਂਡ ਦਾ ਕਿਊਬ ਰੂਟ ਆਫ -8 ਦੇ ਕਿਊਬ ਰੂਟ ਫਾਈਂਡ ਆਊਟ ਕਰਨੇ ਨੇ, ਜਾਂ ਫਿਰ ਕਹਿ ਦਿੱਤਾ ਜਾਵੇ ਫਾਈਂਡ ਦਾ ਕਿਊਬ ਰੂਟ ਆਫ 7 ਦਾ ਕਿਊਬ ਰੂਟ ਫਾਈਂਡ ਆਊਟ ਕਰਨਾ ਹੈ। ਤਾਂ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ। ਹੁਣ ਦੇਖੋ ਜੀ -8 ਦਾ ਕਿਊਬ ਰੂਟ ਜੇ ਤੁਸੀਂ ਫਾਈਂਡ ਆਊਟ ਕਰਨਾ ਤਾਂ ਉਹ ਕਿਹਦੇ ਬਰਾਬਰ ਹੁੰਦਾ -2 ਦੇ ਇਕੁਅਲ ਹੁੰਦਾ। ਲੇਕਿਨ ਤੁਹਾਨੂੰ ਕਹਿ ਦਿੱਤਾ ਜਾਵੇ ਵੀ ਤਿੰਨੇ ਰੂਟ ਫਾਈਂਡ ਆਊਟ ਕਰੋ, ਤਾਂ ਕਿੱਦਾਂ ਹੋਣਗੇ 1 ਓਮੇਗਾ ਸਕੇਅਰ ਨਾਲ ਮਲਟੀਪਲਾਈ ਕਰਕੇ। ਤਾਂ ਕੀ ਆ ਗਿਆ -2 ਓਮੇਗਾ ਸਕੇਅਰ ਦੇ ਇਕੁਅਲ। ਤਾਂ -8 ਦੇ ਜਿਹੜੇ ਕਿਊਬ ਰੂਟਸ ਨੇ ਉਹ ਸਾਡੇ ਕੋਲ ਆਹ ਆ ਗਏ। ਹੁਣ ਰਾਜੇ ਸਾਨੂੰ ਪਤਾ ਹੈ ਨੈਕਸਟ ਐਗਜ਼ਾਮਪਲ ਦੇ ਵਿੱਚ ਕਿ 7 ਦਾ ਕਿਊਬ ਰੂਟ ਜਿਹੜਾ ਨਹੀਂ ਹੁੰਦਾ ਐਗਜ਼ੈਕਟ ਫਾਈਂਡ ਆਊਟ ਨਹੀਂ ਕਰ ਸਕਦੇ, ਤਾਂ ਅਸੀਂ ਇਸ ਨੂੰ ਐਜ਼ ਇਟ ਇਜ਼ ਹੀ ਲਿਖ ਲਾਂਗੇ 7 ਦੀ ਪਾਵਰ 1/3। ਤੇ ਜੇ ਸਾਨੂੰ ਕਹਿ ਦੇਣ ਵੀ ਤਿੰਨੇ ਰੂਟ ਫਾਈਂਡ ਆਊਟ ਕਰੋ ਤਾਂ ਅਸੀਂ 7 ਦੀ ਪਾਵਰ 1/3 ਨੂੰ ਮਲਟੀਪਲਾਈ ਕਰ ਦਾਂਗੇ 1 ਓਮੇਗਾ ਤੇ ਓਮੇਗਾ ਸਕੇਅਰ ਨਾਲ। ਤਾਂ ਇੱਥੋਂ ਸਾਡੇ ਕੋਲ ਕੀ ਆ ਜਾਏਗਾ 7 ਦੀ ਪਾਵਰ 1/3 7 ਦੀ ਪਾਵਰ 1/3 ਓਮੇਗਾ ਤੇ 7 ਦੀ ਪਾਵਰ 1/3 ਓਮੇਗਾ ਸਕੇਅਰ। ਇਹ ਤਿੰਨੇ ਰੂਟਸ ਆ ਗਏ 7 ਦੇ ਕਿਊਬ ਰੂਟ ਦੇ। ਤਾਂ ਇਸੇ ਤਰ੍ਹਾਂ ਤੁਸੀਂ ਕਿਸੇ ਵੀ ਜਿਹੜੇ ਟਰਮ ਦੇ ਕਿਊਬ ਰੂਟਸ ਫਾਈਂਡ ਆਊਟ ਕਰ ਸਕਦੇ ਹੋ। ਸੋ ਇੱਕ ਰੂਟ ਫਾਈਂਡ ਆਊਟ ਕਰ ਲਓ ਤੇ ਬਾਕੀ ਜਿਹੜੇ ਆ ਉਹ ਤੁਸੀਂ ਕਿੱਦਾਂ ਫਾਈਂਡ ਆਊਟ ਕਰ ਸਕਦੇ ਹੋ 1 ਓਮੇਗਾ ਸਕੇਅਰ ਨਾਲ ਮਲਟੀਪਲਾਈ ਕਰਕੇ। ਸਿਕਸਥ ਪ੍ਰੋਪਰਟੀ ਜਿਹੜੀ ਆ ਉਹ ਵੀ ਬਹੁਤ ਇੰਟਰਸਟਿੰਗ ਪ੍ਰੋਪਰਟੀ ਹੈ, ਤੇ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹਾਂਗਾ ਕਿ ਅਸੀਂ ਇੱਕ ਕਨਸੈਪਟ ਪੜ੍ਹਿਆ ਸੀ ਕਿ ਆਇਟਾ ਦੀ ਪਾਵਰ ਦਾ ਪਾਵਰਸ ਆਫ ਆਇਟਾ ਵਾਲਾ। ਤਾਂ ਸ਼ਾਇਦ ਤੁਹਾਨੂੰ ਯਾਦ ਹੋਵੇ, ਤੇ ਜੇ ਅਗਰ ਨਹੀਂ ਯਾਦ ਤਾਂ ਜ਼ਰੂਰ ਤੁਸੀਂ ਦੁਬਾਰਾ ਰਿਵੀਜ਼ਨ ਕਰੋ, ਦੁਬਾਰਾ ਵੀਡੀਓਜ਼ ਨੂੰ ਦੇਖੋ ਕਿਉਂਕਿ ਸਾਰੇ ਕਨਸੈਪਟ ਹੀ ਯੂਜ਼ ਹੋਣੇ ਨੇ। ਤਾਂ ਉਸ ਦੇ ਵਿੱਚ ਅਸੀਂ ਆਇਟਾਸ ਦੀ ਪਾਵਰ ਦੀ ਗੱਲ ਕੀਤੀ ਸੀ, ਤਾਂ ਅਸੀਂ ਉੱਥੇ ਇੱਕ ਰਿਜ਼ਲਟ ਪਤਾ ਕੀਤਾ ਸੀਗਾ। ਤੇ ਜੇ ਤੁਹਾਨੂੰ ਰਿਜ਼ਲਟ ਯਾਦ ਹੈ ਤਾਂ ਜ਼ਰੂਰ ਤੁਹਾਨੂੰ ਇਹ ਸਿਕਸਥ ਪ੍ਰੋਪਰਟੀ ਈਜ਼ੀਲੀ ਜਿਹੜੀ ਹੈ
ਉਹ ਸਮਝ ਆ ਜਾਵੇਗੀ। ਅਸੀਂ ਰਾਜੇ ਹੁਣੀ ਪਤਾ ਕੀਤਾ ਸੀਗਾ ਕਿ 1 ਇੰਟੂ ਓਮੇਗਾ ਸਕੁਏਅਰ ਕਿਹਦੇ ਇਕੁਅਲ ਹੁੰਦਾ ਹੈ 1 ਦੇ, ਸੈਕਿੰਡ ਪ੍ਰੋਪਰਟੀ ਤੋਂ ਪਤਾ ਕੀਤਾ ਸੀ। ਫਿਰ ਅਸੀਂ ਕਿਹਾ ਸੀ ਇਹਨੂੰ ਕਿਵੇਂ ਲਿਖ ਲਿਆ ਸੀ, ਅਸੀਂ ਕਿਹਾ ਸੀ ਓਮੇਗਾ ਕਿਊਬ ਕਿਹਦੇ ਇਕੁਅਲ ਆ ਗਿਆ 1 ਦੇ। ਤਾਂ ਸਾਨੂੰ ਓਮੇਗਾ ਕਿਊਬ ਦੀ ਵੈਲਿਊ ਜਿਹੜੀ ਆ ਉਹ ਪਤਾ ਚੱਲ ਗਈ ਅਤੇ ਉਹ ਕਿਹਦੇ ਬਰਾਬਰ ਆ ਗਈ 1 ਦੇ। ਅਤੇ ਜੇ ਸਾਨੂੰ ਕਹਿ ਦੇਣ ਵੀ ਹਾਇਰ ਪਾਵਰਸ ਪਤਾ ਕਰਨੀ ਹੈ ਓਮੇਗਾ ਦੀਆਂ, ਤਾਂ ਕਿਵੇਂ ਫਾਈਂਡ ਆਊਟ ਕਰਾਂਗੇ, ਅਸੀਂ ਓਮੇਗਾ 4 ਕੱਢਣਾ ਹੋਵੇ ਸਪੋਜ਼, ਤਾਂ ਅਸੀਂ ਓਮੇਗਾ 4 ਕਿਸ ਤਰ੍ਹਾਂ ਕੱਢ ਸਕਦੇ ਹਾਂ, ਓਮੇਗਾ ਕਿਊਬ ਇੰਟੂ ਓਮੇਗਾ ਲਿਖ ਸਕਦਾ। ਤਾਂ ਓਮੇਗਾ ਕਿਊਬ ਕਿੰਨਾ ਹੈ 1 ਅਤੇ ਨਾਲ ਕੀ ਹੈ ਓਮੇਗਾ, ਤਾਂ ਓਮੇਗਾ 4 ਦੀ ਵੈਲਿਊ ਕਿੰਨੀ ਆ ਗਈ ਓਮੇਗਾ ਆ ਗਈ। ਤਾਂ ਓਮੇਗਾ ਕਿਊਬ ਕਿੰਨਾ ਹੈ 1 ਹੈ, ਓਮੇਗਾ 4 ਕਿਹਦੇ ਬਰਾਬਰ ਆ ਗਿਆ ਓਮੇਗਾ ਦੇ। ਹੁਣ ਜੇ ਓਮੇਗਾ 5 ਕੱਢਣਾ ਹੋਵੇ ਅਸੀਂ ਓਮੇਗਾ 5 ਕਿਹਦੇ ਇੱਕੋ ਲਿਖ ਸਕਦੇ ਹਾਂ, ਉਹ ਮੈਂ ਲਿਖ ਸਕਦਾ ਓਮੇਗਾ ਕਿਊਬ ਇੰਟੂ ਓਮੇਗਾ ਸਕੇਅਰ ਦੇ ਬਰਾਬਰ ਲਿਖ ਸਕਦਾ। ਤਾਂ ਰਾਜੇ ਓਮੇਗਾ ਕਿਊਬ ਦੀ ਵੈਲਿਊ ਕਿੰਨੀ ਹੈ 1 ਹੈਗੀ, ਅਤੇ ਓਮੇਗਾ ਸਕੇਅਰ ਦੀ ਵੈਲਿਊ ਕਿੰਨੀ ਹੈ ਓਮੇਗਾ ਸਕੇਅਰ ਹੀ ਹੈ, ਤਾਂ ਕਿੰਨਾ ਆ ਗਿਆ ਓਮੇਗਾ ਸਕੇਅਰ ਆਂਸਰ ਆ ਗਿਆ। ਤਾਂ ਰਾਜੇ ਮੈਂ ਓਮੇਗਾ 5 ਤਿੱਕਰ ਓਮੇਗਾ ਦੀ ਪਾਵਰ 5 ਤਿੱਕਰ ਦੀਆਂ ਵੈਲਿਊਜ਼ ਕੱਢ ਲਈਆਂ। ਹੁਣ ਅਸੀਂ ਫਾਈਂਡ ਆਊਟ ਕਰਦੇ ਹਾਂ ਓਮੇਗਾ 6 ਨੂੰ। ਜੇ ਅਸੀਂ ਓਮੇਗਾ 6 ਨੂੰ ਅਗਰ ਫਾਈਂਡ ਆਊਟ ਕਰੀਏ ਤਾਂ ਉਹ ਕਿੰਨਾ ਆ ਜਾਊਗਾ ਰਾਜੇ, ਉਹ ਆ ਜਾਊਗਾ ਆਪਣੇ ਕੋਲ ਓਮੇਗਾ ਕਿਊਬ ਇੰਟੂ ਓਮੇਗਾ ਕਿਊਬ ਦੇ ਕਿੰਨਾ ਆ ਗਿਆ 1 ਇੰਟੂ 1 ਕਿੰਨਾ ਆ ਗਿਆ 1। ਤਾਂ ਓਮੇਗਾ 6 ਦੀ ਵੈਲਿਊ ਵੀ ਕਿੰਨੀ ਆ ਗਈ 1। ਰਾਜੇ ਸਾਨੂੰ ਆਲਰੇਡੀ ਪਤਾ ਸੀਗਾ ਕਿ 1 ਓਮੇਗਾ ਸਕੇਅਰ ਇਹ ਰੂਟਸ ਐਗਜ਼ਿਸਟ ਕਰਦੇ ਨੇ, ਰੂਟਸ ਨੇ, ਤਾਂ ਵੈਲਿਊ ਜਿਹੜੀ ਆ ਉਹ ਪਹਿਲੀ 1 ਹੈ, ਫਿਰ ਓਮੇਗਾ ਹੈ, ਫਿਰ ਓਮੇਗਾ ਸਕੇਅਰ ਹੈ। ਉਸ ਤੋਂ ਬਾਅਦ ਅਸੀਂ ਫਾਈਂਡ ਆਊਟ ਕਿਹਨੂੰ ਕੀਤਾ ਓਮੇਗਾ ਕਿਊਬ ਨੂੰ। ਫਿਰ ਸਾਡੇ ਕੋਲ ਕਿਹੜੀ ਵੈਲਿਊ ਆ ਗਈ ਓਮੇਗਾ 4 ਦੀ ਵੈਲਿਊ ਕਿੰਨੀ ਆ ਗਈ ਓਮੇਗਾ ਆ ਗਈ, ਓਮੇਗਾ 5 ਦੀ ਵੈਲਿਊ ਕਿੰਨੀ ਆ ਗਈ ਓਮੇਗਾ ਸਕੇਅਰ ਆ ਗਈ, ਅਤੇ ਓਮੇਗਾ 6 ਦੀ ਵੈਲਿਊ ਕਿੰਨੀ ਆ ਗਈ 1 ਆ ਗਈ। ਤਾਂ ਤੁਸੀਂ ਦੇਖੋਗੇ ਓਮੇਗਾ ਕਿਊਬ ਤੋਂ ਬਾਅਦ ਜਿਹੜੀ ਵੈਲਿਊਜ਼ ਨੇ ਉਹ ਵਾਪਸ ਕਿਊਬ ਰੂਟਸ ਆਫ ਯੂਨਿਟੀ ਹੀ ਆਉਣ ਲੱਗ ਗਈਆਂ, ਓਮੇਗਾ ਸਕੇਅਰ 1, ਫਿਰ ਕਰੋਗੇ ਫਿਰ ਓਮੇਗਾ ਆਜੂ, ਫਿਰ ਓਮੇਗਾ ਸਕੇਅਰ ਆਜੂ 1 ਆਜੂ। ਤਾਂ ਜਿਹੜੀ ਇਹ ਵੈਲਿਊਜ਼ ਨੇ ਉਹ ਰਿਪੀਟ ਹੋਣ ਲੱਗ ਗਈਆਂ ਕੀ ਤੋਂ ਬਾਅਦ ਓਮੇਗਾ ਕਿਊਬ ਤੋਂ ਬਾਅਦ। ਉਸ ਤੋਂ ਪਹਿਲਾਂ ਵੈਲਿਊਜ਼ ਕਿੰਨੀਆਂ ਸੀਗੀਆਂ 1 ਓਮੇਗਾ ਸਕੇਅਰ, ਅਤੇ ਓਮੇਗਾ ਕਿਊਬ ਤੋਂ ਬਾਅਦ ਜਿਹੜੀਆਂ ਵੈਲਿਊਜ਼ ਨੇ ਉਹ ਰਿਪੀਟ ਹੋਣਾ ਸਟਾਰਟ ਹੋ ਗਈਆਂ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੇ ਆਪਣੇ ਰੂਟਸ ਨੇ ਉਹ ਕੀ ਕਰਦੇ ਨੇ, ਉਹ ਸਾਈਕਲਿਕ ਨੇ, ਉਹ ਰਿਪੀਟ ਹੁੰਦੇ ਨੇ ਕਦੋਂ ਤੋਂ ਬਾਅਦ, ਜਦੋਂ n ਦੀ ਵੈਲਿਊ 3 ਤੋਂ ਜ਼ਿਆਦਾ ਹੋ ਜੇ। ਤਾਂ ਆਪਾਂ ਇੱਥੇ ਕੀ ਲਿਖਾਂਗੇ ਐਜ਼ ਵੀ observed that for n greater than 3 value of omega repeat itself, ਉਹ ਤੋਂ ਬਾਅਦ ਉਹਦੀ ਵੈਲਿਊ ਕੀ ਹੋਣ ਲੱਗ ਗਈ ਰਿਪੀਟ ਹੋਣ ਲੱਗ ਗਈ। ਤਾਂ ਅਸੀਂ ਇੱਥੇ ਰਿਜ਼ਲਟ ਲਿਖਾਂਗੇ ਜਿਹੜਾ ਅਸੀਂ ਆਇਟਾ ਦੀ ਪਾਵਰ ਵੇਲੇ ਲਿਖਿਆ ਸੀ, ਰਿਜ਼ਲਟ ਕੀ ਸੀ ਰਾਜੇ, ਰਿਜ਼ਲਟ ਹੈ ਸਾਡੇ ਕੋਲ ਕਿ ਓਮੇਗਾ ਦੀ ਪਾਵਰ n ਇਜ਼ ਇਕੁਅਲ ਟੂ ਕੀ ਦੇ ਓਮੇਗਾ ਦੀ ਪਾਵਰ r ਦੇ ਇਕੁਅਲ ਹੈ, ਅਤੇ r ਕੀ ਹੈ ਸਾਡੇ ਕੋਲ r ਇਜ਼ ਰਿਮਾਈਂਡਰ ਹੈ ਸਾਡੇ ਕੋਲ ਰਿਮਾਈਂਡਰ। ਅਤੇ ਆਪਾਂ ਕੀ ਕਵਾਂਗੇ ਕਦੋਂ ਵੈਨ n ਇਜ਼ ਡਿਵਾਈਡਡ ਬਾਏ 3 ਦੇ, ਜਦੋਂ ਅਸੀਂ n ਨੂੰ ਜਿਹੜਾ ਹੈ ਸਾਡੇ ਕੋਲ ਜਿਹੜਾ n ਨੂੰ ਪਾਵਰ ਨੂੰ ਜਦੋਂ 3 ਨਾਲ ਡਿਵਾਈਡ ਕਰ ਦਾਂਗੇ ਤਾਂ ਜਿਹੜਾ ਸਾਡੇ ਕੋਲ ਰਿਮਾਈਂਡਰ ਬਚੇਗਾ ਉਹਦੇ ਇਕੁਅਲ ਆ ਜਾਵੇਗਾ। ਐਗਜ਼ਾਮਪਲ ਕਰਕੇ ਦੇਖਦੇ ਹਾਂ। ਸੋ ਉਹਨੂੰ ਕਹਿ ਦਿੱਤਾ ਜਾਵੇ ਕਿ ਤੁਸੀਂ ਰਹੀ ਆ ਉਹ ਵੈਲਿਊ ਫਾਈਂਡ ਆਊਟ ਕਰਨੀ ਆ ਓਮੇਗਾ ਦੀ 27 ਦੀ। ਤਾਂ ਸਾਨੂੰ ਪਤਾ ਰਹੇ 27 ਨੂੰ ਅਗਰ ਅਸੀਂ 3 ਨਾਲ ਡਿਵਾਈਡ ਕਰੀਏ ਤਾਂ ਉਹ ਕਿਹਦੇ ਇਕੁਅਲ ਆ ਜਾਊਗਾ, ਉਹ ਬਰਾਬਰ ਆ ਜਾਊਗਾ ਓਮੇਗਾ ਦੀ ਪਾਵਰ 0 ਦੇ, ਕਿਉਂਕਿ 27 ਆ ਜਿਹੜਾ 3 ਤੇ ਡਿਵਾਈਡ ਹੋ ਜਾਊਗਾ, ਰਿਮਾਈਂਡਰ ਦਾ ਕੁਝ ਬਚਣਾ ਹੀ ਨਹੀਂ। ਤਾਂ ਓਮੇਗਾ 0 ਦੀ ਕਿਹਦੇ ਇਕੁਅਲ ਹੁੰਦਾ 1 ਦੇ ਇਕੁਅਲ ਹੁੰਦਾ। ਤਾਂ ਇੱਥੇ ਅਸੀਂ ਓਮੇਗਾ 0 ਵੀ ਲਿਖ ਸਕਦੇ ਹਾਂ, ਓਮੇਗਾ ਦੀ ਪਾਵਰ 0 ਓਮੇਗਾ ਸਕੇਅਰ ਓਮੇਗਾ ਕਿਊਬ ਅਤੇ ਵੈਲਿਊਜ਼ ਜਿਹੜੀਆਂ ਉਹ ਵਾਪਸ ਰਿਪੀਟ ਹੋਣ ਲੱਗੀਆਂ 1 ਤੋਂ ਬਾਅਦ। ਤਾਂ ਰਾਜੇ ਇਹ ਸਾਡੇ ਕੋਲ ਐਗਜ਼ਾਮਪਲ ਇਸ ਤਰ੍ਹਾਂ ਦੀ ਤੁਸੀਂ ਜਿਹੜੀ ਆਪਣੀ ਸੀਗੀ, ਇਹਦੀ ਜਿਹੜੀ ਇਹ ਯੂਜ਼ ਹੈ ਬਹੁਤ ਹੁੰਦਾ, ਡਾਇਰੈਕਟ ਤੁਹਾਨੂੰ ਕੁਐਸਚਨ ਨਹੀਂ ਪੁੱਛਣਗੇ ਕਿ ਫਾਈਂਡ ਦਾ ਵੈਲਿਊ ਆਫ ਓਮੇਗਾ 27, ਐਡਾ ਈਜ਼ੀ ਕੁਐਸਚਨ ਨਹੀਂ ਆਵੇਗਾ। ਤੁਹਾਡਾ ਜਿਹੜਾ ਯੂਜ਼ ਹੋਵੇਗਾ ਇਹ ਕੁਐਸਚਨਸ ਨੂੰ ਸੋਲਵ ਕਰਨ ਦੇ ਵਿੱਚ। ਇੱਕ ਕੁਐਸਚਨ ਹੋਰ ਦੇਖ ਲੈਂਦੇ ਹਾਂ ਐਗਜ਼ਾਮਪਲ। ਤੁਹਾਨੂੰ ਮੰਨ ਲਓ ਕਹਿ ਦੇਣ ਕਿ ਸੋਲਵ ਓਮੇਗਾ ਦੀ ਪਾਵਰ 16 ਪਲੱਸ ਓਮੇਗਾ ਦੀ ਪਾਵਰ 13। ਅਸੀਂ ਇਹਨੂੰ ਜਿਹੜਾ ਹੈ ਸੋਲਵ ਕਰਨਾ ਹੈ, ਵੀ ਇਹਨੂੰ ਸੋਲਵ ਕਰਕੇ ਦਿਖਾਓ। ਅਤੇ ਸਾਨੂੰ ਪਤਾ ਹੈ ਓਮੇਗਾ ਦੀ ਪਾਵਰ 16 ਨੂੰ ਅਸੀਂ ਅਗਰ 16 ਨੂੰ ਅਗਰ 3 ਨਾਲ ਅਸੀਂ ਡਿਵਾਈਡ ਕਰਦੇ ਹਾਂ ਤਾਂ ਸਾਡੇ ਕੋਲ ਰਿਮਾਈਂਡਰ ਕਿੰਨਾ ਬਚਦਾ, ਉਹ ਬਚਦਾ 1 ਬਚਦਾ। ਅਤੇ ਅਗਰ 13 ਨੂੰ ਡਿਵਾਈਡ ਕਰੀਏ 3 ਦੇ ਨਾਲ ਤਾਂ ਸਾਡੇ ਕੋਲ ਰਿਮਾਈਂਡਰ ਕਿੰਨਾ ਬਚਦਾ 1 ਬਚਦਾ। ਤਾਂ ਇੱਥੇ ਆਪਣੇ ਕੋਲ ਕਿੰਨਾ ਆਨਸਰ ਆ ਗਿਆ 2 ਓਮੇਗਾ ਜਿਹੜਾ ਆਨਸਰ ਸਾਡੇ ਕੋਲ ਆ ਗਿਆ। ਤਾਂ ਇਸ ਤਰ੍ਹਾਂ ਅਸੀਂ ਜਿਹੜੀ ਵੈਲਿਊਜ਼ ਨੇ ਸੋਲਵ ਕਰ ਸਕਦੇ ਹਾਂ, ਇਹਨੂੰ ਕੁਐਸਚਨਸ ਨੂੰ ਸੋਲਵ ਕਰ ਸਕਦੇ ਹਾਂ ਇਸ ਪ੍ਰੋਪਰਟੀ ਦਾ ਯੂਜ਼ ਕਰਕੇ। ਅਤੇ ਜਿਹੜੀ 8th ਪ੍ਰੋਪਰਟੀ ਹੈ ਸਾਡੇ ਕੋਲ ਰਾਜੇ ਉਹ ਕੀ ਕਹਿ ਰਹੀ ਹੈ ਕਿ 1 ਓਮੇਗਾ ਸਕੇਅਰ ਜੋ ਕਿਊਬ ਰੂਟਸ ਆਫ ਯੂਨਿਟੀ ਨੇ ਉਹ ਸਾਡੇ ਕੋਲ ਕੀ ਬਣਾਉਂਦੇ ਨੇ GP ਸੀਰੀਜ਼। ਤਾਂ 8th ਪ੍ਰੋਪਰਟੀ ਹੈ ਸਾਡੇ ਕੋਲ ਕਿ 1 ਓਮੇਗਾ ਸਕੇਅਰ
क्यूब रूट्स ऑफ यूनिटी फॉर्म जीपी सीरीज़ ਬਣਾਉਂਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇਹਦੀ ਜਿਹੜੀ ਫਸਟ ਟਰਮ ਹੈ ਉਹ a ਹੈ ਤੇ ਜਿਹੜਾ ਤਾਂ ਕਾਮਨ ਰੇਸ਼ੋ ਹੈ ਜਿਹੜੀ ਉਹ ਕੀ ਹੋਊਗੀ ਸਾਡੇ ਕੋਲ, ਉਹ ਹੋਊਗੀ ਓਮੇਗਾ ਸਾਡੇ ਕੋਲ ਕੀ ਹੈ, ਕਾਮਨ ਰੇਸ਼ੋ ਹੈ। ਤਾਂ ਇਹ ਰਜੇ 7 ਪ੍ਰੋਪਰਟੀਆਂ ਸੀਗੀਆਂ, ਇਹ ਸਾਡੀ 7th ਪ੍ਰੋਪਰਟੀ ਸੀ, ਮੈਂ 8th ਕਹਿ ਦਿੱਤਾ, ਇਹ ਸਾਡੀ 7th ਪ੍ਰੋਪਰਟੀ ਸੀ। ਤਾਂ ਇਹ 7 ਪ੍ਰੋਪਰਟੀਆਂ ਨੇ। ਇਸ ਤੋਂ ਬਾਅਦ ਰਜੇ ਇਸ ਦੀਆਂ 2 ਪ੍ਰੋਪਰਟੀਜ਼ ਨੇ, 8th ਪ੍ਰੋਪਰਟੀ ਤੇ 9th ਪ੍ਰੋਪਰਟੀ। ਜਿਹੜੀਆਂ ਇਹ ਜਿਓਮੈਟਰੀਕਲ ਰਿਪਰੈਜ਼ੈਂਟੇਸ਼ਨ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹਨਾਂ ਦੀ 8th ਪ੍ਰੋਪਰਟੀ ਤੇ 9th ਪ੍ਰੋਪਰਟੀ ਨੂੰ। ਇਹਨਾਂ ਦੋਨਾਂ ਪ੍ਰੋਪਰਟੀਜ਼ ਨੂੰ ਜਿਹੜਾ ਰਜੇ ਉਹ ਮੈਂ ਰੀਲਸ ਬਣਾ ਕੇ ਜਿਹੜਾ ਆਪਣੇ ਇੰਸਟਾਗ੍ਰਾਮ ਚੈਨਲ 'ਤੇ ਪਾ ਦਾਂਗਾ, ਕਿਉਂਕਿ ਇਹ ਪ੍ਰੋਪਰਟੀਜ਼ ਨਾਲ ਰਜੇ ਅਲੱਗ ਤੋਂ ਐਕਸਪਲੇਨ ਕਰਨੀਆਂ ਪੈਣਗੀਆਂ ਇਹ ਜਿਓਮੈਟਰੀਕਲ ਰਿਪਰੈਜ਼ੈਂਟੇਸ਼ਨ ਰਾਹੀਂ। ਤਾਂ ਇਹਨਾਂ ਦੋਨਾਂ ਪ੍ਰੋਪਰਟੀਜ਼ ਨੂੰ ਮੈਂ ਇੰਸਟਾਗ੍ਰਾਮ ਚੈਨਲ 'ਤੇ ਅਪਲੋਡ ਕਰ ਦੇਵਾਂਗਾ, ਜਿਸ ਦਾ ਜਿਹੜਾ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ। ਤਾਂ ਇਹ ਸੀ ਅੱਜ ਦਾ ਜਿਹੜਾ ਸਾਡਾ ਟੌਪਿਕ, ਸਕੁਏਅਰ ਰੂਟ ਆਫ ਯੂਨਿਟੀ ਅਤੇ ਕਿਊਬ ਰੂਟ ਆਫ ਯੂਨਿਟੀ। ਅਤੇ ਇਹਨਾਂ ਦੇ ਨਾਲ ਦੇ ਜਿਹੜੇ ਕੁਐਸਚਨਸ ਨੇ MCQs ਨੇ ਉਹ ਮੈਂ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ PDF ਬਣਾ ਕੇ ਭੇਜ ਦਾਂਗਾ। ਤਾਂ ਤੁਸੀਂ ਕੁਐਸਚਨ ਨੂੰ ਪ੍ਰੈਕਟਿਸ ਜ਼ਰੂਰ ਕਰਨਾ ਹੈ ਅਤੇ ਜੋ ਵੀ ਡਾਊਟ ਹੋਵੇ ਤੁਸੀਂ ਮੈਨੂੰ WhatsApp ਗਰੁੱਪ ਦੇ ਵਿੱਚ ਜਿਹੜਾ ਉਹ ਕੁਐਸਚਨ ਪੁੱਛ ਸਕਦੇ ਹੋ। ਇਹਦੀ ਜਿਹੜੀ ਸੋਲਿਊਸ਼ਨ ਵੀਡੀਓ ਚੈਪਟਰ ਕੰਪਲੀਟ ਹੋਣ ਤੋਂ ਬਾਅਦ ਮੈਂ ਅਪਲੋਡ ਕਰ ਦੇਵਾਂਗਾ, ਅਤੇ ਕੋਈ ਵੀ ਡਾਊਟ ਹੋਵੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ। ਧੰਨਵਾਦ।